ਤੁਸੀਂ ਸੁਣ ਰਹੇ ਹੋ ਮੈਕਸਿਮ ਗੋਰਕੀ ਦੀ ਕਿਤਾਬ ਮਾਂ। ਅੰਕ 16। ਉਸ ਸ਼ਾਮ ਜਦੋਂ ਉਹ ਚਾਹ ਪੀ ਰਹੀ ਸੀ ਤਾਂ ਉਹਨੇ ਬਾਹਰ ਚਿੱਕੜ ਵਿੱਚ ਪਚ-ਪਚ ਕਰਦੇ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਸੁਣੀ ਅਤੇ ਫਿਰ ਇੱਕ ਜਾਣੀ ਪਛਾਣੀ ਆਵਾਜ਼। ਉਹ ਕੁੱਦ ਕੇ ਉੱਠੀ ਅਤੇ ਰਸੋਈ ਵਿੱਚੋਂ ਹੁੰਦੀ ਦਰਵਾਜ਼ੇ ਵੱਲ ਨੱਠੀ। ਡਿਓੜੀ ਵਿੱਚ ਤਿੱਖੇ ਪੈਰਾਂ ਦੀ ਆਵਾਜ਼ ਆਈ। ਉਹਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਪੈਰ ਨਾਲ ਉਹਨੇ ਬੂਹਾ ਖੋਲ੍ਹਿਆ ਅਤੇ ਚੁਗਾਠ ਦੀ ਬਾਹੀ ਦਾ ਆਸਰਾ ਲੈ ਲਿਆ। ਸ਼ੁਭ ਸ਼ਾਮ ਨੈਣਕੋ, ਜਾਣੀ ਪਛਾਣੀ ਆਵਾਜ਼ ਆਈ ਅਤੇ ਲੰਮੀਆਂ ਸੁੱਕੀਆਂ ਬਾਹਾਂ ਉਹਦੇ ਮੋਢਿਆਂ ਦੁਆਲੇ ਵਲੀਆਂ ਗਈਆਂ। ਆਂਦਰੇਈ ਨੂੰ ਵੇਖ ਕੇ ਉਹਦੇ ਦਿਲ ਵਿੱਚ ਨਿਰਾਸ਼ਾ ਦੀ ਚੋਭ ਉੱਠੀ, ਫਿਰ ਖੁਸ਼ੀ ਚਮਕੀ। ਦੋਵੇਂ ਜਜ਼ਬੇ ਇੱਕ ਮਹਾਨ ਵਿਆਪਕ ਵਲਵਲਾ ਬਣ ਗਏ ਜਿਸ ਨੇ ਇੱਕ ਨਿੱਘੀ ਛਲ ਵਿੱਚ ਉਹਨੂੰ ਪਕੜ ਲਿਆ, ਉਹਨੂੰ ਉੱਪਰ ਚੁੱਕਿਆ ਇੱਥੋਂ ਤੱਕ ਕਿ ਉਹਨੇ ਆਪਣਾ ਮੂੰਹ ਆਂਦਰੇਈ ਦੇ ਮੋਢੇ ਨਾਲ ਲਾ ਲਿਆ। ਆਂਦਰੇਈ ਨੇ ਆਪਣੀਆਂ ਕੰਬਦੀਆਂ ਬਾਹਾਂ ਵਿੱਚ ਉਹਨੂੰ ਘੁੱਟ ਕੇ ਨਪੀੜ ਲਿਆ। ਮਾਂ ਹੌਲੀ-ਹੌਲੀ ਰੋ ਰਹੀ ਸੀ ਅਤੇ ਉਹ ਉਹਦੇ ਵਾਲਾਂ ਨੂੰ ਪਲੋਸ ਰਿਹਾ ਸੀ। ਇੱਕ ਅਜਿਹੀ ਆਵਾਜ਼ ਵਿੱਚ ਉਹਨੂੰ ਕਹਿ ਰਿਹਾ ਸੀ ਜਿਹੜੀ ਉਹਦੇ ਕੰਨਾਂ ਲਈ ਸੰਗੀਤ ਦੀ ਲੈਅ ਵਰਗੀ ਸੀ, ਰੋ ਨਾ ਨੈਣਕੋ, ਆਪਣਾ ਦਿਲ ਦੁਖੀ ਨਾ ਕਰ, ਉਹ ਜ਼ਰੂਰ ਛੇਤੀ ਹੀ ਉਹਨੂੰ ਛੱਡ ਦੇਣਗੇ। ਉਹਦੇ ਖਿਲਾਫ ਉਹਨਾਂ ਨੂੰ ਕੁਝ ਨਹੀਂ ਮਿਲ ਸਕਦਾ। ਸਾਰੇ ਜਣੇ ਉਬਲੀ ਮੱਛੀ ਵਾਂਗ ਚੁੱਪ ਨੇ। ਆਪਣੀਆਂ ਬਾਹਾਂ ਮਾਂ ਦੇ ਮੋਢਿਆਂ ਦੁਆਲੇ ਵਲੀ ਉਹ ਉਹਨੂੰ ਦੂਜੇ ਕਮਰੇ ਵਿੱਚ ਲੈ ਗਿਆ। ਉਹਦੇ ਨਾਲ ਚੰਬੜੀ ਹੋਈ ਸੀ। ਗੁਲੈਰੀ ਜਿਹੀਆਂ ਸ਼ੋਲ ਹਰਕਤਾਂ ਨਾਲ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝਦੀ ਉਹ ਬੜੇ ਲਾਲਚੀ ਢੰਗ ਨਾਲ ਉਹਦੀ ਹਰ ਗੱਲ ਦੀ ਡੀਕ ਲਾ ਰਹੀ ਸੀ। ਪਾਵੇਲ ਨੇ ਸਲਾਮ ਘੱਲਿਆ। ਉਹ ਵੱਲ ਹੈ ਅਤੇ ਜਿੰਨਾ ਕੁ ਖੁਸ਼ ਹੋ ਸਕਦਾ ਹੈ ਖੁਸ਼ ਹੈ। ਉੱਥੇ ਥਾਂ ਦੀ ਤੰਗੀ ਹੈ। ਉਹਨਾਂ 100 ਤੋਂ ਵੱਧ ਜਣੇ ਗ੍ਰਿਫਤਾਰ ਕਰ ਲਏ ਸ਼ਹਿਰੋਂ ਤੇ ਸਾਡੀ ਬਸਤੀ ਵਿੱਚੋਂ ਤੇ ਉਹਨਾਂ ਇੱਕ ਕੋਠੜੀ ਵਿੱਚ 3-4 ਡੱਕ ਦਿੱਤੇ। ਜੇਲ੍ਹ ਦੇ ਅਫਸਰ ਚੰਗੇ ਬੰਦੇ ਨੇ ਤੇ ਭੂਤਨੀ ਦੇ ਜੈਨਡਾਰਮਾਂ ਨੇ ਉਹਨਾਂ ਸਿਰ ਜਿਹੜਾ ਇੰਨਾ ਸਾਰਾ ਕੰਮ ਪਾ ਦਿੱਤਾ ਹੈ ਉਸ ਕਰਕੇ ਖਪੇ ਹੋਏ ਨੇ। ਅਫਸਰ ਕੋਈ ਬਹੁਤੀ ਸਖਤੀ ਵੀ ਨਹੀਂ ਕਰਦੇ। ਉਹ ਇਹੋ ਕਹਿੰਦੇ ਰਹਿੰਦੇ ਨੇ, ਭਲੇ ਮਾਨਸੋ ਸ਼ਾਂਤ ਰਹੋ, ਸਾਨੂੰ ਕਿਸੇ ਕਜ਼ੀਏ ਵਿੱਚ ਨਾ ਫਸਾ ਦੇਣਾ ਅਤੇ ਸਭ ਕੁਝ ਮਜ਼ੇ ਵਿੱਚ ਚੱਲ ਰਿਹਾ ਹੈ। ਸਾਰੇ ਆਪੋ ਵਿੱਚ ਗੱਲਾਂ ਕਰਦੇ ਨੇ, ਇੱਕ ਦੂਜੇ ਨੂੰ ਕਿਤਾਬਾਂ ਮੰਗਵੀਆਂ ਦਿੰਦੇ ਨੇ ਤੇ ਰਲ ਕੇ ਖਾਣਾ ਖਾਂਦੇ ਨੇ। ਉਹ ਸੋਹਣੀ ਜੇਲ੍ਹ ਹੈ, ਪੁਰਾਣੀ ਅਤੇ ਗੰਦੀ, ਪਰ ਬੰਦਾ ਉੱਥੇ ਸੌਖਾ ਰਹਿੰਦਾ ਹੈ। ਅਖਲਾਕੀ ਕੈਦੀ ਵੀ ਚੰਗੇ ਨੇ ਤੇ ਸਾਡੀ ਬੜੀ ਮਦਦ ਕਰਦੇ ਨੇ। ਬੂਕਿਨ ਨੂੰ ਤੇ ਮੈਨੂੰ ਤੇ 4 ਹੋਰਨਾਂ ਨੂੰ ਛੱਡ ਦਿੱਤਾ ਹੈ। ਪਾਵੇਲ ਦੀ ਵਾਰੀ ਵੀ ਛੇਤੀ ਹੀ ਆ ਜਾਵੇਗੀ। ਵੈਸੋਵ ਸਚੀਕੋਵ ਨੂੰ ਸਭ ਤੋਂ ਅਖੀਰ ਤੇ ਛੱਡਣਗੇ। ਉਹਨੇ ਗਾਲਾਂ ਕੱਢ-ਕੱਢ ਕੇ ਉਹਨਾਂ ਸਾਰਿਆਂ ਨੂੰ ਆਪਣੇ ਖਹਿੜੇ ਪਾ ਲਿਆ। ਜੈਨਡਾਰਮਾਂ ਨੂੰ ਉਹ ਵੇਖਿਆ ਨਹੀਂ ਸਿਖਾਉਂਦਾ। ਉਹਨਾਂ ਉਹਦੇ ਤੇ ਮੁਕੱਦਮਾ ਚਲਾ ਦੇਣਾ ਜਾਂ ਕਿਸੇ ਦਿਨ ਉਹਦੀ ਖੁੰਬ ਠੱਪਣਗੇ। ਪਾਵੇਲ ਉਹਨੂੰ ਹਮੇਸ਼ਾ ਰੋਕਦਾ ਰਹਿੰਦਾ ਹੈ। ਉਹ ਕਹਿੰਦਾ ਹੈ ਗਾਲਾਂ ਕੱਢਣ ਨਾਲ ਉਹਨਾਂ ਸੁਧਰਨਾ ਤਾਂ ਉੱਕਾ ਹੀ ਨਹੀਂ, ਪਰ ਉਹ ਖੱਪ ਪਾਈ ਜਾਂਦਾ ਹੈ। ਮੈਂ ਉਹਨਾਂ ਨੂੰ ਧਰਤੀ ਉੱਤੋਂ ਛਿੱਲ ਕੇ ਪਰਾਂ ਸੁੱਟ ਦਿਆਂਗਾ ਜਿਵੇਂ ਫੋੜੇ ਉੱਤੋਂ ਖਰੀਂਡ ਲਾਈਦਾ ਹੈ। ਪਾਵੇਲ ਸਾਊ ਢੰਗ ਨਾਲ ਵਿਚਰਦਾ ਹੈ। ਉਹ ਆਪਣੇ ਆਪ ਨੂੰ ਪੱਕਾ ਅਤੇ ਦ੍ਰਿੜ ਰੱਖਦਾ ਹੈ। ਮੈਨੂੰ ਯਕੀਨ ਹੈ ਉਹ ਉਹਨੂੰ ਛੇਤੀ ਹੀ ਛੱਡ ਦੇਣਗੇ। ਛੇਤੀ ਹੀ? ਸੰਤੁਸ਼ਟ ਹੋਈ ਮਾਂ ਨੇ ਨਰਮੀ ਨਾਲ ਮੁਸਕਰਾ ਕੇ ਗੱਲ ਦੁਹਰਾਈ। ਮੈਨੂੰ ਯਕੀਨ ਹੈ ਛੇਤੀ ਹੀ। ਫਿਰ ਸਭ ਕੁਝ ਠੀਕ ਹੋ ਜਾਵੇਗਾ। ਤੇ ਹੁਣ ਤੂੰ ਮੈਨੂੰ ਚਾਹ ਦਾ ਇੱਕ ਗਲਾਸ ਪਿਆ ਤੇ ਦੱਸ ਤੇਰਾ ਕੀ ਹਾਲ ਚਾਲ ਹੈ। ਆਂਦਰੇਈ ਨੇ ਵੇਖਿਆ ਕਿ ਉਹ ਪੂਰੀ ਤਰ੍ਹਾਂ ਖਿੜੀ ਹੋਈ ਸੀ। ਐਨੀ ਨਰਮ ਅਤੇ ਦਿਆਲ ਉਹਦੀਆਂ ਕੁਝ ਉਦਾਸੀ ਨਾਲ ਪਰਛਾਈਆਂ ਅੱਖਾਂ ਵਿੱਚ ਪਿਆਰ ਦੀ ਲੋ ਸੀ। ਆਂਦਰੇਊਸ਼ਾ, ਤੂੰ ਮੈਨੂੰ ਬਹੁਤਾ ਪਿਆਰਾ ਲੱਗਣਾ ਹੈ। ਮਾਂ ਨੇ ਪਤਲੇ ਮੂੰਹ ਵੱਲ ਵੇਖਿਆ ਜਿਸ ਉੱਤੇ ਅਣਮੁੰਨੀ ਦਾੜੀ ਦੀਆਂ ਹਸਾਉਣੀਆਂ ਝਾੜੀਆਂ ਸਨ ਤੇ ਠੰਡਾ ਸਾਹ ਲਿਆ। ਮੈਨੂੰ ਖੁਸ਼ੀ ਕਰਨ ਲਈ ਭੋਰਾ ਕੁ ਹੀ ਕਾਫੀ ਹੋਵੇਗਾ, ਉਹਨੇ ਕੁਰਸੀ ਵਿੱਚ ਅੱਗੇ ਪਿੱਛੇ ਝੂਲਦੇ ਹੋਏ ਕਿਹਾ। ਮੈਨੂੰ ਪਤਾ ਹੈ ਤੂੰ ਮੈਨੂੰ ਪਿਆਰ ਕਰਦੀ ਹੈ। ਤੇਰਾ ਦਿਲ ਤਾਂ ਸਭਨਾਂ ਨੂੰ ਪਿਆਰ ਕਰਨ ਦੀ ਚੋਖਾ ਵੱਡਾ ਏ, ਪਰ ਮੈਂ ਤੈਨੂੰ ਖਾਸ ਤੌਰ ਤੇ ਪਿਆਰ ਕਰਦੀ ਵਾਂ, ਮਾਂ ਨੇ ਅੜੀ ਕੀਤੀ। ਜੇ ਤੇਰੀ ਮਾਂ ਹੁੰਦੀ ਤਾਂ ਸਭੇ ਤੇਰੇ ਜਿਹੇ ਪੁੱਤਰ ਲਈ ਉਹਦੇ ਨਾਲ ਈਰਖਾ ਕਰਦੇ। ਖੁਖੋਲ ਨੇ ਆਪਣਾ ਸਿਰ ਹਿਲਾਇਆ ਤੇ ਇਹਨੂੰ ਆਪਣੇ ਹੱਥਾਂ ਨਾਲ ਜ਼ੋਰ ਨਾਲ ਰਗੜਿਆ। ਕਿਧਰੇ ਨਾ ਕਿਧਰੇ ਮੇਰੀ ਮਾਂ ਹੈ, ਉਹਨੇ ਕਿਹਾ। ਉਹਦੀ ਆਵਾਜ਼ ਨਿੰਮੀ ਸੀ। ਪਤਾ ਹੀ ਅੱਜ ਮੈਂ ਕੀ ਕੀਤਾ? ਉਹ ਕੂਕੀ ਅਤੇ ਆਪਣੇ ਇਸ਼ਤਿਹਾਰ ਕਾਰਖਾਨੇ ਵਿੱਚ ਲਿਜਾਣ ਦਾ ਵਰਣਨ ਉਤੇਜਨਾ ਨਾਲ ਕਰਨ ਲੱਗ ਪਈ। ਉਤਸ਼ਾਹ ਵਿੱਚ ਉਹਨੇ ਕਹਾਣੀ ਨੂੰ ਕੁਝ ਵਧਾ ਦਿੱਤਾ। ਪਹਿਲਾਂ ਉਹਨੇ ਹੈਰਾਨੀ ਨਾਲ ਆਪਣੀਆਂ ਅੱਖਾਂ ਟੱਡ ਲਈਆਂ, ਫਿਰ ਖਿੜ ਕੇ ਹੱਸਣ ਲੱਗ ਪਿਆ। ਓਹੋ! ਆਪਣੀਆਂ ਲੱਤਾਂ ਹਿਲਾਉਂਦਿਆਂ ਉਹਨੇ ਆਪਣਾ ਸਿਰ ਆਪਣੀਆਂ ਉਂਗਲਾਂ ਨਾਲ ਠਕੋਰਿਆ ਤੇ ਖੁਸ਼ੀ ਨਾਲ ਕੂਕਿਆ। ਇਹ ਕੋਈ ਸੁੱਟ ਪਾਉਣ ਵਾਲੀ ਗੱਲ ਨਹੀਂ, ਇਹ ਤਾਂ ਅਸਲੀ ਮਦਦ ਹੈ। ਪਾਵੇਲ ਖੁਸ਼ ਨਹੀਂ ਹੋਵੇਗਾ। ਇਹ ਤਾਂ ਬਹੁਤ ਸ਼ਾਨਦਾਰ ਹੈ ਨੈਣਕੋ,
ਪਾਵੇਲ ਅਤੇ ਹੋਰਨਾਂ ਸਭਨਾਂ ਲਈ। ਉਹਦਾ ਸਾਰਾ ਸਰੀਰ ਅੱਗੇ ਪਿੱਛੇ ਝੂਲਣ ਲੱਗ ਪਿਆ। ਉਹਨੇ ਆਪਣੀਆਂ ਉਂਗਲਾਂ ਦੇ ਕੜਾਕੇ ਕੱਢੇ ਅਤੇ ਵਿਸਮਾਦ ਵਿੱਚ ਆ ਕੇ ਸੀਟੀ ਵਜਾਈ। ਉਹਦੇ ਵਿੱਚੋਂ ਖੁਸ਼ੀ ਦੀਆਂ ਕਿਰਨਾਂ ਫੁੱਟਦੀਆਂ ਅਤੇ ਮਾਂ ਨੇ ਬਲਵਾਨ ਅਤੇ ਭਰਪੂਰ ਹੁੰਗਾਰਾ ਭਰਿਆ, ਮੇਰਾ ਕਰਮਾਂ ਵਾਲਾ ਆਂਦਰੀਓਸ਼ਾ। ਉਹ ਬੋਲੀ, ਉਹਦੇ ਦਿਲ ਦਾ ਬੰਨ ਟੁੱਟ ਗਿਆ, ਜਿਵੇਂ ਅਤਿਅੰਤ ਖੁਸ਼ੀ ਨਾਲ ਭਰਪੂਰ ਸ਼ਬਦਾਂ ਦੀ ਨਦੀ ਛੁਲ-ਛੁਲ ਕਰਦੀ, ਉਛਲਦੀ ਅਤੇ ਲਿਸ਼ਕਦੀ ਵਹਿ ਨਿਕਲੀ ਹੋਵੇ। ਜਦੋਂ ਮੈਂ ਆਪਣੀ ਜ਼ਿੰਦਗੀ ਬਾਰੇ ਸੋਚਦਾ ਵਾਂ, ਹੇ ਮਿਹਰਾਂ ਵਾਲੇ ਈਸਾ, ਮੈਂ ਕਾਹਦੇ ਲਈ ਜੀਵੀ ਸਾਂ? ਹੱਡ ਭੰਨ ਮਿਹਨਤ ਮਾਰਾਂ, ਆਪਣੇ ਮਰਦ ਤੋਂ ਬਿਨਾਂ ਕਿਸੇ ਹੋਰ ਨੂੰ ਕਦੀ ਵੇਖਿਆ ਤੱਕ ਨਹੀਂ, ਡਰ ਤੋਂ ਬਿਨਾਂ ਕਿਸੇ ਹੋਰ ਗੱਲ ਦਾ ਪਤਾ ਹੀ ਨਹੀਂ। ਮੈਂ ਤਾਂ ਇਹ ਵੀ ਨਹੀਂ ਜਾਣਿਆ ਕਿ ਪਾਵੇਲ ਕਿਵੇਂ ਵੱਡਾ ਹੋਇਆ, ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਜਦੋਂ ਮੇਰਾ ਆਦਮੀ ਜਿਉਂਦਾ ਸੀ ਤਾਂ ਮੈਂ ਪਾਵੇਲ ਨੂੰ ਪਿਆਰ ਕਰਦੀ ਸਾਂ ਜਾਂ ਨਹੀਂ। ਮੇਰੀਆਂ ਸਾਰੀਆਂ ਸੋਚਾਂ ਤੇ ਸਾਰੇ ਫਿਕਰ ਇੱਕੋ ਗੱਲ ਬਾਰੇ ਹੁੰਦੇ ਸਨ, ਆਪਣੇ ਉਸ ਵਹਿਸ਼ੀ ਦਾ ਢਿੱਡ ਸੋਹਣੀ ਅਤੇ ਚੰਗੀ ਤਰ੍ਹਾਂ ਭਰ ਦੇਵਾਂ, ਉਹਨੂੰ ਉਡੀਕ ਕਰਵਾਏ ਬਿਨਾਂ ਉਹਦੀ ਖੁਸ਼ੀ ਪੂਰੀ ਕਰ ਦੇਵਾਂ, ਤਾਂ ਜੋ ਗੁੱਸੇ ਨਾ ਹੋਵੇ ਤੇ ਮੈਨੂੰ ਕੁੱਟੇ ਨਹੀਂ, ਤਾਂ ਜੋ ਉਹ ਇੱਕ ਵਾਰ ਹੀ ਮੇਰੇ ਉੱਤੇ ਤਰਸ ਖਾ ਲਵੇ। ਪਰ ਮੈਨੂੰ ਚੇਤੇ ਨਹੀਂ ਕਿ ਉਹਨੇ ਕਦੀ ਮੇਰੇ ਉੱਤੇ ਤਰਸ ਕੀਤਾ ਹੋਵੇ। ਉਹ ਮੈਨੂੰ ਇਉਂ ਕੁੱਟਦਾ ਜਿਵੇਂ ਉਹ ਆਪਣੀ ਘਰਵਾਲੀ ਨੂੰ ਨਾ ਕੁੱਟ ਰਿਹਾ ਹੋਵੇ, ਸਗੋਂ ਕਿਸੇ ਅਜਿਹੇ ਬੰਦੇ ਨੂੰ ਕੁੱਟ ਰਿਹਾ ਹੋਵੇ ਜਿਸ ਨਾਲ ਉਹਦੀ ਕੋਈ ਦੁਸ਼ਮਣੀ ਹੋਵੇ। 20 ਵਰ੍ਹੇ ਮੈਂ ਇਸ ਢੰਗ ਨਾਲ ਜ਼ਿੰਦਗੀ ਬਿਤਾਈ। ਮੈਨੂੰ ਤਾਂ ਭੁੱਲ ਹੀ ਗਿਆ ਵਿਆਹ ਤੋਂ ਪਹਿਲਾਂ ਇਹ ਕਿਹੋ ਜਿਹੀ ਹੁੰਦੀ ਸੀ। ਜਦੋਂ ਮੈਂ ਸੋਚਣ ਦਾ ਯਤਨ ਕਰਦੀ ਹਾਂ ਤਾਂ ਸਭ ਕੁਝ ਖਾਲਮ ਖਾਲੀ ਹੋ ਜਾਂਦਾ ਹੈ। ਯੈਗੋਰ ਇਵਾਨੋਵਿਚ ਇੱਥੇ ਆਇਆ ਸੀ। ਅਸੀਂ ਦੋਵੇਂ ਇੱਕੋ ਪਿੰਡ ਤੋਂ ਹਾਂ। ਉਹਨੇ ਬਹੁਤ ਕੁਝ ਬਾਰੇ ਗੱਲਾਂ ਕੀਤੀਆਂ, ਪਰ ਮੈਨੂੰ ਆਪਣੇ ਮਕਾਨ ਯਾਦ ਨੇ ਤੇ ਮੈਨੂੰ ਲੋਕ ਚੇਤੇ ਨੇ, ਪਰ ਮੈਨੂੰ ਇਹ ਯਾਦ ਨਹੀਂ ਕਿ ਉਹ ਕਿਵੇਂ ਰਹਿੰਦੇ ਸਨ, ਜਾਂ ਉਹ ਕੀ ਕਹਿੰਦੇ ਸਨ, ਜਾਂ ਉਹਨਾਂ ਦਾ ਕੀ ਬਣਿਆ। ਮੈਨੂੰ ਇੱਕ ਅੱਗ ਚੇਤੇ ਵੈ, 2 ਅੱਗਾਂ। ਇਉਂ ਜਾਪਦਾ ਜਿਵੇਂ ਕੁੱਟ-ਕੁੱਟ ਕੇ ਸਾਰਾ ਕੁਝ ਮੇਰੇ ਅੰਦਰੋਂ ਕੱਢ ਦਿੱਤਾ ਗਿਆ ਹੋਵੇ ਅਤੇ ਮੇਰੀ ਰੂਹ ਨੂੰ ਸਿਉਂ ਦਿੱਤਾ ਗਿਆ ਹੋਵੇ। ਘੁੱਟ ਕੇ ਬੋਲੀ ਅਤੇ ਅੰਨੀ ਉਹ ਪਾਣੀ ਵਿੱਚੋਂ ਬਾਹਰ ਕੱਢੀ ਮੱਛੀ ਵਾਂਗ ਤੜਫੀ। ਮੇਰਾ ਘਰ ਵਾਲਾ ਮਰ ਗਿਆ, ਉਹਨੇ ਅੱਗੇ ਝੁਕਦੇ ਹੋਏ ਅਤੇ ਆਪਣੀ ਆਵਾਜ਼ ਨੀਵੀਂ ਕਰਦੇ ਹੋਏ ਗੱਲ ਜਾਰੀ ਰੱਖੀ, ਤੇ ਮੈਂ ਆਪਣੇ ਪੁੱਤਰ ਵੱਲ ਧਿਆਨ ਦਿੱਤਾ, ਪਰ ਉਹ ਇਸ ਕੰਮ ਵਿੱਚ ਰੁੱਝਿਆ ਹੋਇਆ ਸੀ। ਇਹ ਸਹਾਰਨਾ ਔਖਾ ਸੀ। ਮੈਨੂੰ ਉਹਦੇ ਉੱਤੇ ਬਹੁਤ ਤਰਸ ਆਉਂਦਾ। ਜੇ ਉਹਨੂੰ ਕੁਝ ਹੋ ਗਿਆ ਤਾਂ ਮੈਂ ਕਿਵੇਂ ਜਿਉਂਦੀ ਰਹਾਂਗੀ? ਮੈਂ ਕਿੰਨਾ ਡਰ ਤੇ ਚਿੰਤਾਵਾਂ ਸਹਾਰੀਆਂ। ਜਦੋਂ ਮੈਂ ਸੋਚਦੀ ਵਾਂ ਉਹਦੇ ਨਾਲ ਕੀ ਕੁਝ ਬੀਤ ਸਕਦਾ ਤਾਂ ਮੇਰਾ ਦਿਲ ਪਾਟ ਹੀ ਜਾਂਦਾ ਹੈ। ਉਹ ਇੱਕ ਛਿਣ ਰੁਕੀ, ਫਿਰ ਠੰਬੇ ਨਾਲ ਆਪਣਾ ਸਿਰ ਹਿਲਾ ਕੇ ਬੜੀ ਮਹੱਤਤਾ ਨਾਲ ਕਿਹਾ, ਇਹ ਖਾਲਸ ਪਿਆਰ ਨਹੀਂ, ਸਾਡਾ ਔਰਤਾਂ ਦਾ ਪਿਆਰ। ਅਸੀਂ ਉਸਨੂੰ ਪਿਆਰ ਕਰਦੀਆਂ ਵਾਂ ਜਿਸ ਦੀ ਸਾਨੂੰ ਆਪਣੇ ਲਈ ਲੋੜ ਹੁੰਦੀ ਹੈ। ਪਰ ਜਦੋਂ ਮੈਂ ਤੈਨੂੰ ਵੇਖਦੀ ਵਾਂ ਆਪਣੀ ਮਾਂ ਲਈ ਝੂਰਦਾ, ਉਹ ਤੇਰੇ ਲਈ ਕੀ ਹੈ? ਅਤੇ ਸਾਰੇ ਲੋਕ ਹੋਰਨਾਂ ਲਈ ਤਸੀਹੇ ਚੱਲ ਰਹੇ ਨੇ। ਜੇਲੀ ਜਾਂਦੇ ਨੇ ਸਾਇਬੇਰੀਆ, ਮਰਦੇ ਮੁਟਿਆਰਾਂ ਰਾਤ ਨੂੰ ਇਕੱਲੀਆਂ ਦੂਰ ਦੂਰ ਜਾਂਦੀਆਂ, ਚਿੱਕੜ ਵਿੱਚੋਂ, ਮੀਂਹ ਤੇ ਬਰਫ਼ ਵਿੱਚ, ਸ਼ਹਿਰੋਂ 7 ਵੇਰ 7 ਸਾਡੇ ਮਕਾਨ ਤੱਕ। ਉਹਨਾਂ ਨੂੰ ਅਜਿਹਾ ਕਰਨ ਲਈ ਕੌਣ ਤੱਕਦਾ ਹੈ? ਕੌਣ ਉਹਨਾਂ ਨੂੰ ਅਜਿਹਾ ਕਰਨ ਲਈ ਉਕਸਾਉਂਦਾ ਹੈ? ਇੱਕ ਬਹੁਤ ਵੱਡੇ ਸੱਚੇ ਪਿਆਰ ਲਈ। ਅਤੇ ਉਹਨਾਂ ਨੂੰ ਨਿਸ਼ਚਾ ਏ, ਇੱਕ ਡੂੰਘਾ ਨਿਸ਼ਚਾ ਅੰਦਰੀਓਸ਼ਾ। ਪਰ ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ ਇਉਂ ਪਿਆਰ ਨਹੀਂ ਕਰ ਸਕਦੀ। ਮੈਂ ਤਾਂ ਬਸ ਉਸੇ ਨੂੰ ਪਿਆਰ ਕਰ ਸਕਦੀ ਵਾਂ ਜਿਹੜਾ ਮੇਰਾ ਆਪਣਾ ਵੇ, ਜਿਹੜਾ ਮੇਰੇ ਨੇੜੇ ਵੇ। ਨਹੀਂ, ਤੂੰ ਅਜਿਹਾ ਨਹੀਂ ਕਰਦੀ। ਖਗੋਲ ਨੇ ਮੁੜਦੇ ਹੋਏ ਅਤੇ ਆਪਣੀ ਆਦਤ ਅਨੁਸਾਰ ਆਪਣਾ ਸਿਰ ਤੇ ਗੱਲ ਅਤੇ ਅੱਖਾਂ ਘੁੱਟ ਕੇ ਮਲਦੇ ਹੋਏ ਕਿਹਾ, ਹਰ ਕੋਈ ਉਸ ਸ਼ੈ ਨੂੰ ਪਿਆਰ ਕਰਦਾ ਜਿਹੜੀ ਉਹਦੇ ਨੇੜੇ ਹੋਵੇ। ਪਰ ਜੇ ਬੰਦੇ ਦਾ ਦਿਲ ਵੱਡਾ ਹੋਵੇ ਤਾਂ ਦੂਰ ਦੀਆਂ ਸ਼ੈਆਂ ਵੀ ਨੇੜੇ ਹੋ ਜਾਂਦੀਆਂ ਨੇ। ਤੂੰ ਵੱਡੇ ਕੰਮ ਕਰ ਸਕਦੀ ਹੈ ਕਿਉਂਕਿ ਤੇਰੇ ਵਿੱਚ ਮਾਂ ਦਾ ਵੱਡਾ ਪਿਆਰ ਹੈ। ਰੱਬ ਕਰੇ, ਮਾਂ ਨੇ ਨਰਮੀ ਨਾਲ ਕਿਹਾ। ਮੈਨੂੰ ਜਾਪਦਾ ਹੈ ਜਿਉਣ ਦਾ ਚੰਗਾ ਢੰਗ ਵੇ। ਹੁਣ ਮੈਂ ਤੈਨੂੰ ਪਿਆਰ ਕਰਦੀ ਵਾਂ ਆਂਦਰੇਈ, ਸ਼ਾਇਦ ਪਾਸ਼ਾ ਤੋਂ ਵੀ ਵੱਧ। ਉਹ ਤਾਂ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ। ਜਰਾ ਵੇਖ, ਉਹ ਸਾਸ਼ਾ ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਉਹਨੇ ਇਸ ਬਾਰੇ ਮੈਨੂੰ, ਆਪਣੀ ਮਾਂ ਨੂੰ ਕੁਝ ਵੀ ਨਾ ਦੱਸਿਆ। ਇਹ ਗੱਲ ਸੱਚੀ ਨਹੀਂ, ਖਗੋਲ ਨੇ ਇਤਰਾਜ਼ ਕੀਤਾ। ਮੈਨੂੰ ਪੱਕਾ ਪਤਾ ਏ ਇਹ ਸੱਚ ਨਹੀਂ। ਉਹ ਉਹਨੂੰ ਪਿਆਰ ਕਰਦਾ ਹੈ ਤੇ ਸਾਸ਼ਾ ਵੀ ਉਹਨੂੰ ਪਿਆਰ ਕਰਦੀ ਹੈ, ਪਰ ਉਹ ਕਦੀ ਵਿਆਹ ਨਹੀਂ ਕਰਨ ਲੱਗੇ। ਸਾਸ਼ਾ ਤਾਂ ਚਾਹੁੰਦੀ ਹੈ, ਪਰ ਉਹ ਨਹੀਂ ਕਰਨਾ ਚਾਹੁੰਦਾ। ਹਲਾ, ਮਾਂ ਨੇ ਸੋਚਦੇ ਹੋਏ ਅਤੇ ਠਰਮੇ ਨਾਲ ਕਿਹਾ। ਉਹਦੀਆਂ ਅੱਖਾਂ ਖਗੋਲ ਦੇ ਮੂੰਹ ਉੱਤੇ ਲੱਗੀਆਂ ਸਨ। ਸੋ ਗੱਲ ਇੰਜ ਹੈ, ਲੋਕ ਆਪਣੀ ਖੁਸ਼ੀ ਵੀ ਰੱਦ ਕਰਦੇ ਨੇ। ਪਾਵੇਲ ਜਿਹਾ ਬੰਦਾ ਵਿਰਲਾ ਹੀ ਹੁੰਦਾ ਹੈ। ਖਗੋਲ ਦੀ ਆਵਾਜ਼ ਬੜੀ ਨਰਮ ਸੀ। ਉਹਦਾ ਨਿਸ਼ਚਾ ਅਸਪਾਤੀ ਹੈ ਤੇ ਹੁਣ ਉਹ ਜੇਲ੍ਹ ਵਿੱਚ ਬੈਠਾ ਹੈ। ਮਾਂ ਨੇ ਸੋਚਾਂ ਵਿੱਚ ਡੁੱਬੀ ਨੇ ਕਿਹਾ, ਇਹ ਗੱਲ ਡਰਾਉਣੀ ਹੈ, ਪਰ ਕੋਈ ਬਹੁਤ ਡਰਾਉਣੀ ਵੀ ਨਹੀਂ। ਜ਼ਿੰਦਗੀ ਹੋਰ ਤਰ੍ਹਾਂ ਦੀ ਹੈ ਤੇ ਹੁਣ
ਮੇਰੇ ਤੌਖਲੇ ਵੀ ਹੋਰ ਤਰ੍ਹਾਂ ਦੇ ਨੇ। ਹੁਣ ਮੈਨੂੰ ਸਭਨਾਂ ਲਈ ਡਰ ਲੱਗਦਾ ਹੈ ਤੇ ਮੇਰਾ ਦਿਲ ਵੀ ਹੋਰ ਤਰ੍ਹਾਂ ਦਾ ਹੈ, ਕਿਉਂਕਿ ਮੇਰੀ ਰੂਹ ਨੇ ਮੇਰੇ ਦਿਲ ਦੀਆਂ ਅੱਖਾਂ ਖੋਲ ਦਿੱਤੀਆਂ ਨੇ ਤੇ ਉਹ ਬਾਹਰ ਵੇਖਦੇ ਤੇ ਦੁਖੀ ਹੁੰਦਾ ਹੈ ਪਰ ਖੁਸ਼। ਅਨੇਕ ਗੱਲਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਅਤੇ ਮੇਰੇ ਲਈ ਇਹ ਗੱਲ ਵੀ ਕੌੜੀ ਹੈ ਕਿ ਤੁਸੀਂ ਰੱਬ ਨੂੰ ਨਹੀਂ ਮੰਨਦੇ, ਪਰ ਮੈਂ ਕੀ ਕਰ ਸਕਦੀ। ਮੈਂ ਵੇਖਦੀ ਵਾਂ ਕਿ ਤੁਸੀਂ ਸਾਰੇ ਸੱਚਮੁੱਚ ਚੰਗੇ ਹੋ। ਤੁਸਾਂ ਲੋਕਾਂ ਦੀ ਖਾਤਰ ਆਪਣੇ ਲਈ ਕਰੜੀ ਜ਼ਿੰਦਗੀ ਚੁਣੀ ਹੈ, ਸੱਚ ਦੀ ਖਾਤਰ ਔਖੀ ਜ਼ਿੰਦਗੀ ਚੁਣੀ ਹੈ, ਤੇ ਹੁਣ ਮੈਂ ਤੁਹਾਡੇ ਸੱਚ ਨੂੰ ਸਮਝਦੀ ਵਾਂ। ਜਦੋਂ ਤੱਕ ਧਨੀ ਲੋਕਾਂ ਨੇ ਆਮ ਲੋਕਾਂ ਨੂੰ ਕੁਝ ਨਹੀਂ ਮਿਲਣ ਲੱਗਾ, ਨਾ ਖੁਸ਼ੀ ਨਾ ਇਨਸਾਫ, ਕੁਝ ਵੀ ਨਹੀਂ। ਹੁਣ ਜਦੋਂ ਮੈਂ ਤੁਹਾਡੇ ਨਾਲ ਰਹਿੰਦੀ ਵਾਂ, ਕਦੀ-ਕਦੀ ਰਾਤਾਂ ਨੂੰ ਮੈਂ ਬੀਤੇ ਬਾਰੇ ਸੋਚਣ ਲੱਗ ਪੈਂਦੀ ਵਾਂ। ਮੈਂ ਇੱਕ ਬੂਟ ਹੇਠ ਫੇਹੀ ਗਈ ਆਪਣੀ ਜਵਾਨ ਤਾਕਤ ਬਾਰੇ, ਇੱਕ ਮੁੱਕੇ ਹੇਠ ਕੁੱਟੇ ਆਪਣੇ ਦਿਲ ਬਾਰੇ ਸੋਚਦੀ ਵਾਂ ਤੇ ਮੈਨੂੰ ਆਪਣੇ ਆਪ ਉੱਤੇ ਤਰਸ ਆਉਂਦਾ ਤੇ ਕੁੜੱਤਣ ਚੜ੍ਹਦੀ ਏ। ਪਰ ਹੁਣ ਮੇਰੇ ਲਈ ਜਿਉਣਾ ਸੌਖਾ ਵੇ। ਹੌਲੀ-ਹੌਲੀ ਮੈਂ ਆਪਣੇ ਆਪ ਨੂੰ ਉਸ ਸ਼ਕਲ ਵਿੱਚ ਵੇਖਣ ਲੱਗ ਪਈ ਵਾਂ ਜਿਹੋ ਜਿਹੀ ਮੈਂ ਹਾਂ। ਖੁਖੋਲ ਖੜਾ ਹੋ ਗਿਆ, ਲੰਮਾ ਪਤਲਾ, ਸੋਚਾਂ ਡੁੱਬਾ ਅਤੇ ਪੈਰ ਨਾ ਰਗੜਨ ਦਾ ਯਤਨ ਕਰਦੇ ਹੋਏ ਇੱਧਰ-ਉੱਧਰ ਫਿਰਨ ਲੱਗ ਪਿਆ। ਤੂੰ ਕਿੰਨੀ ਚੰਗੀ ਗੱਲ ਕੀਤੀ ਏ, ਉਹਨੇ ਨਰਮੀ ਨਾਲ ਕਿਹਾ। ਕਿੰਨੀ ਹੀ ਸੋਹਣੀ ਤਰ੍ਹਾਂ। ਕੇਰਚ ਵਿੱਚ ਇੱਕ ਜਵਾਨ ਯਹੂਦੀ ਰਿਹਾ ਕਰਦਾ ਸੀ ਜਿਹੜਾ ਨਜ਼ਮਾਂ ਲਿਖਦਾ ਸੀ ਅਤੇ ਇੱਕ ਦਿਨ ਉਹਨੇ ਇਹ ਲਿਖਿਆ, ਕਤਲ ਹੋਏ ਨੇ ਮਾਸੂਮ ਜਿਹੜੇ ਸੁਰਜੀਤ ਕਰੇਗਾ ਸੱਚ ਉਹਨਾਂ ਨੂੰ। ਉਹਨੂੰ ਵੀ ਪੁਲਿਸ ਨੇ ਮਾਰ ਦਿੱਤਾ ਉੱਥੇ ਕੇਰਚ ਵਿੱਚ ਹੀ, ਪਰ ਮਹੱਤਤਾ ਇਸ ਗੱਲ ਦੀ ਨਹੀਂ। ਉਹ ਸੱਚ ਨੂੰ ਸਮਝਦਾ ਸੀ ਅਤੇ ਲੋਕਾਂ ਵਿੱਚ ਇਹਦੇ ਬੀਜ ਬੀਜੇ। ਤੂੰ ਵੀ ਉਹਨਾਂ ਮਾਸੂਮਾਂ ਵਿੱਚੋਂ ਇੱਕ ਹੈ। ਪਰ ਹੁਣ ਮੈਂ ਖੁੱਲ੍ਹ ਕੇ ਗੱਲ ਕਰਦੀ ਵਾਂ, ਮਾਂ ਨੇ ਗੱਲ ਜਾਰੀ ਰੱਖੀ। ਮੈਂ ਖੁੱਲ੍ਹ ਕੇ ਗੱਲ ਕਰਦੀ ਵਾਂ ਤੇ ਆਪਣੀ ਗੱਲ ਸੁਣਦੀ ਵਾਂ ਅਤੇ ਮੈਨੂੰ ਆਪਣੇ ਕੰਨਾਂ ਉੱਤੇ ਔਖੇ ਹੀ ਇਤਬਾਰ ਆਉਂਦਾ ਹੈ। ਸਾਰੀ ਉਮਰ ਮੈਂ ਇੱਕੋ ਗੱਲ ਬਾਰੇ ਸੋਚਦੀ ਰਹੀ, ਹਰ ਨਵੇਂ ਦਿਨ ਤੋਂ ਕਿਵੇਂ ਖਹਿੜਾ ਛੁਡਾਇਆ ਜਾਵੇ, ਕਿਵੇਂ ਕਿਸੇ ਦੀ ਨਿਗਾਹ ਵਿੱਚ ਆਏ ਬਿਨਾਂ ਜੀਵਿਆ ਜਾਵੇ ਤਾਂ ਜੋ ਕੋਈ ਮੈਨੂੰ ਹੱਥ ਨਾ ਲਾਵੇ। ਪਰ ਹੁਣ ਮੇਰਾ ਮਨ ਹੋਰਨਾਂ ਬਾਰੇ ਸੋਚਾਂ ਨਾਲ ਭਰਿਆ ਹੋਇਆ ਹੈ। ਹੋ ਸਕਦਾ ਮੈਨੂੰ ਤੁਹਾਡੇ ਕਾਜ ਦੀ ਸਮਝ ਨਾ ਹੋਵੇ, ਪਰ ਤੁਸੀਂ ਸਾਰੇ ਮੈਨੂੰ ਪਿਆਰੇ ਲੱਗਦੇ ਹੋ। ਮੈਂ ਤੁਹਾਡੇ ਸਾਰਿਆਂ ਲਈ ਮਹਿਸੂਸ ਕਰਦੀ ਵਾਂ ਤੇ ਚਾਹੁੰਦੀ ਵਾਂ ਕਿ ਤੁਸੀਂ ਸਾਰੇ ਖੁਸ਼ ਰਹੋ, ਖਾਸ ਤੌਰ ਤੇ ਤੂੰ ਆਂਦਰੀਓਸ਼ਾ। ਉਹ ਉਹਦੇ ਕੋਲ ਆਇਆ। ਸ਼ੁਕਰੀਆ, ਉਹਨੇ ਕਿਹਾ। ਉਹਨੇ ਮਾਂ ਦਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਇਹਨੂੰ ਜ਼ੋਰ ਦੀ ਘੁੱਟਿਆ, ਇਹਨੂੰ ਹਿਲਾਇਆ, ਫਿਰ ਕਾਹਲ ਨਾਲ ਮੁੜਿਆ। ਆਪਣੇ ਜਜ਼ਬਿਆਂ ਦੀ ਝੰਬੀ ਮਾਂ ਹੌਲੀ-ਹੌਲੀ ਅਤੇ ਚੁੱਪਚਾਪ ਗਲਾਸ ਧੋਂਦੀ ਹੋਈ ਆਪਣੇ ਦਿਲ ਨੂੰ ਬਲ ਦਿੰਦੀ ਅਤੇ ਨਿੱਘ ਬਖਸ਼ਦੀ ਖੁਸ਼ੀ ਵਿੱਚ ਮਗਨ ਰਹੀ। ਨੈਨਕੋ, ਤੂੰ ਵੈਸਵੋ ਸਚੀਕੋਵ ਨੂੰ ਵੀ ਥੋੜਾ ਪਿਆਰ ਦਿਆ ਕਰ, ਖਖੋਲ ਨੇ ਕਮਰੇ ਵਿੱਚ ਟਹਿਲਦੇ ਹੋਏ ਕਿਹਾ। ਉਹਦਾ ਪਿਓ ਜੇਲ੍ਹ ਵਿੱਚ ਹੈ, ਨਿਕੰਮਾ ਬੁੱਢਾ। ਜਦੋਂ ਕਦੇ ਬਾਰੀ ਵਿੱਚੋਂ ਨਿਕੋਲਾਈ ਦੀ ਨਜ਼ਰ ਪੈਂਦਾ ਹੈ, ਉਹ ਗਾਲਾਂ ਕੱਢਣ ਲੱਗ ਪੈਂਦਾ ਹੈ। ਅਜਿਹਾ ਕਰਨਾ ਮਾੜੀ ਗੱਲ ਹੈ। ਨਿਕੋਲਾਈ ਦਿਆਲ ਸੁਭਾਅ ਦਾ ਹੈ। ਉਹ ਕੁੱਤਿਆਂ, ਚੂਹਿਆਂ ਤੇ ਸਭ ਤਰ੍ਹਾਂ ਦੇ ਜਾਨਵਰਾਂ ਨੂੰ ਪਿਆਰ ਕਰਦਾ ਹੈ, ਪਰ ਉਹ ਲੋਕਾਂ ਨੂੰ ਨਫ਼ਰਤ ਕਰਦਾ ਹੈ। ਜਰਾ ਵੇਖ ਮਨੁੱਖ ਕਿਹੋ ਜਿਹਾ ਬਣ ਸਕਦਾ ਹੈ। ਉਹਦੀ ਮਾਂ ਹੈ ਨਹੀਂ, ਉਹਦਾ ਪਿਓ ਚੋਰ ਤੇ ਪਿਅੱਕੜ, ਮਾਂ ਨੇ ਸੋਚਦੇ ਹੋਏ ਕਿਹਾ। ਜਦੋਂ ਆਂਦਰੇਈ ਸੌਣ ਲਈ ਗਿਆ ਤਾਂ ਮਾਂ ਨੇ ਚੋਰੀ-ਚੋਰੀ ਉਹਦੇ ਉੱਤੇ ਸਲੀਪ ਦਾ ਨਿਸ਼ਾਨ ਬਣਾਇਆ ਅਤੇ ਜਦੋਂ ਉਹਨੂੰ ਬਿਸਤਰੇ ਵਿੱਚ ਲੇਟਿਆ ਅੱਧਾ ਘੰਟਾ ਹੋ ਗਿਆ ਸੀ ਤਾਂ ਮਾਂ ਨੇ ਸਹਿਜ ਨਾਲ ਪੁੱਛਿਆ, ਸੌਂ ਗਿਆ ਆਂਦਰੀਓਸ਼ਾ? ਨਹੀਂ, ਕਿਉਂ? ਸ਼ੁਭ ਰਾਤਰੀ। ਸ਼ੁਕਰੀਆ ਨੈਨਕੋ, ਸ਼ੁਕਰੀਆ, ਉਹਨੇ ਸ਼ੁਕਰਾਨੇ ਨਾਲ ਕਿਹਾ। ਅੰਕ 17। ਅਗਲੇ ਦਿਨ ਜਦੋਂ ਪੈਲਾਗੀਆ ਕਾਰਖਾਨੇ ਦੇ ਗੇਟ ਉੱਤੇ ਆਈ ਤਾਂ ਸੰਤਰੀਆਂ ਨੇ ਉਹਨੂੰ ਬਦਤਮੀਜ਼ੀ ਨਾਲ ਰੋਕ ਲਿਆ। ਉਹਨੂੰ ਆਪਣੀਆਂ ਟੋਕਰੀਆਂ ਭੂੰਜੇ ਰੱਖਣ ਦਾ ਹੁਕਮ ਦਿੱਤਾ ਤੇ ਪੂਰੀ ਤਰ੍ਹਾਂ ਤਲਾਸ਼ੀ ਲਈ। ਸਭ ਕੁਝ ਠੰਡਾ ਹੋ ਜਾਏਗਾ। ਜਦੋਂ ਉਹਦੇ ਕੱਪੜੇ ਖਰਵੇ ਢੰਗ ਨਾਲ ਢੋ ਰਹੇ ਸਨ ਤਾਂ ਮਾਂ ਨੇ ਰੋਸ ਪ੍ਰਗਟ ਕੀਤਾ। ਬਕਵਾਸ ਬੰਦ ਕਰ, ਸੰਤਰੀ ਭਬਕਿਆ। ਮੈਂ ਜੋ ਤੈਨੂੰ ਕਿਹਾ ਉਹ ਜੰਗਲੇ ਦੇ ਉੱਪਰੋਂ ਸੁੱਟਦੇ ਨੇ, ਇੱਕ ਹੋਰ ਸੰਤਰੀ ਨੇ ਮਾਂ ਨੂੰ ਮੋਢੇ ਤੇ ਹੌਲੇ ਜਿਹੇ ਧੱਕਾ ਦਿੰਦੇ ਹੋਏ ਕਿਹਾ। ਜਦੋਂ ਕਾਰਖਾਨੇ ਦੇ ਹਾਤੇ ਵਿੱਚ ਦਾਖਲ ਹੋਈ ਤਾਂ ਸਭ ਤੋਂ ਪਹਿਲਾਂ ਬੁੱਢਾ ਸੰਜੋਗ ਉਹਦੇ ਵੱਲ ਆਇਆ। ਤੂੰ ਕੁਝ ਸੁਣਿਆ ਮਾਂ? ਉਹਨੇ ਆਲੇ ਦੁਆਲੇ ਨਿਗਾਹ ਮਾਰ ਕੇ ਹੌਲੀ ਜਿਹੀ ਕਿਹਾ। ਕੀ? ਉਹ ਇਸ਼ਤਿਹਾਰ? ਉਹ ਫੇਰ ਆ ਗਏ ਨੇ। ਹਰ ਥਾਂ ਸੁੱਟੇ ਪਏ ਸਨ, ਰੋਟੀ ਉੱਤੇ ਛਿੜਕੇ ਲੂਣ ਵਾਂਗ। ਲੈ ਲੈਣ ਤਲਾਸ਼ੀਆਂ ਤੇ ਕਰ ਲੈਣ ਗ੍ਰਿਫਤਾਰੀਆਂ। ਉਹਨਾਂ ਮੇਰੇ ਭਨੇਵੇਂ ਮਾਜੀਨ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਹੈ, ਪਰ ਕਾਹਦੇ ਲਈ? ਉਹ ਤੇਰੇ ਪੁੱਤਰ ਨੂੰ ਵੀ ਲੈ ਗਏ, ਪਰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਉਹਨਾਂ ਦਾ ਕੰਮ ਨਹੀਂ ਸੀ। ਉਹਨੇ ਆਪਣੀ ਦਾੜੀ ਫੜ ਲਈ ਅਤੇ ਮਾਂ ਵੱਲ ਵੇਖਿਆ ਤੇ ਉਸ ਤੋਂ ਵਿਦਿਆ ਹੁੰਦਿਆਂ ਬੋਲਿਆ, ਤੂੰ ਮੈਨੂੰ ਮਿਲਣ ਕਿਉਂ ਨਹੀਂ ਆਉਂਦੀ? ਇਕੱਲੀ ਨੂੰ ਤੈਨੂੰ ਜ਼ਰੂਰ ਇਕਲਾਪਾ ਲੱਗਦਾ ਹੋਣਾ ਹੈ। ਮਾਂ ਨੇ ਉਹਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਮਾਲ ਦਾ ਹੋਕਾ ਦੇਣ ਲੱਗ ਪਈ। ਉਹਨੇ ਕਾਰਖਾਨੇ ਵਿੱਚ ਅਸਾਧਾਰਨ ਹਿਲ ਜੁਲ ਵੱਲ ਧਿਆਨ ਦਿੱਤਾ। ਸਾਰੇ ਉਤੇਜਿਤ ਸਨ।
ਕਿਰਤੀ ਟੋਲੀਆਂ ਵਿੱਚ ਇਕੱਠੇ ਹੁੰਦੇ, ਫਿਰ ਖਿੰਡ ਜਾਂਦੇ, ਨੱਠਦੇ ਹੋਏ ਇੱਕ ਖਾਤੇ ਤੋਂ ਦੂਜੇ ਖਾਤੇ ਜਾਂਦੇ। ਇਸ ਦੁਹਾਕੀ ਹਵਾ ਵਿੱਚ ਉਹਨੂੰ ਕੁਝ ਟਹਿਕਦਾ ਅਤੇ ਬਹਾਦਰ ਭਾਸਿਆ। ਕਦੀ-ਕਦੀ ਕਾਟਵੀਆਂ ਟਿਚਕਰਾਂ ਅਤੇ ਹੱਲਾਸ਼ੇਰੀ ਦੇ ਨਾਅਰੇ ਸੁਣਾਈ ਦਿੰਦੇ। ਵਡੇਰੀ ਉਮਰ ਦੇ ਕਿਰਤੀ ਚੋਰੀ-ਚੋਰੀ ਮੁਸਕਰਾਉਂਦੇ, ਮਾਲਕ ਚਿੰਤਾ ਭਰੇ ਮੂੰਹ ਲਈ ਲੰਘਦੇ। ਪੁਲਸੀਏ ਇੱਧਰ-ਉੱਧਰ ਦੌੜਦੇ ਅਤੇ ਜਦੋਂ ਕਿਰਤੀਆਂ ਦੀਆਂ ਟੋਲੀਆਂ ਉਹਨਾਂ ਨੂੰ ਵੇਖਦੀਆਂ ਤਾਂ ਟਹਿਲਦੇ ਹੋਏ ਉੱਥੋਂ ਚਲੇ ਜਾਂਦੇ ਜਾਂ ਗੱਲਾਂ ਬੰਦ ਕਰ ਦਿੰਦੇ ਅਤੇ ਚੁੱਪਚਾਪ ਆਪਣੀਆਂ ਅੱਖਾਂ ਗੁੱਸੇ ਹੋਏ, ਛਿੱਥੇ ਹੋਏ ਮੂੰਹ ਉੱਤੇ ਗੱਡ ਦਿੰਦੇ। ਕਿਰਤੀਆਂ ਦੇ ਮੂੰਹ ਧੋਤੇ ਜਾਪਦੇ ਸਨ। ਲੰਮਾ ਵਡੇਰਾ ਗੁਸੇਵ ਉਹਦੀ ਨਜ਼ਰੀ ਪਿਆ। ਉਹਦਾ ਹੱਸਦਾ ਭਰਾ ਉਹਦੀ ਪੈੜ ਦਬਦਾ ਟੁਰਿਆ ਆਉਂਦਾ ਸੀ। ਤਰਖਾਨੇ ਖਾਤੇ ਦਾ ਫੋਰਮੈਨ ਵਾਵੀਲੋਵ ਤੇ ਟਾਈਮਕੀਪਰ ਈਸਾਈ ਹੌਲੀ-ਹੌਲੀ ਟੁਰਦੇ ਲੰਘੇ। ਛੀਟਕੇ ਜਿਹੇ ਟਾਈਮਕੀਪਰ ਨੇ ਆਪਣਾ ਸਿਰ ਉੱਪਰ ਚੁੱਕਿਆ ਹੋਇਆ ਤੇ ਇੱਕ ਪਾਸੇ ਮੋੜਿਆ ਹੋਇਆ ਸੀ ਤਾਂ ਜੋ ਉਹ ਚੱਪੜ-ਚੱਪੜ ਗੱਲਾਂ ਕਰਦਾ ਆਪਣੀਆਂ ਰੱਸੀਆਂ ਜਿਹੀ ਦਾੜੀ ਹਿਲਾਉਂਦਾ ਫੋਰਮੈਨ ਦਾ ਕਰੜਾ ਅਤੇ ਹੈਂਕੜੀ ਮੂੰਹ ਚੰਗੀ ਤਰ੍ਹਾਂ ਵੇਖ ਸਕੇ। ਇਵਾਨ ਇਵਾਨੋਵਿਚ, ਉਹਨਾਂ ਤਾਂ ਇਹ ਮਖੌਲ ਹੀ ਬਣਾ ਲਿਆ। ਜਾਪਦਾ ਇਹਦੇ ਵਿੱਚ ਉਹਨਾਂ ਨੂੰ ਸਵਾਦ ਆਉਂਦਾ, ਭਾਵੇਂ ਕਿ ਜਿਵੇਂ ਸਤਿਕਾਰੇ ਡਾਇਰੈਕਟਰ ਨੇ ਕਿਹਾ ਸੀ, ਇਹਦਾ ਮਤਲਬ ਰਾਜ ਦੀ ਤਬਾਹੀ ਹੈ। ਗੋਡੀ ਨਾਲ ਕੰਮ ਨਹੀਂ ਬਣਨਾ, ਸਭ ਕੁਝ ਹਲ ਵਾ ਕੇ ਦੱਬ ਦੇਣ ਦੀ ਲੋੜ ਹੈ। ਵਾਵੀਲੋਵ ਆਪਣੇ ਹੱਥ ਪਿੱਠ ਪਿੱਛੇ ਕਰੀ ਚੱਲਦਾ ਗਿਆ। ਉਹਨੇ ਘੁੱਟ ਕੇ ਆਪਣੀਆਂ ਉਂਗਲਾਂ ਦੀ ਕੰਘੀ ਪਾਈ ਹੋਈ ਸੀ। ਕੁੱਤੀ ਦਿਆ ਪੁੱਤਰਾ, ਕਰੀ ਜਾ ਕੰਮ ਤੇ ਛਾਪ ਜੋ ਤੇਰਾ ਜੀ ਕਰੇ, ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਪਰ ਮੇਰੀ ਬਾਬਤ ਕੁਸਕੀ ਵੀ ਨਾ। ਵਾਸੀਲੀ ਗੁਸੇਵ ਮਾਂ ਕੋਲ ਆਇਆ। ਮਾਂ, ਮੇਰਾ ਖਿਆਲ ਹੈ ਮੈਂ ਤੇਰਾ ਖਾਣਾ ਇੱਕ ਵਾਰ ਫਿਰ ਖਾਵਾਂਗਾ, ਤੇਰਾ ਖਾਣਾ ਚੰਗਾ ਏ, ਉਹਨੇ ਕਿਹਾ। ਆਪਣੀ ਆਵਾਜ਼ ਨੀਵੀਂ ਕਰਕੇ ਤੇ ਅੱਖਾਂ ਸੰਗੋੜ ਕੇ ਉਹਨੇ ਵਾਅਦਾ ਕੀਤਾ, ਐਨ ਉਹ ਜਿਸ ਦੀ ਸਾਨੂੰ ਲੋੜ ਸੀ, ਸੋਹਣਾ ਕੰਮ ਹੈ ਮਾਂ। ਮਾਂ ਨੇ ਪਿਆਰ ਨਾਲ ਸਿਰ ਹਿਲਾਇਆ। ਉਹਨੂੰ ਇਸ ਗੱਲ ਤੇ ਖੁਸ਼ੀ ਸੀ ਕਿ ਇਹ ਬੰਦਾ ਜਿਹੜਾ ਸਾਡੀ ਬਸਤੀ ਵਿੱਚ ਸਭ ਤੋਂ ਵੱਡਾ ਖਰੂਦੀ ਸਮਝਿਆ ਜਾਂਦਾ ਸੀ, ਉਹਦੇ ਨਾਲ ਸਤਿਕਾਰ ਨਾਲ ਗੱਲ ਕਰ ਰਿਹਾ ਸੀ। ਉਹ ਕਾਰਖਾਨੇ ਵਿੱਚ ਫੈਲੇ ਜੋਸ਼ ਤੇ ਵੀ ਖੁਸ਼ ਸੀ ਅਤੇ ਸੋਚਦੀ ਰਹੀ, ਜੇ ਮੈਂ ਨਾ ਹੁੰਦੀ। 3 ਅਣਸਿੱਖੇ ਮਜ਼ਦੂਰ ਮਾਂ ਤੋਂ ਥੋੜੀ ਦੂਰ ਰੁਕੇ। ਕਿਧਰੇ ਵੀ ਨਹੀਂ ਲੱਭਾ। ਉਹਨਾਂ ਵਿੱਚੋਂ ਇੱਕ ਨੇ ਪੋਲੇ ਜਿਹੇ ਅਫਸੋਸ ਢੰਗ ਨਾਲ ਕਿਹਾ, ਮੈਂ ਸੁਣਨਾ ਚਾਹੁੰਦਾ ਇਹਦੇ ਵਿੱਚ ਕੀ ਹੈ। ਮੈਨੂੰ ਆਪ ਤਾਂ ਪੜ੍ਹਨਾ ਨਹੀਂ ਆਉਂਦਾ, ਪਰ ਇਹ ਸਾਫ਼ ਹੈ ਤੀਰ ਨਿਸ਼ਾਨੇ ਉੱਤੇ ਲੱਗਾ। ਇੱਕ ਹੋਰ ਨੇ ਕਿਹਾ, ਚਲੋ ਬੈਲਰ ਕਮਰੇ ਵਿੱਚ ਚੱਲੀਏ। ਤੀਜੇ ਨੇ ਆਲੇ ਦੁਆਲੇ ਵੇਖਦੇ ਹੋਏ ਕਿਹਾ। ਗੁਸੇਵ ਨੇ ਮਾਂ ਵੱਲ ਵੇਖ ਕੇ ਅੱਖ ਮਾਰੀ। ਵੇਖਣੀ ਏ ਕੀ ਪਿਆ ਹੁੰਦਾ, ਉਹਨੇ ਕਿਹਾ। ਪੈਲਾਗੀਆਂ ਬੜੇ ਚੰਗੇ ਰੋਹ ਵਿੱਚ ਘਰ ਮੁੜੀ। ਲੋਕਾਂ ਨੂੰ ਅਫਸੋਸ ਹੈ ਕਿ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਉਹਨੇ ਆਂਦਰੇਈ ਨੂੰ ਕਿਹਾ। ਜਦੋਂ ਮੈਂ ਜਵਾਨ ਸਾਂ ਤਾਂ ਮੈਨੂੰ ਪੜ੍ਹਨਾ ਆਉਂਦਾ ਸੀ, ਪਰ ਮੈਂ ਭੁੱਲ ਗਈ ਵਾਂ। ਸਿੱਖ ਕਿਉਂ ਨਹੀਂ ਲੈਂਦੀ? ਮੇਰੀ ਉਮਰ ਹੈ ਬਸ ਆਪਣੇ ਆਪ ਦਾ ਮੌਜੂ ਬਣਾਉਣ ਲਈ। ਪਰ ਆਂਦਰੇਈ ਨੇ ਫੱਟੇ ਤੋਂ ਇੱਕ ਕਿਤਾਬ ਚੁੱਕੀ ਅਤੇ ਜਿਲਦ ਉੱਤੇ ਇੱਕ ਅੱਖਰ ਵੱਲ ਇਸ਼ਾਰਾ ਕੀਤਾ। ਇਹ ਕੀ ਏ? ਉਹਨੇ ਪੁੱਛਿਆ। ਆਰ, ਮਾਂ ਨੇ ਮੁਸਕਰਾ ਕੇ ਜਵਾਬ ਦਿੱਤਾ। ਅਤੇ ਇਹ ਉਹ ਕਾਲੀ ਵੀ ਪੈ ਰਹੀ ਸੀ ਅਤੇ ਖਿਜੀ ਹੋਈ ਵੀ ਸੀ। ਉਹਨੂੰ ਇਉਂ ਜਾਪਿਆ ਕਿ ਚੋਰੀ-ਚੋਰੀ ਆਂਦਰੇਈ ਦੀਆਂ ਅੱਖਾਂ ਉਹਦਾ ਠੱਠਾ ਉਡਾ ਰਹੀਆਂ ਹਨ ਅਤੇ ਉਹ ਉਹਦੇ ਨਾਲ ਅੱਖ ਮਿਲਾਉਣੋਂ ਕਤਰਾਉਂਦੀ। ਪਰ ਉਹਦੀ ਆਵਾਜ਼ ਨਰਮ ਅਤੇ ਸ਼ਾਂਤ ਸੀ ਅਤੇ ਉਹਦਾ ਮੂੰਹ ਗੰਭੀਰ ਸੀ। ਕੀ ਤੂੰ ਸੱਚਮੁੱਚ ਮੈਨੂੰ ਪੜ੍ਹਾਉਣ ਦੀ ਸੋਚ ਰਿਹਾ ਆਂਦਰੀਉਸ਼ਾ? ਉਹਨੇ ਨਿੱਕਾ ਜਿਹਾ ਆਪ ਮੁਹਾਰਾ ਹਾਸਾ ਹੱਸ ਕੇ ਕਿਹਾ। ਕਿਉਂ ਨਹੀਂ, ਉਹਨੇ ਜਵਾਬ ਦਿੱਤਾ। ਜੇ ਤੈਨੂੰ ਜਾਂਚ ਆਉਂਦੀ ਸੀ ਤਾਂ ਇਹ ਸੌਖਿਆਂ ਹੀ ਮੁੜ ਆਵੇਗੀ। ਜਿਵੇਂ ਅਖਾਣ ਨੇ, ਯਤਨ ਕਰਨ ਨਾਲ ਕੁਝ ਨਹੀਂ ਵਿਗੜਦਾ। ਪਰ ਇੱਕ ਹੋਰ ਅਖਾਣ ਵੀ ਤਾਂ ਹੈ, ਤੁਸੀਂ ਪਵਿੱਤਰ ਮੂਰਤੀ ਵੱਲ ਤੱਕ ਕੇ ਸੰਤ ਨਹੀਂ ਬਣ ਸਕਦੇ। ਖਗੋਲ ਨੇ ਸਿਰ ਹਿਲਾਇਆ। ਅਖਾਣ ਤਾਂ ਅਨੇਕਾਂ ਨੇ। ਮਿਸਾਲ ਵਜੋਂ ਜਿੰਨਾ ਘੱਟ ਤੁਹਾਡਾ ਗਿਆਨ ਹੋਵੇਗਾ, ਓਨੀ ਸੋਹਣੀ ਨੀਂਦ ਤੁਸੀਂ ਸੌਵੋਗੇ। ਪਰ ਇਹ ਤਾਂ ਬਸ ਢਿੱਡ ਦਾ ਹੀ ਵਿਚਾਰ ਹੈ। ਰੂਹ ਨੂੰ ਅਜਿਹੇ ਢੰਗ ਨਾਲ ਜੋਤ ਲੈਣਾ ਤਾਂ ਜੋ ਇਹਨੂੰ ਵਧੇਰੇ ਸੌਖੀ ਤਰ੍ਹਾਂ ਹੱਕਿਆ ਜਾ ਸਕੇ। ਇਹ ਕਿਹੜਾ ਅੱਖਰ ਹੈ? ਐਲ, ਮਾਂ ਨੇ ਕਿਹਾ। ਖੂਬ, ਜਰਾ ਵੇਖ ਇਹ ਅੱਖਰ ਕਿੰਨੇ ਖਿਲਰੇ ਹੋਏ ਨੇ। ਤੇ ਇਹ, ਉਹਨੇ ਭੁੱਲੇ ਅੱਖਰ ਚੇਤੇ ਕਰਨ ਲਈ ਆਪਣੀਆਂ ਅੱਖਾਂ ਤੇ ਜ਼ੋਰ ਪਾਇਆ ਤੇ ਔਖ ਕਾਰਨ ਮੱਥੇ ਤੇ ਵੱਟ ਪਾਏ ਅਤੇ ਅਣਜਾਣੇ ਹੀ ਆਪਣੇ ਆਪ ਨੂੰ ਆਪਣੇ ਯਤਨਾਂ ਦੀ ਪਕੜ ਦੇ ਹਵਾਲੇ ਕਰਦੇ ਹੋਏ ਉਹ ਆਪਣੀਆਂ ਸਾਰੀਆਂ ਮੁਸ਼ਕਲਾਂ ਭੁੱਲ ਗਈ। ਪਰ ਛੇਤੀ ਹੀ ਉਹਦੀਆਂ ਅੱਖਾਂ ਥੱਕ ਗਈਆਂ, ਪਹਿਲਾਂ ਥਕਾਵਟ ਨਾਲ ਅਤੇ ਫਿਰ ਘੋਰ ਨਾਉਮੀਦੀ ਨਾਲ। ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ। ਪੜ੍ਹਨਾ ਪਈ ਸਿੱਖਦੀ ਏ, ਉਹ ਬਸੁੰਗਰੀ 40 ਦੀ ਹੋ ਗਈ ਹੈ ਤੇ ABC ਸਿੱਖਦੀ ਪਈ ਵਾਂ। ਰੋ ਨਾ, ਖਗੋਲ ਨੇ ਸਨੇਹ ਨਾਲ ਨਿੰਮੀ ਆਵਾਜ਼ ਵਿੱਚ ਕਿਹਾ। ਤੂੰ ਆਪਣੀ ਜ਼ਿੰਦਗੀ ਆਪ ਤਾਂ ਚੁਣ ਨਹੀਂ ਸਹਿ ਸਕਦੀ, ਪਰ ਘੱਟੋ ਘੱਟ ਤੂੰ ਇੰਨਾ ਤਾਂ ਮਹਿਸੂਸ ਕਰ ਲਿਆ ਕਿ ਇਹ ਕਿੰਨੀ ਚੰਦਰੀ ਸੀ। ਜੇ ਉਹ ਕਰ ਸਕਦੇ ਤਾਂ ਹਜ਼ਾਰਾਂ ਲੋਕ ਚੰਗੇਰੀ ਤਰ੍ਹਾਂ ਜਿਉਂਦੇ, ਪਰ ਉਹ ਜਾਨਵਰਾਂ ਵਾਂਗ ਜੀਂਦੇ ਜਾ ਰਹੇ ਹਨ ਤੇ ਇੱਥੋਂ ਤੱਕ ਫੜ ਮਾਰਦੇ ਨੇ ਕਿ ਇਹ ਸ਼ਾਨਦਾਰ ਹੈ।
ਅੱਜ ਇੱਕ ਜਣਾ ਕੰਮ ਕਰਦਾ ਤੇ ਖਾਂਦਾ ਹੈ ਤੇ ਭਲਕੇ ਵੀ ਕੰਮ ਕਰਦਾ ਤੇ ਖਾਂਦਾ ਹੈ ਤੇ ਆਪਣੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰ ਦਿੰਦਾ ਹੈ, ਬਸ ਕੰਮ ਕਰਦਾ ਤੇ ਰੋਟੀ ਖਾਂਦਾ ਹੈ। ਇਹਦੇ ਵਿੱਚ ਸ਼ਾਨਦਾਰ ਗੱਲ ਕਿਹੜੀ ਏ? ਵਿੱਚ ਉਹ ਬੱਚੇ ਪੈਦਾ ਕਰ ਲੈਂਦੇ ਤੇ ਉਹ ਉਹਦਾ ਮਨ ਪਰਚਾਉਂਦੇ ਨੇ, ਇੱਥੋਂ ਤੱਕ ਕਿ ਉਹ ਖਾਣ ਲਈ ਬਹੁਤ ਜ਼ਿਆਦਾ ਮੰਗਣ ਲੱਗ ਪੈਂਦੇ ਨੇ। ਫਿਰ ਉਹ ਗੁੱਸੇ ਹੋ ਜਾਂਦੇ ਤੇ ਉਹਨਾਂ ਨੂੰ ਗਾਲਾਂ ਕੱਢਦੇ, ਛੇਤੀ ਛੇਤੀ ਵੱਡੇ ਹੋ ਜਾਓ, ਨਿੱਕੇ ਪੇਟੂਓ, ਤੁਹਾਡੇ ਕੰਮ ਕਰਨ ਦਾ ਵੇਲਾ ਆ ਗਿਆ ਹੈ। ਉਹ ਆਪਣੇ ਬੱਚਿਆਂ ਨੂੰ ਪਾਲਤੂ ਜਾਨਵਰਾਂ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ, ਪਰ ਉਹ ਆਪਣੇ ਢਿੱਡ ਭਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਆਪਣੀ ਜ਼ਿੰਦਗੀ ਨੂੰ ਰਬੜ ਦੇ ਕਿਸੇ ਟੋਟੇ ਵਾਂਗ ਖਿੱਚਦੇ ਹੋਏ। ਕੇਵਲ ਉਹ ਲੋਕ ਮਨੁੱਖ ਖਵਾਉਣ ਯੋਗ ਨੇ ਜਿਹੜੇ ਮਨੁੱਖ ਦਾ ਮਨ ਆਜ਼ਾਦ ਕਰਨ ਲਈ ਕੰਮ ਕਰਦੇ ਨੇ, ਤੇ ਤੂੰ ਵੀ ਜਿੱਥੋਂ ਤੱਕ ਤੇਥੋਂ ਹੋ ਸਕਦਾ ਹੁਣ ਇਹੋ ਕਰ ਰਹੀ ਏ। ਮੈਂ ਉਹਨੇ ਛਟਿਆਉਣ ਦੇ ਢੰਗ ਨਾਲ ਸਾਹ ਲਿਆ। ਮੈਂ ਕੀ ਕਰ ਸਕਦੀ ਵਾਂ? ਇੰਜ ਨਾ ਕਹਿ, ਅਸੀਂ ਮੀਂਹ ਵਾਂਗ ਹਾਂ ਜਿਸ ਦੀ ਹਰ ਕਣੀ ਬੀਆਂ ਨੂੰ ਪਾਣੀ ਦਿੰਦੀ ਏ, ਤੇ ਜਦੋਂ ਤੂੰ ਪੜ੍ਹਨਾ ਸ਼ੁਰੂ ਕਰ ਦੇਵੇਂਗੀ। ਉਹਨੇ ਹੱਸ ਕੇ ਆਪਣੀ ਗੱਲ ਟੋਕ ਦਿੱਤੀ, ਉੱਠਿਆ ਤੇ ਫਰਸ਼ ਉੱਤੇ ਚੱਕਰ ਕੱਟਣ ਲੱਗ ਪਿਆ। ਤੈਨੂੰ ਸਿੱਖਣਾ ਹੀ ਪਵੇਗਾ, ਛੇਤੀ ਪਾਵੇਲ ਵੀ ਘਰ ਆ ਜਾਵੇਗਾ ਤੇ ਫਿਰ ਉਹ। ਆਹ ਆਂਦਰੀਊਸ਼ਾ, ਮਾਂ ਨੇ ਕਿਹਾ, ਜਵਾਨੀ ਵਿੱਚ ਹਰ ਗੱਲ ਸੌਖੀ ਹੁੰਦੀ ਹੈ, ਪਰ ਜਦੋਂ ਤੁਸੀਂ ਬੁਢੇਰੇ ਹੋ ਜਾਓ ਤਾਂ ਕਿੰਨੀਆਂ ਫਿਕਰਾਂ, ਕਿੰਨਾ ਥੋੜਾ ਬਲ ਅਤੇ ਦਿਮਾਗ ਤਾਂ ਰਹਿੰਦਾ ਹੀ ਨਹੀਂ। ਅੰਕ 18ਵਾਂ। ਉਸ ਸ਼ਾਮ ਜਦੋਂ ਖਖੋਲ ਬਾਹਰ ਗਿਆ ਤਾਂ ਮਾਂ ਨੇ ਲਾਲਟੇਨ ਬਾਲੀ ਅਤੇ ਲੰਮੀ ਜੁਰਾਬ ਉਣਨ ਲੱਗ ਪਈ, ਪਰ ਛੇਤੀ ਹੀ ਉੱਠ ਖੜੀ ਹੋਈ, ਜੱਕੋ ਤੱਕੇ ਵਿੱਚ ਕਮਰੇ ਵਿੱਚ ਘੁੰਮਣ ਲੱਗ ਪਈ। ਰਸੋਈ ਵਿੱਚ ਗਈ, ਦਰਵਾਜ਼ੇ ਨੂੰ ਜੰਦਰਾ ਲਾਇਆ ਤੇ ਵਾਪਸ ਆਈ ਤਾਂ ਉਹਦੇ ਭਰਵੱਟੇ ਫਰਕ ਰਹੇ ਸਨ। ਬਾਰੀਆਂ ਅੱਗੇ ਪਰਦੇ ਖਿੱਚ ਕੇ ਉਹਨੇ ਫੱਟੇ ਤੋਂ ਇੱਕ ਕਿਤਾਬ ਚੁੱਕੀ ਅਤੇ ਫਿਰ ਮੇਜ਼ ਉੱਤੇ ਬਹਿ ਗਈ। ਇੰਨੀ ਸਾਵਧਾਨੀ ਦੇ ਬਾਵਜੂਦ ਉਹ ਕਿਤਾਬ ਉੱਤੇ ਝੁਕਣ ਤੋਂ ਪਹਿਲਾਂ ਚੋਰੀ ਇੱਧਰ ਉੱਧਰੋਂ ਵੇਖਣੋਂ ਨਾ ਰੁਕ ਸਕੀ ਅਤੇ ਬੁੱਲ ਹਿਲਾਉਣ ਲੱਗ ਪਈ। ਬਾਹਰੋਂ ਆਉਂਦੀ ਹਰ ਆਵਾਜ਼ ਤੇ ਉਹ ਤਰਪਕ ਪੈਂਦੀ, ਕਿਤਾਬ ਆਪਣੇ ਹੱਥਾਂ ਨਾਲ ਕੱਜ ਲੈਂਦੀ ਅਤੇ ਕੰਨ ਲਾ ਕੇ ਸੁਣਦੀ। ਫਿਰ ਉਹ ਅੱਖਾਂ ਝਮਕਦੇ ਹੋਏ ਆਪਣੇ ਆਪ ਬੁੜਬੁੜ ਕਰਨ ਲੱਗ ਪਈ। ਐਲ ਤੋਂ ਲੈਟਰ, ਬੀ ਤੋਂ ਬਾਕਸ। ਕਿਸਨੇ ਬੂਹਾ ਖੜਕਾਇਆ ਅਤੇ ਮਾਂ ਉਛਲ ਪਈ, ਕਿਤਾਬ ਫੱਟੇ ਉੱਤੇ ਰੱਖਦੀ ਹੋਈ। ਕੌਣ ਹੈ? ਉਹਨੇ ਤੌਖਲੇ ਨਾਲ ਪੁੱਛਿਆ। ਮੈਂ ਆ। ਰਿਬਨ ਗੰਭੀਰਤਾ ਨਾਲ ਆਪਣੀ ਦਾੜੀ ਪਲੋਸਦਾ ਅੰਦਰ ਆਇਆ। ਪਹਿਲਾਂ ਕਦੀ ਕੌਣ ਨਹੀਂ ਸੀ ਪੁੱਛਿਆ। ਉਹਨੇ ਕਿਹਾ, ਕੱਲੀ ਏ? ਮੇਰਾ ਖਿਆਲ ਸੀ ਖਖੋਲ ਘਰੇ ਹੋਵੇਗਾ। ਅੱਜ ਉਹਨੂੰ ਵੇਖਿਆ ਸੀ। ਜੇਲ੍ਹ ਨੇ ਉਹਦਾ ਕੁਝ ਵਿਗਾੜਿਆ ਨਹੀਂ ਜਾਪਦਾ। ਉਹ ਬਹਿ ਗਿਆ ਤੇ ਮਾਂ ਵੱਲ ਮੁੜਿਆ। ਆ ਗੱਲਾਂ ਕਰੀਏ। ਉਹਨੇ ਮਾਂ ਵੱਲ ਇੱਕ ਗੰਭੀਰ ਚੋਰ ਤੱਕਣੀ ਨਾਲ ਤੱਕਿਆ, ਜਿਸਨੇ ਉਹਦੇ ਮਨ ਵਿੱਚ ਅਸਪਸ਼ਟ ਤੌਖਲੇ ਜਗਾ ਦਿੱਤੇ। ਸਭ ਕਾਸੇ ਤੇ ਪੈਸੇ ਲੱਗਦੇ ਨੇ। ਉਹਨੇ ਭਾਰੀ ਆਵਾਜ਼ ਵਿੱਚ ਗੱਲ ਸ਼ੁਰੂ ਕੀਤੀ। ਜੰਮਣ ਤੇ ਪੈਸੇ ਲੱਗਦੇ ਨੇ, ਮਰਨ ਤੇ ਪੈਸੇ ਲੱਗਦੇ ਨੇ, ਕਿਤਾਬਾਂ ਤੇ ਇਸ਼ਤਿਹਾਰਾਂ ਉੱਤੇ ਵੀ ਪੈਸੇ ਲੱਗਦੇ ਨੇ। ਤੈਨੂੰ ਪਤਾ ਇਹਨਾਂ ਕਿਤਾਬਾਂ ਲਈ ਪੈਸੇ ਕਿੱਥੋਂ ਆਉਂਦੇ ਨੇ? ਨਹੀਂ, ਮੈਨੂੰ ਨਹੀਂ ਪਤਾ, ਮਾਂ ਨੇ ਪੋਲਾ ਜਿਹਾ ਉੱਤਰ ਦਿੱਤਾ। ਉਹਨੇ ਭਾਸ ਲਿਆ ਸੀ ਕਿ ਕੁਝ ਗੜਬੜ ਹੈ। ਮੈਨੂੰ ਵੀ ਪਤਾ ਨਹੀਂ। ਤੇ ਅਗਲਾ ਸਵਾਲ ਹੈ, ਉਹਨਾਂ ਨੂੰ ਲਿਖਦਾ ਕੌਣ ਹੈ? ਲੋਕ, ਕਿਤਾਬੀ ਇਲਮ ਵਾਲੇ ਲੋਕ। ਸਾਊ ਲੋਕ, ਰਿਬਨ ਨੇ ਕਿਹਾ ਤੇ ਉਹਦਾ ਦੜੀਅਲ ਮੂੰਹ ਕਰੜਾ ਹੋ ਗਿਆ ਅਤੇ ਉਸ ਉੱਤੇ ਗੂੜੀ ਲਾਲੀ ਦੀ ਭਾਂ ਖਿੱਲਰ ਗਈ। ਇਹਦਾ ਮਤਲਬ ਹੈ ਸਾਊ ਲੋਕ ਇਹ ਕਿਤਾਬਾਂ ਲਿਖਦੇ ਨੇ ਤੇ ਇਹਨਾਂ ਨੂੰ ਵੰਡ ਦਿੰਦੇ ਨੇ, ਪਰ ਕਿਤਾਬਾਂ ਤਾਂ ਸਾਊਆਂ ਦੇ ਖਿਲਾਫ ਲਿਖੀਆਂ ਹੁੰਦੀਆਂ ਨੇ। ਹੁਣ ਤੂੰ ਜਰਾ ਕੋਸ਼ਿਸ਼ ਕਰ ਤੇ ਮੈਨੂੰ ਸਮਝਾ ਕਿ ਉਹਨਾਂ ਦੇ ਆਮ ਲੋਕਾਂ ਨੂੰ ਆਪਣੇ ਖਿਲਾਫ ਭੜਕਾਉਣ ਲਈ ਪੈਸੇ ਖਰਚਣ ਵਿੱਚ ਕੀ ਰਾਏ ਹੈ? ਮਾਂ ਨੇ ਇੱਕ ਡਰਿਆ ਹੋਇਆ ਹਟਕੋਰਾ ਲਿਆ ਤੇ ਅੱਖਾਂ ਝਮਕੀਆਂ। ਤੇਰਾ ਕੀ ਖਿਆਲ ਹੈ? ਆਹਾ, ਰੌਬਨ ਨੇ ਰਿੱਛ ਵਾਂਗ ਮੁੜਦੇ ਹੋਏ ਕਿਹਾ। ਤੂੰ ਆਪਣੀ ਹੀ ਲੈ। ਤੇ ਮੈਂ ਵੀ। ਜਿਉਂ ਹੀ ਮੈਨੂੰ ਇਹ ਫੁਰਨਾ ਫੁਰਿਆ, ਸਭ ਕੁਝ ਠੰਡਾ ਠਾਰ ਹੋ ਗਿਆ। ਤੂੰ ਕੁਝ ਪਤਾ ਲਾਇਆ? ਸਭ ਠੱਗੀ ਹੈ, ਰਿਬਨ ਨੇ ਜਵਾਬ ਦਿੱਤਾ। ਮੈਨੂੰ ਜਾਪਦਾ ਅਸੀਂ ਮੁੱਠੇ ਗਏ ਹਾਂ। ਸਬੂਤ ਤਾਂ ਮੇਰੇ ਕੋਲ ਕੋਈ ਹੈ ਨਹੀਂ, ਪਰ ਇਹਦੇ ਵਿੱਚ ਧੋਖਾ ਏ। ਇਹੋ ਤਾਂ ਗੱਲ ਹੈ, ਇਹ ਤੁਹਾਡੇ ਸਾਊ ਲੋਕ ਬੜੇ ਖਚਰੇ ਹੁੰਦੇ ਨੇ। ਮੈਂ ਤਾਂ ਸੱਚ ਭਾਲ ਰਿਹਾ ਤੇ ਹੁਣ ਮੈਂ ਸੱਚ ਲੱਭ ਲਿਆ ਤੇ ਮੈਂ ਸਾਊਆਂ ਦਾ ਹੋਰ ਸਾਥ ਨਹੀਂ ਦੇਣ ਲੱਗਾ। ਜਦੋਂ ਉਹਨਾਂ ਦਾ ਜੀ ਕਰੇਗਾ ਉਹ ਮੈਨੂੰ ਹੇਠਾਂ ਡੇਗ ਦੇਣਗੇ ਤੇ ਮੇਰੇ ਉੱਤੋਂ ਇਉਂ ਲੰਘ ਜਾਣਗੇ ਜਿਵੇਂ ਮੈਂ ਕੋਈ ਪੁੱਲ ਹਾਂ। ਉਹਦੀ ਗੱਲ ਇੱਕ ਬਾਂਕ ਬਣ ਗਈ ਜਿਸਨੇ ਮਾਂ ਦੇ ਦਿਲ ਨੂੰ ਨਪੀੜ ਲਿਆ। ਪਿਆਰੇ ਈਸਾ, ਉਹ ਦੁੱਖ ਨਾਲ ਕੂਕ ਪਈ। ਕੀ ਇਹ ਹੋ ਸਕਦਾ ਹੈ ਕਿ ਪਾਸ਼ਾ ਨੂੰ ਇਸ ਗੱਲ ਦੀ ਸਮਝ ਨਾ ਹੋਵੇ? ਤੇ ਬਾਕੀ ਸਾਰੇ ਜਿਹੜੇ ਉਹਦੀਆਂ ਅੱਖਾਂ ਸਾਹਮਣੇ ਯੈਗੋਰ, ਨਿਕੋਲਾਈ ਇਵਾਨੋਵਿਚ ਅਤੇ ਸਾਸ਼ਾ ਦੇ ਗੰਭੀਰ ਇਮਾਨਦਾਰ ਮੂੰਹ ਲੰਘੇ। ਉਹਦੀ ਨਬਜ਼ ਤਿੱਖੀ ਹੋ ਗਈ। ਨਹੀਂ, ਉਹਨੇ ਨਾ ਵਿੱਚ ਆਪਣਾ ਸਿਰ ਹਿਲਾਉਂਦੇ ਹੋਏ ਕਿਹਾ। ਮੈਂ ਨਹੀਂ ਮੰਨ ਸਕਦੀ। ਉਹ ਲੋਕ ਜ਼ਮੀਰ ਵਾਲੇ ਨੇ। ਕਿੰਨਾਂ ਦੀ ਗੱਲ ਕਰਦੀ ਹੈ? ਰਿਬਨ ਨੇ ਸੋਚਦੇ ਹੋਏ ਕਿਹਾ। ਇਹ ਸਾਰੇ ਹੀ। ਉਹਨਾਂ ਵਿੱਚੋਂ ਇੱਕ ਮੈਂ ਆਪ ਵੇਖਿਆ।
ਮਾਂ, ਤੂੰ ਠੀਕ ਥਾਂ ਨਹੀਂ ਵੇਖ ਰਹੀ, ਜਰਾ ਪਰੇਡੇ ਵੇਖ, ਰਿਬਨ ਨੇ ਸਿਰ ਨੀਵਾਂ ਕਰਕੇ ਕਿਹਾ। ਜਿਹੜਾ ਸਾਡੇ ਨਾਲ ਰਲ ਗਏ ਨੇ, ਸ਼ਾਇਦ ਉਹਨਾਂ ਨੂੰ ਆਪ ਕੁਝ ਪਤਾ ਨਹੀਂ। ਉਹਨਾਂ ਨੂੰ ਯਕੀਨ ਹੈ ਤੇ ਇਹ ਗੱਲ ਚੰਗੀ ਹੈ, ਪਰ ਹੋ ਸਕਦਾ ਉਹਨਾਂ ਦੇ ਪਿੱਛੇ ਹੋਰ ਲੋਕ ਖੜੇ ਹੋਣ, ਅਜਿਹੇ ਲੋਕ ਜਿਹੜੇ ਬਸ ਆਪਣਾ ਹੀ ਭਲਾ ਚਾਹੁੰਦੇ ਨੇ। ਬੰਦਾ ਐਵੇਂ ਹੀ ਆਪਣੇ ਖਿਲਾਫ ਨਹੀਂ ਹੋ ਜਾਂਦਾ। ਫਿਰ ਉਹਨੇ ਕਿਸਾਨ ਦੇ ਜੱਦੀ ਹੱਠ ਨਾਲ ਕਿਹਾ, ਸਾਊਆਂ ਤੋਂ ਕੋਈ ਭਲਾ ਨਹੀਂ ਹੋਣ ਲੱਗਾ, ਤੂੰ ਕੀ ਕਰਨ ਦੀ ਸੋਚ ਰਿਹਾ? ਮਾਂ ਨੇ ਪੁੱਛਿਆ। ਇੱਕ ਵਾਰ ਫਿਰ ਉਹਦੇ ਸ਼ੱਕ ਜਾਗ ਪਏ ਸਨ। ਮੈਂ? ਰਿਬਨ ਨੇ ਉਹਦੇ ਵੱਲ ਵੇਖਿਆ, ਰੁਕਿਆ, ਫਿਰ ਬੋਲਿਆ, ਸਾਨੂੰ ਸਾਊਆਂ ਤੋਂ ਬਚ ਕੇ ਰਹਿਣਾ ਚਾਹੀਦਾ, ਇਹੋ ਤਾਂ ਗੱਲ ਹੈ। ਉਹ ਉਦਾਸ ਅਤੇ ਚੁੱਪ ਸੀ। ਮੇਰਾ ਜੀ ਕਰਦਾ ਸੀ ਮੁੰਡਿਆਂ ਨਾਲ ਰਲ ਜਾਵਾਂ ਤੇ ਉਹਨਾਂ ਦਾ ਸਾਥ ਦੇਵਾਂ। ਮੈਂ ਇਹ ਕੰਮ ਕਰਨ ਜੋਗਾ ਵਾਂ। ਮੈਨੂੰ ਪਤਾ ਹੈ ਲੋਕਾਂ ਨੂੰ ਕੀ ਕਹਿਣਾ ਹੈ, ਪਰ ਹੁਣ ਮੈਂ ਜਾ ਰਿਹਾ। ਮੇਰਾ ਯਕੀਨ ਉੱਡ ਗਿਆ ਤੇ ਇਸੇ ਲਈ ਮੈਨੂੰ ਜਾਣਾ ਪਵੇਗਾ। ਉਹਨੇ ਨੀਵੀਂ ਪਾ ਲਈ ਅਤੇ ਖਿਆਲਾਂ ਵਿੱਚ ਗੁਆਚ ਗਿਆ। ਮੈਂ ਕੱਲ ਮੁਕੱਲਾ ਹੀ ਪਿੰਡਾਂ ਤੇ ਪੇਂਡੂ ਇਲਾਕਿਆਂ ਵਿੱਚ ਜਾਵਾਂਗਾ, ਲੋਕਾਂ ਨੂੰ ਹਲੂਣਾਗਾ। ਇਹ ਲਾਜ਼ਮੀ ਹੈ ਕਿ ਉਹ ਸਾਰਾ ਮਾਮਲਾ ਆਪਣੇ ਹੱਥ ਲੈਣ। ਜਦੋਂ ਉਹਨਾਂ ਨੇ ਇੱਕ ਵਾਰ ਸਮਝ ਲਿਆ, ਉਹ ਰਾਹ ਲੱਭ ਲੈਣਗੇ। ਉਹਨਾਂ ਨੂੰ ਸਮਝਾਉਣਾ ਮੇਰਾ ਕੰਮ ਹੋਵੇਗਾ। ਉਹਨਾਂ ਦੀ ਇੱਕੋ ਇੱਕ ਆਸ ਉਹਨਾਂ ਦੇ ਆਪਣੇ ਵਿੱਚ ਹੈ। ਉਹਨਾਂ ਦੀ ਅਕਲ ਬਸ ਆਪਣੀ ਹੀ ਅਕਲ ਹੈ, ਇਹੋ ਤਾਂ ਗੱਲ ਹੈ। ਮਾਂ ਨੂੰ ਇਸ ਬੰਦੇ ਉੱਤੇ ਤਰਸ ਆਉਣ ਲੱਗ ਪਿਆ ਤੇ ਉਹਦੇ ਲਈ ਡਰਨ ਲੱਗ ਪਈ। ਉਹ ਜਿਹੜਾ ਉਹਨੂੰ ਪਹਿਲਾਂ ਭੈੜਾ ਲੱਗਾ ਸੀ, ਹੁਣ ਪਤਾ ਨਹੀਂ ਕਿਉਂ ਬਹੁਤ ਪਿਆਰਾ ਲੱਗਣ ਲੱਗ ਪਿਆ। ਉਹ ਤੈਨੂੰ ਫੜ ਲੈਣਗੇ, ਮਾਂ ਨੇ ਹੌਲੀ ਜਿਹੇ ਕਿਹਾ। ਰਿਬਨ ਨੇ ਉਹਦੇ ਵੱਲ ਵੇਖਿਆ ਤੇ ਪੋਲੇ ਜਿਹੇ ਜਵਾਬ ਦਿੱਤਾ, ਉਹ ਜ਼ਰੂਰ ਫੜ ਲੈਣਗੇ, ਪਰ ਫਿਰ ਉਹ ਮੈਨੂੰ ਛੱਡ ਦੇਣਗੇ ਤੇ ਮੈਂ ਜਾ ਕੇ ਮੁੱਢੋਂ ਸੁੱਢੋਂ ਫਿਰ ਸ਼ੁਰੂ ਕਰ ਦਿਆਂਗਾ। ਮੁਜ਼ੀਕ ਆਪ ਤੈਨੂੰ ਬੰਨ ਦੇਣਗੇ, ਉਹ ਤੈਨੂੰ ਜੇਲ੍ਹ ਵਿੱਚ ਸੁੱਟ ਦੇਣਗੇ। ਮੈਂ ਆਪਣੀ ਕੈਦ ਕੱਟ ਲਵਾਂਗਾ ਤੇ ਬਾਹਰ ਆ ਜਾਵਾਂਗਾ ਅਤੇ ਫਿਰ ਸ਼ੁਰੂ ਕਰ ਦਿਆਂਗਾ। ਜਿੱਥੋਂ ਤੱਕ ਮੁਜ਼ੀਕਾਂ ਦੀ ਗੱਲ ਹੈ, ਉਹ ਮੈਨੂੰ ਇੱਕ ਵਾਰ, ਦੂਜੀ ਵਾਰ ਅਤੇ ਫਿਰ ਬੰਨਣਗੇ ਤੇ ਫਿਰ ਉਹ ਇਹ ਸਮਝਣ ਲੱਗ ਪੈਣਗੇ ਕਿ ਮੈਨੂੰ ਬੰਨਣ ਨਾਲੋਂ ਮੇਰੀ ਗੱਲ ਸੁਣਨਾ ਚੰਗੇਰਾ ਏ। ਮੈਂ ਕਹਾਂਗਾ ਮੇਰੇ ਉੱਤੇ ਇਤਬਾਰ ਨਾ ਕਰੋ, ਬਸ ਮੇਰੀ ਗੱਲ ਸੁਣੋ, ਤੇ ਜੇ ਸੁਣਨਗੇ ਤਾਂ ਉਹ ਮੇਰੇ ਉੱਤੇ ਇਤਬਾਰ ਕਰ ਲੈਣਗੇ। ਉਹ ਹੌਲੀ ਹੌਲੀ ਬੋਲਿਆ, ਜਿਵੇਂ ਬੋਲਣੋਂ ਪਹਿਲਾਂ ਹਰ ਲਫ਼ਜ਼ ਲਈ ਟੋਰਿਆ ਹੋਵੇ। ਪਿੱਛੇ ਜਿਹੇ ਤੋਂ ਮੈਂ ਬਹੁਤ ਕੁਝ ਵੇਖਿਆ ਏ ਅਤੇ 2-4 ਗੱਲਾਂ ਸਿੱਖ ਵੀ ਲਈਆਂ ਨੇ। ਇਉਂ ਤਾਂ ਤੂੰ ਮਾਰਿਆ ਜਾਵੇਂਗਾ, ਮਿਖਾਇਲੋ ਇਵਾਨੋਵਿਚ, ਮਾਂ ਨੇ ਅਫਸੋਸ ਨਾਲ ਸਿਰ ਹਿਲਾਉਂਦੇ ਹੋਏ ਕਿਹਾ। ਉਹਨੇ ਆਪਣੀਆਂ ਕਾਲੀਆਂ ਧਸੀਆਂ ਹੋਈਆਂ ਅੱਖਾਂ ਨਾਲ ਮਾਂ ਵੱਲ ਸਵਾਲੀ ਆਸ ਭਰੇ ਢੰਗ ਨਾਲ ਵੇਖਿਆ। ਉਹਦਾ ਮਜ਼ਬੂਤ ਸਰੀਰ ਅੱਗੇ ਝੁਕਿਆ ਹੋਇਆ ਸੀ। ਉਹਦੇ ਹੱਥਾਂ ਨੇ ਕੁਰਸੀ ਦੀ ਸੀਟ ਨੂੰ ਘੁੱਟ ਕੇ ਫੜਿਆ ਹੋਇਆ ਸੀ ਅਤੇ ਉਹਦੀ ਦਾੜੀ ਦੇ ਕਾਲੇ ਚੌਖਟੇ ਵਿੱਚ ਉਹਦਾ ਸਾਵਲਾ ਮੂੰਹ ਪੀਲਾ ਪਿਆ ਸੀ। ਯਾਦ ਹੀ ਈਸਾ ਨੇ ਬੀਜ ਬਾਰੇ ਕੀ ਕਿਹਾ ਸੀ, ਇਹਨੂੰ ਮੁੜ ਜੰਮਣ ਤੋਂ ਪਹਿਲਾਂ ਮਰਨਾ ਪੈਂਦਾ ਹੈ, ਪਰ ਮੌਤ ਮੈਨੂੰ ਬਹੁਤ ਛੇਤੀ ਫੜ ਨਹੀਂ ਸਕਣ ਲੱਗੀ। ਮੈਂ ਵੀ ਪੁਰਾਣਾ ਘਾਗ ਵਾਂ। ਉਹ ਆਪਣੀ ਕੁਰਸੀ ਵਿੱਚ ਹਿੱਲਿਆ ਤੇ ਕਾਹਲ ਕੀਤੇ ਬਿਨਾਂ ਉੱਠਿਆ। ਚੰਗਾ, ਸ਼ਰਾਬਖਾਨੇ ਜਾਣਾ ਤੇ ਉੱਥੇ ਥੋੜੀ ਦੇਰ ਹੋਰਨਾਂ ਨਾਲ ਬੈਠਾਂਗਾ। ਖੁਖੋਲ ਤਾਂ ਆਉਂਦਾ ਜਾਪਦਾ ਨਹੀਂ। ਪੁਰਾਣਾ ਕੰਮ ਫਿਰ ਸ਼ੁਰੂ ਕਰ ਦਿੱਤਾ ਸੂ? ਹਾਂ, ਮਾਂ ਨੇ ਮੁਸਕਰਾ ਕੇ ਜਵਾਬ ਦਿੱਤਾ। ਚੰਗਾ, ਉਹਨੂੰ ਮੇਰੇ ਆਉਣ ਬਾਰੇ ਦੱਸੀ। ਉਹ ਹੌਲੀ ਹੌਲੀ ਚੱਲਦੇ ਰਸੋਈ ਵਿੱਚ ਗਏ, ਨਾਲ ਨਾਲ ਇੱਕ ਦੂਜੇ ਵੱਲ ਵੇਖੇ ਬਿਨਾਂ ਗੱਲਾਂ ਕਰਦੇ। ਚੰਗਾ, ਰੱਬ ਰਾਖਾ। ਰੱਬ ਰਾਖਾ। ਕਾਰਖਾਨੇ ਵਿੱਚ ਨੋਟਿਸ ਕਦੋਂ ਦੇਵਾਂਗਾ? ਮੈਂ ਪਹਿਲਾਂ ਹੀ ਦੇ ਦਿੱਤੇ। ਤੇ ਜਾਵੇਂਗਾ ਕਦੋਂ? ਭਲਕੇ ਸਵੇਰੇ ਸਵਖਤੇ। ਰੱਬ ਰਾਖਾ। ਭੱਦੀ ਤਰ੍ਹਾਂ ਤੇ ਅਣਮਨਵੇਂ ਢੰਗ ਨਾਲ ਰਿਬਨ ਝੁੱਕ ਕੇ ਦਰਵਾਜ਼ੇ ਵਿੱਚੋਂ ਡਿਉੜੀ ਵਿੱਚ ਗਿਆ। ਮਿੰਟ ਕੁ ਭਰ ਮਾਂ ਉਹਦੇ ਭਾਰੇ ਕਦਮਾਂ ਦੀ ਆਵਾਜ਼ ਅਤੇ ਆਪਣੇ ਮਨ ਵਿੱਚ ਉੱਠਦੇ ਵਸਵਸਿਆਂ ਨੂੰ ਸੁਣਦੀ ਰਹੀ। ਫਿਰ ਉਹ ਚੁੱਪਚਾਪ ਮੁੜੀ, ਦੂਜੇ ਕਮਰੇ ਵਿੱਚ ਗਈ ਅਤੇ ਬਾਰੀ ਦਾ ਪਰਦਾ ਚੁੱਕਿਆ ਅਤੇ ਬਾਹਰ ਝਾਕਿਆ। ਬਾਹਰ ਹਨੇਰਾ ਸੀ। ਮੈਂ ਤਾਂ ਰਾਤ ਨੂੰ ਜਿਉਂਦੀ ਵਾਂ, ਉਹਨੇ ਸੋਚਿਆ। ਉਹਨੂੰ ਇਸ ਕੁਰਬ ਵਾਲੇ ਮੁਜ਼ੀਕ ਤੇ ਤਰਸ ਆ ਰਿਹਾ ਸੀ ਜਿਹੜਾ ਇੰਨਾ ਚੌੜਾ ਅਤੇ ਮਜ਼ਬੂਤ ਸੀ। ਆਂਦਰੇਈ ਬੜੇ ਸੋਹਣੇ ਰੋਹ ਵਿੱਚ ਘਰ ਮੁੜਿਆ। ਮਾਂ ਨੇ ਉਹਨੂੰ ਰਿਬਨ ਦੇ ਆਉਣ ਬਾਰੇ ਦੱਸਿਆ। ਇਨਸਾਫ ਲਈ ਕੂਕਦੇ ਤੇ ਲੋਕਾਂ ਵਿੱਚ ਹਲਚਲ ਪੈਦਾ ਕਰਦੇ ਉਹਨੂੰ ਪਿੰਡਾਂ ਵਿੱਚ ਟੱਕਰਾਂ ਮਾਰਨ ਦਿਓ, ਆਂਦਰੇਈ ਨੇ ਕਿਹਾ। ਸਾਡੇ ਨਾਲ ਨਿਬਾਹ ਕਰਨਾ ਉਹਦੇ ਲਈ ਔਖਾ ਏ। ਉਹਦਾ ਸਿਰ ਮੁਜ਼ੀਕ ਖਿਆਲਾਂ ਨਾਲ ਭਰਿਆ ਹੋਇਆ ਹੈ। ਉੱਥੇ ਸਾਡੇ ਖਿਆਲਾਂ ਲਈ ਥਾਂ ਹੀ ਨਹੀਂ। ਉਹਨੇ ਸਾਊ ਲੋਕਾਂ ਦੀ ਗੱਲ ਕੀਤੀ। ਉਹਦੀ ਗੱਲ ਵਿੱਚ ਕੁਝ ਵਜਨ ਏ। ਮਾਂ ਨੇ ਸੰਭਲ ਕੇ ਗੱਲ ਕੀਤੀ। ਧਿਆਨ ਰੱਖੀ ਉਹ ਤੈਨੂੰ ਉੱਲੂ ਨਾ ਬਣਾ ਲੈਣ। ਉਹ ਤੇਰੇ ਨਾਲ ਕੋਈ ਗਲਤ ਵਿਹਾਰ ਕਰਦੇ ਨੇ। ਖਖੋਲ ਹੱਸਿਆ। ਆਹ ਨੈਨਕੋ, ਪੈਸਾ, ਜੇ ਕਿਤੇ ਸਾਡੇ ਕੋਲ ਪੈਸਾ ਹੁੰਦਾ, ਹਜੇ ਤੱਕ ਅਸੀਂ ਹੋਰਨਾਂ ਦੇ ਸਹਾਰੇ ਕੰਮ ਚਲਾ ਰਹੇ ਵਾਂ। ਮਿਸਾਲ ਵਜੋਂ ਨਿਕੋਲਾਈ ਇਵਾਨੋਵਿਚ ਨੂੰ 75 ਰੂਬਲ ਮਿਲਦੇ ਨੇ, ਉਹ ਸਾਨੂੰ 50 ਦਿੰਦਾ ਏ। ਹੋਰ ਵੀ ਇਸੇ ਤਰ੍ਹਾਂ ਕਰਦੇ ਨੇ। ਕਈ ਵਾਰ ਅੱਧ ਭੁੱਖੇ ਯੂਨੀਵਰਸਿਟੀ ਦੇ ਵਿਦਿਆਰਥੀ ਸਾਨੂੰ ਕਾਪੀ ਕਰਕੇ ਇਕੱਠਾ ਕੀਤਾ ਚੰਦਾ ਭੇਜਦੇ ਨੇ। ਸੱਚ ਤਾਂ ਇਹ ਹੈ ਕਿ ਕਈ ਤਰ੍ਹਾਂ ਦੇ ਸਾਊ ਲੋਕ ਹੁੰਦੇ ਨੇ।
ਕਈ ਤੁਹਾਡਾ ਸਾਥ ਛੱਡ ਜਾਂਦੇ ਨੇ, ਕਈ ਤੁਹਾਨੂੰ ਧੋਖਾ ਦਿੰਦੇ ਨੇ, ਪਰ ਉਹਨਾਂ ਵਿੱਚੋਂ ਸਭ ਤੋਂ ਚੰਗੇ ਆਪਣੀ ਹੋਣੀ ਤੁਹਾਡੇ ਨਾਲ ਜੋੜ ਲੈਂਦੇ ਨੇ। ਉਹਨੇ ਆਪਣੇ ਹੱਥ ਦੀ ਤਾੜੀ ਮਾਰੀ ਅਤੇ ਨਿਸ਼ਚੇ ਨਾਲ ਗੱਲ ਜਾਰੀ ਰੱਖੀ, ਸਾਡੀ ਅੰਤਮ ਜਿੱਤ ਹਜੇ ਦੂਰ ਹੈ, ਬਹੁਤ ਦੂਰ ਹੈ, ਪਰ ਤਾਂ ਵੀ ਅਸੀਂ ਮਈ ਦਿਹਾੜੇ ਇੱਕ ਨਿੱਕਾ ਜਿਹਾ ਜਸ਼ਨ ਮਨਾਵਾਂਗੇ। ਇਹ ਬਹੁਤ ਸ਼ਾਨਦਾਰ ਹੋਵੇਗਾ। ਉਹਦੇ ਉਤਸ਼ਾਹ ਨੇ ਰਿਬਨ ਵੱਲੋਂ ਉਪਜਾਏ ਫਿਕਰ ਦੂਰ ਕਰ ਦਿੱਤੇ। ਖੁਖੋਲ ਕਮਰੇ ਵਿੱਚ ਟਹਿਲਦਾ ਰਿਹਾ, ਆਪਣੇ ਵਾਲ ਉਲਝਾਉਂਦਾ ਅਤੇ ਫਰਸ਼ ਵੱਲ ਇੱਕ ਟਕ ਵੇਖਦਾ। ਕਈ ਵਾਰ ਤੁਹਾਡਾ ਦਿਲ ਇੰਨਾ ਡਰ ਜਾਂਦਾ ਹੈ ਕਿ ਤੁਸੀਂ ਸਹਾਰ ਨਹੀਂ ਸਕਦੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਥੇ ਜਾਂਦੇ ਹੋ, ਹਰ ਇੱਕ ਤੁਹਾਡਾ ਸਾਥੀ ਹੈ। ਉਹ ਅੱਗ ਉਹਨਾਂ ਵਿੱਚੋਂ ਹਰ ਇੱਕ ਦੇ ਦਿਲ ਵਿੱਚ ਬਲਦੀ ਹੈ। ਉਹ ਸਾਰੇ ਚੰਗੇ, ਦਿਆਲ ਅਤੇ ਖੁਸ਼ ਨੇ। ਤੁਹਾਨੂੰ ਇੱਕ ਦੂਜੇ ਦੀ ਗੱਲ ਸਮਝਣ ਲਈ ਬੋਲਣਾ ਨਹੀਂ ਪੈਂਦਾ। ਤੁਸੀਂ ਸਾਰੇ ਮਿਲ ਕੇ ਇੱਕ ਸੰਗੀਤ ਮੰਡਲੀ ਬਣਦੇ ਹੋ ਜਿਸ ਵਿੱਚ ਹਰ ਦਿਲ ਆਪਣਾ ਗੀਤ ਗਾਉਂਦਾ ਹੈ ਅਤੇ ਸਾਰੇ ਗੀਤ ਇੱਕ ਦਰਿਆ ਵਿੱਚ ਮਿਲਦੀਆਂ ਨਦੀਆਂ ਵਾਂਗ ਨੇ ਅਤੇ ਇਹ ਦਰਿਆ ਚੌੜਾ ਤੇ ਆਜ਼ਾਦ ਨਵੀਂ ਜ਼ਿੰਦਗੀ ਦੇ ਖੁਸ਼ੀ ਭਰੇ ਸਾਗਰ ਵਿੱਚ ਜਾ ਰਲਦਾ ਹੈ। ਮਾਂ ਉਹਨਾਂ ਵਿਚਾਰਾਂ ਵਿੱਚ ਵਿਘਨ ਪਾਉਣੋਂ ਅਤੇ ਉਹਦੀ ਤਕਰੀਰ ਕੱਟਣੋਂ ਡਰਦੀ ਹਿੱਲੀ ਵੀ ਨਾ। ਉਹ ਕਿਸੇ ਹੋਰ ਨਾਲੋਂ ਵਧੇਰੇ ਧਿਆਨ ਨਾਲ ਉਹਦੀ ਗੱਲ ਸੁਣਦੀ ਸੀ। ਉਹ ਤਾਂ ਬਸ ਹੋਰਨਾਂ ਨਾਲੋਂ ਵਧੇਰੇ ਸਾਦਗੀ ਨਾਲ ਗੱਲ ਕਰਦਾ ਸੀ ਅਤੇ ਉਹਦੀ ਗੱਲ ਸਿੱਧੀ ਦਿਲ ਉਤੇ ਅਸਰ ਕਰਦੀ। ਪਾਵੇਲ ਨੂੰ ਜੋ ਕੁਝ ਅੱਗੇ ਦਿਸਦਾ ਉਹ ਉਹਦੇ ਬਾਰੇ ਗੱਲ ਨਾ ਕਰਦਾ, ਪਰ ਖੁਖੋਲ ਦਾ ਇੱਕ ਹਿੱਸਾ ਸਦਾ ਭਵਿੱਖ ਵਿੱਚ ਰਹਿੰਦਾ ਜਾਪਦਾ। ਜਦੋਂ ਉਹ ਬੋਲਦਾ ਤਾਂ ਉਹ ਧਰਤੀ ਦੀਆਂ ਸਭਨਾਂ ਕੌਮਾਂ ਲਈ ਆਉਣ ਵਾਲੇ ਮਹਾਨ ਜਸ਼ਨ ਬਾਰੇ ਇਸ਼ਾਰੇ ਕਰਦਾ ਅਤੇ ਇਹੋ ਦ੍ਰਿਸ਼ ਮਾਂ ਲਈ ਜ਼ਿੰਦਗੀ ਵਿੱਚ ਅਤੇ ਉਹਦੇ ਪੁੱਤਰ ਅਤੇ ਉਹਦੇ ਸਾਰੇ ਸਾਥੀਆਂ ਦੇ ਕੰਮ ਵਿੱਚ ਅਰਥ ਭਰਦਾ ਸੀ। ਫਿਰ ਅਚਾਨਕ ਤੁਹਾਨੂੰ ਹੋਸ਼ ਆ ਜਾਂਦੀ ਹੈ। ਖੁਖੋਲ ਆਪਣਾ ਸਿਰ ਹਿਲਾ ਕੇ ਬੋਲੀ ਗਿਆ, ਤੁਸੀਂ ਆਲੇ ਦੁਆਲੇ ਵੇਖਦੇ ਹੋ ਤੇ ਸਭ ਕੁਝ ਠੰਡਾ ਤੇ ਗੰਦਾ ਹੁੰਦਾ ਹੈ। ਸਾਰੇ ਖਿਜੇ ਹੋਏ ਤੇ ਥੱਕੇ ਹੁੰਦੇ ਨੇ। ਉਹਦੀ ਆਵਾਜ਼ ਵਿੱਚ ਡੂੰਘੀ ਉਦਾਸੀ ਸੀ। ਤੁਹਾਨੂੰ ਲੋਕਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਸੁਣ ਕੇ ਦੁੱਖ ਹੁੰਦਾ ਹੈ, ਮੈਂ ਜਾਣਦਾ ਹੈ, ਪਰ ਤੁਹਾਨੂੰ ਉਹਨਾਂ ਤੋਂ ਡਰਨਾ ਚਾਹੀਦਾ ਤੇ ਇੱਥੋਂ ਤੱਕ ਕਿ ਉਹਨਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਮਨੁੱਖ ਦੇ ਦੋ ਪਾਸੇ ਹੁੰਦੇ ਨੇ। ਤੁਸੀਂ ਉਹਦੇ ਪੂਰੇ ਦੇ ਪੂਰੇ ਨੂੰ ਪਿਆਰ ਕਰਨਾ ਚਾਹੁੰਦੇ ਹੋ, ਪਰ ਤੁਸੀਂ ਕਿਵੇਂ ਕਰ ਸਕਦੇ ਹੋ? ਤੁਸੀਂ ਕਿਸੇ ਮਨੁੱਖ ਨੂੰ ਵਹਿਸ਼ੀ ਜਾਨਵਰ ਵਾਂਗ ਆਪਣੇ ਉੱਤੇ ਝਪਟਣ ਲਈ ਕਿਵੇਂ ਮਾਫ ਕਰ ਸਕਦੇ ਹੋ? ਤੁਹਾਡੇ ਵਿੱਚ ਜਿਉਂਦੀ ਰੂਹ ਵੇਖਣੋਂ ਅਸਮਰਥ ਰਹਿਣ ਲਈ ਅਤੇ ਤੁਹਾਡੇ ਮਨੁੱਖੀ ਮੂੰਹ ਨੂੰ ਤੋੜਨ ਲਈ ਤੁਸੀਂ ਇਹ ਮਾਫ ਨਹੀਂ ਕਰ ਸਕਦੇ। ਆਪਣੇ ਕਾਰਨ ਨਹੀਂ, ਤੁਸੀਂ ਆਪ ਕੁਝ ਵੀ ਸਹਾਰ ਸਕਦੇ ਹੋ, ਪਰ ਇਸ ਲਈ ਕਿ ਤੁਸੀਂ ਉਹਨਾਂ ਨੂੰ ਇਹ ਸੋਚਣ ਨਹੀਂ ਦੇ ਸਕਦੇ ਕਿ ਤੁਸੀਂ ਇਹ ਕਬੂਲ ਕਰ ਲਿਆ ਹੈ। ਤੁਸੀਂ ਉਹਨਾਂ ਨੂੰ ਆਪਣੀ ਪਿੱਠ ਇਸ ਲਈ ਨਹੀਂ ਦੇ ਸਕਦੇ ਕਿ ਉਹ ਉਸ ਉੱਤੇ ਲੋਕਾਂ ਨੂੰ ਕੁੱਟਣ ਦੀ ਮਸ਼ਕ ਕਰਨ। ਉਹਦੀਆਂ ਅੱਖਾਂ ਠੰਡੀ ਅੱਗ ਨਾਲ ਚਮਕ ਰਹੀਆਂ ਸਨ। ਉਹਦਾ ਸਿਰ ਬੜੀ ਅੜੀ ਨਾਲ ਝੁਕਿਆ ਹੋਇਆ ਸੀ ਅਤੇ ਉਹ ਵਧੇਰੇ ਦ੍ਰਿੜਤਾ ਨਾਲ ਬੋਲ ਰਿਹਾ ਸੀ, ਮੈਨੂੰ ਕੋਈ ਗਲਤ ਗੱਲ ਮਾਫ ਕਰਨ ਦਾ ਹੱਕ ਨਹੀਂ, ਭਾਵੇਂ ਇਸ ਨਾਲ ਮੈਨੂੰ ਦੁੱਖ ਨਾ ਵੀ ਹੁੰਦਾ ਹੋਵੇ। ਧਰਤੀ ਉੱਤੇ ਮੈਂ ਇਕੱਲਾ ਨਹੀਂ। ਅੱਜ ਮੈਂ ਕਿਸੇ ਨੂੰ ਇਸ ਗੱਲ ਦੀ ਆਗਿਆ ਦਿੰਦਾ ਹਾਂ ਕਿ ਉਹ ਮੈਨੂੰ ਨੁਕਸਾਨ ਪਹੁੰਚਾਏ। ਇੱਥੋਂ ਤੱਕ ਕਿ ਇਹਦੇ ਤੇ ਹੱਸ ਦਿੰਦਾ ਹਾਂ, ਕਿਉਂਕਿ ਇਹ ਧਿਆਨ ਦੇਣ ਯੋਗ ਨਹੀਂ, ਪਰ ਭਲਕੇ ਮੇਰੇ ਉੱਤੇ ਆਪਣੀ ਤਾਕਤ ਅਜ਼ਮਾ ਕੇ ਉਹ ਕਿਸੇ ਹੋਰ ਮਨੁੱਖ ਨੂੰ ਜ਼ਬਰ ਨਾਲ ਦਬਾ ਲਵੇਗਾ। ਤੁਸੀਂ ਸਭ ਨੂੰ ਇੱਕੋ ਅੱਖ ਨਾਲ ਨਹੀਂ ਵੇਖ ਸਕਦੇ। ਤੁਹਾਨੂੰ ਬੇਕਿਰਕੀ ਨਾਲ ਪਰਖਣਾ ਤੇ ਚੁਣਨਾ ਪਵੇਗਾ। ਇਹ ਮੇਰੇ ਜਿਹਾ ਹੈ, ਇਹ ਨਹੀਂ। ਬਹੁਤ ਸੁਖਾਵੀਂ ਗੱਲ ਨਹੀਂ ਨਾ ਇਹ, ਪਰ ਹੈ ਸੱਚੀ। ਪਤਾ ਨਹੀਂ ਕਿਉਂ ਮਾਂ ਨੇ ਸਾਸ਼ਾ ਬਾਰੇ ਸੋਚਿਆ ਤੇ ਫਿਰ ਅਫਸਰ ਬਾਰੇ। ਅਣਪਛਾਣੇ ਆਟੇ ਤੋਂ ਤੁਸੀਂ ਕਿਹੋ ਜਿਹੀ ਰੋਟੀ ਬਣਾ ਸਕਦੇ ਹੋ? ਉਹਨੇ ਹੌਂਕਾ ਲੈ ਕੇ ਕਿਹਾ। ਇਹੋ ਤਾਂ ਸਾਰੀ ਮੁਸ਼ਕਲ ਹੈ, ਖੁਖੋਲ ਕੂਕਿਆ। ਹਾਂ, ਮਾਂ ਨੇ ਕਿਹਾ। ਉਹਦੀ ਯਾਦ ਵਿੱਚ ਉਹਦੇ ਘਰ ਵਾਲੇ ਦਾ ਆਕਾਰ ਉਭਰਿਆ, ਕਿਸੇ ਕਾਈ ਕੱਜੇ ਪੱਥਰ ਵਾਂਗ ਭਾਰਾ ਤੇ ਬੇਰੌਣਕ। ਉਹ ਸੋਚਣ ਲੱਗ ਪਈ, ਜੇ ਖੁਖੋਲ ਨਤਾਸ਼ਾ ਨਾਲ ਵਿਆਹ ਕਰ ਲਵੇ ਤੇ ਉਹਦਾ ਪੁੱਤਰ ਸਾਸ਼ਾ ਨਾਲ ਤਾਂ ਕਿਹੋ ਜਿਹੀ ਰਹੇਗੀ, ਅਤੇ ਅਜਿਹਾ ਕਿਉਂ ਹੈ? ਖੁਖੋਲ ਨੇ ਆਪਣੇ ਵਿਸ਼ੇ ਬਾਰੇ ਗਰਮੀ ਫੜਦੇ ਹੋਏ ਕਿਹਾ। ਇਹ ਗੱਲ ਮੂੰਹ ਤੇ ਲੱਗੇ ਨੱਕ ਵਾਂਗ ਪ੍ਰਤੱਖ ਹੈ। ਇਹਦਾ ਕਾਰਨ ਇਹ ਹੈ ਕਿ ਲੋਕ ਇੱਕ ਪੱਧਰ ਉੱਤੇ ਨਹੀਂ ਖੜੇ। ਆਓ ਅਸੀਂ ਉਹਨਾਂ ਨੂੰ ਪੱਧਰਾਂ ਦੇਈਏ। ਆਓ ਅਸੀਂ ਉਹ ਸਾਰਾ ਕੁਝ ਸਾਵਾਂ ਵੰਡ ਦਈਏ ਜਿਹੜਾ ਮਨ ਨੇ ਚਿਤਵਿਆ ਹੈ ਅਤੇ ਹੱਥਾਂ ਨੇ ਬਣਾਇਆ ਹੈ। ਲੋਕਾਂ ਨੂੰ ਡਰ ਤੇ ਈਰਖਾ ਦੇ ਗੁਲਾਮ, ਲਾਲਚ ਤੇ ਮੂਰਖਤਾ ਦੇ ਕੈਦੀ ਨਾ ਬਣਾਓ। ਅਤੇ ਉਸ ਤੋਂ ਪਿੱਛੋਂ ਉਹਨਾਂ ਵਿਚਕਾਰ ਅਜਿਹੀਆਂ ਕਿੰਨੀਆਂ ਗੱਲਾਂ ਹੋਈਆਂ। ਖੁਖੋਲ ਨੂੰ ਮੁੜ ਕਾਰਖਾਨੇ ਵਿੱਚ ਨੌਕਰ ਰੱਖ ਲਿਆ ਗਿਆ ਅਤੇ ਉਹ ਆਪਣੀ ਸਾਰੀ ਉਜਰਤ ਮਾਂ ਨੂੰ ਦੇ ਦਿੰਦਾ। ਉਹ ਇਹ ਉਸੇ ਸੁਖਾਲੇ ਢੰਗ ਨਾਲ ਲੈ ਲੈਂਦੀ ਜਿਵੇਂ ਪਾਵੇਲ ਤੋਂ ਲਿਆ ਕਰਦੀ ਸੀ। ਕਈ ਵਾਰ ਅੱਖ ਮਟਕਾ ਕੇ ਆਂਦਰੇਈ ਉਹਨੂੰ ਕਹਿੰਦਾ, ਨੈਨਕੋ ਆ ਥੋੜਾ ਪੜ ਲੈ। ਉਹ ਹੱਸ ਪੈਂਦੀ, ਪਰ ਪਕਿਆਈ ਨਾਲ ਨਾ ਕਰ ਦਿੰਦੀ। ਉਹਦੀ ਅੱਖ ਦੀ ਚਮਕ ਮਾਂ ਨੂੰ ਦੁਖੀ ਕਰਦੀ। ਜੇ ਤੈਨੂੰ ਇਹ ਐਡਾ ਹੀ ਠੱਠਾ ਜਾਪਦਾ ਤੇ ਇਹਦੀ ਗੱਲ ਹੀ ਕਿਉਂ ਕਰਦਾ? ਉਹ ਕੁਝ
ਗੁੱਸੇ ਹੋ ਕੇ ਮਨ ਹੀ ਮਨ ਵਿੱਚ ਸੋਚਦੀ, ਪਰ ਸਦਾ ਵਧੇਰੇ ਵਾਰ ਉਹ ਉਹਨੂੰ ਕਿਸੇ ਸ਼ਬਦ ਦੇ ਅਰਥ ਸਮਝਾਉਣ ਲਈ ਕਹਿੰਦੀ। ਜਦੋਂ ਉਹ ਪੁੱਛਦੀ ਤਾਂ ਉਹ ਇੱਕ ਪਾਸੇ ਵੇਖਣ ਲੱਗ ਪੈਂਦੀ ਅਤੇ ਲਾਪਰਵਾਹੀ ਦਾ ਵਤੀਰਾ ਬਣਾ ਲੈਂਦੀ। ਖੁਖੋਲ ਨੇ ਬੁੱਝ ਲਿਆ ਕਿ ਉਹ ਚੋਰੀ-ਚੋਰੀ ਪੜ੍ਹ ਰਹੀ ਹੈ ਅਤੇ ਉਹਦੇ ਇਸ ਸੰਕੋਚ ਦਾ ਲਿਹਾਜ਼ ਕਰਕੇ ਉਹਨੇ ਮਾਂ ਨੂੰ ਪੜ੍ਹਨ ਲਈ ਕਹਿਣਾ ਛੱਡ ਦਿੱਤਾ। ਮੇਰੀਆਂ ਅੱਖਾਂ ਕਮਜ਼ੋਰ ਹੋ ਗਈਆਂ ਨੇ ਆਂਦਰੀ ਊਸ਼ਾ, ਮੈਨੂੰ ਐਨਕ ਦੀ ਲੋੜ ਹੈ, ਇੱਕ ਦਿਨ ਉਹਨੇ ਉਹਨੂੰ ਕਿਹਾ। ਇਹਦਾ ਇਲਾਜ ਤਾਂ ਸੌਖਾ ਹੈ, ਖੁਖੋਲ ਨੇ ਜਵਾਬ ਦਿੱਤਾ। ਐਤਵਾਰ ਨੂੰ ਮੈਂ ਤੈਨੂੰ ਸ਼ਹਿਰ ਕਿਸੇ ਡਾਕਟਰ ਕੋਲ ਲੈ ਜਾਵਾਂਗਾ ਅਤੇ ਅਸੀਂ ਤੇਰੇ ਲਈ ਐਨਕ ਲੈ ਆਵਾਂਗੇ। ਅੰਕ 19ਵਾਂ। 3 ਵਾਰ ਉਹ ਇਹ ਬੇਨਤੀ ਕਰਨ ਗਈ ਕਿ ਉਹਨੂੰ ਪਾਵੀਲ ਨੂੰ ਮਿਲਣ ਦਿੱਤਾ ਜਾਵੇ ਅਤੇ ਹਰ ਵਾਰ ਜੈਨਡਰਮਾ ਦੇ ਜਰਨੈਲ ਨੇ, ਜਿਹੜਾ ਕਿ ਕਿਰਮਚੀ ਗੱਲਾਂ ਤੇ ਮੋਟੇ ਨੱਕ ਵਾਲਾ ਧੌਲ ਸਿਰਾ ਮਨੁੱਖ ਸੀ, ਨਰਮੀ ਨਾਲ ਨਾ ਕਰ ਦਿੱਤੀ। ਮਾਂ, ਤੈਨੂੰ ਘੱਟੋ ਘੱਟ ਹਫ਼ਤਾ ਹੋਰ ਉਡੀਕਣਾ ਪਵੇਗਾ। ਹਫ਼ਤੇ ਪਿੱਛੋਂ ਅਸੀਂ ਵੇਖਾਂਗੇ, ਪਰ ਹਜੇ ਮੁਮਕਿਨ ਨਹੀਂ। ਉਹ ਗੋਲ ਮਟੋਲ ਤੇ ਮੋਟਾ ਸੀ ਅਤੇ ਉਹਨੂੰ ਵੇਖ ਕੇ ਮਾਂ ਨੂੰ ਉਹ ਪੱਕਿਆਂ ਆੜੂ ਯਾਦ ਆ ਜਾਂਦਾ, ਜਿਹੜਾ ਬਹੁਤ ਚਿਰ ਪਏ ਰਹਿਣ ਕਾਰਨ ਬੁਰਦਾਰ ਉੱਲੀ ਨਾਲ ਕੱਜਿਆ ਗਿਆ ਹੋਵੇ। ਉਹ ਇੱਕ ਪੀਲੇ ਜਿਹੇ ਖੁਰਚਣੇ ਨਾਲ ਸਦਾ ਆਪਣੇ ਤਿੱਖੇ ਨਿੱਕੇ ਚਿੱਟੇ ਦੰਦ ਖੁਰਚਦਾ ਰਹਿੰਦਾ। ਉਹਦੀਆਂ ਨਿੱਕੀਆਂ ਬਿੱਲੀਆਂ ਅੱਖਾਂ ਦਿਆਲਤਾ ਨਾਲ ਮੁਸਕਰਾਉਂਦੀਆਂ ਰਹਿੰਦੀਆਂ ਅਤੇ ਉਹਦੀ ਆਵਾਜ਼ ਸਦਾ ਸੁਲਗ ਅਤੇ ਮਿੱਤਰਤਾ ਭਰੀ ਹੁੰਦੀ। ਉਹ ਤਾਂ ਬੜਾ ਸਾਊ ਏ, ਮਾਂ ਨੇ ਸੋਚਦੇ ਹੋਏ ਖੁਖੋਲ ਨੂੰ ਦੱਸਿਆ। ਸਦਾ ਮੁਸਕਰਾਉਂਦਾ ਰਹਿੰਦਾ ਹੈ। ਮੈਨੂੰ ਕੋਈ ਸ਼ੱਕ ਨਹੀਂ, ਖੁਖੋਲ ਨੇ ਜਵਾਬ ਦਿੱਤਾ। ਉਹ ਸਾਰੇ ਬਹੁਤ ਹੀ ਚੰਗੇ ਨੇ, ਬੜੇ ਦਿਆਲ ਤੇ ਮੁਸਕਰਾਉਂਦੇ। ਉਹਨਾਂ ਨੂੰ ਕਿਹਾ ਜਾਂਦਾ ਇਹ ਜੇ ਇੱਕ ਚਤੁਰ ਇਮਾਨਦਾਰ ਬੰਦਾ ਜਿਹੜਾ ਕੁਝ ਕੁ ਖਤਰਨਾਕ ਏ। ਜੇ ਬੁਰਾ ਨਾ ਮੰਨੋ ਤਾਂ ਇਹਨੂੰ ਬਸ ਫਾਹੇ ਲਾ ਦਿਓ ਅਤੇ ਉਹ ਮੁਸਕਰਾਉਂਦੇ ਨੇ ਅਤੇ ਉਹਨੂੰ ਫਾਹੇ ਲਾ ਦਿੰਦੇ ਨੇ ਅਤੇ ਉਸ ਤੋਂ ਪਿੱਛੋਂ ਬਸ ਮੁਸਕਰਾਈ ਜਾਂਦੇ ਨੇ। ਜਿਹੜਾ ਸਾਡੇ ਘਰ ਦੀ ਤਲਾਸ਼ੀ ਲੈਣ ਆਇਆ ਸੀ ਉਹ ਵਧੇਰੇ ਸਾਦਾ ਸੀ, ਮਾਂ ਨੇ ਕਿਹਾ। ਪਹਿਲੀ ਨਜ਼ਰੇ ਤੁਸੀਂ ਵੇਖ ਸਕਦੇ ਸੋ ਉਹ ਕਿਹੋ ਜਿਹਾ ਕੁੱਤਾ ਏ। ਉਹਨਾਂ ਵਿੱਚੋਂ ਕੋਈ ਮਨੁੱਖ ਨਹੀਂ ਹੁੰਦੇ, ਉਹ ਤਾਂ ਲੋਕਾਂ ਨੂੰ ਬੇਸੁਰਤ ਕਰਨ ਵਾਲੇ ਹਥੌੜੇ ਨੇ, ਜਿਹੜੇ ਸਾਡੇ ਜਿਹੇ ਲੋਕਾਂ ਨੂੰ ਛਾਂਗਣ ਲਈ ਹਥਿਆਰ, ਤਾਂ ਜੋ ਸਾਨੂੰ ਵਧੇਰੇ ਸੌਖੀ ਤਰ੍ਹਾਂ ਕਾਬੂ ਕੀਤਾ ਜਾ ਸਕੇ। ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਪਹਿਲਾਂ ਹੀ ਠੀਕ ਸ਼ਕਲਾਂ ਵਿੱਚ ਢਾਲ ਦਿੱਤਾ ਹੈ। ਉਹ ਸੋਚੇ ਬਿਨਾਂ ਤੇ ਪੁੱਛਗਿੱਛ ਕੀਤੇ ਬਿਨਾਂ ਹਰ ਉਹ ਕੰਮ ਕਰ ਦੇਣਗੇ ਜਿਹੜਾ ਕਰਨ ਲਈ ਉਹਨਾਂ ਨੂੰ ਕਿਹਾ ਜਾਵੇ। ਅਖੀਰ ਉਹਨਾਂ ਉਹਨੂੰ ਪਾਵੀਲ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਅਤੇ ਇੱਕ ਐਤਵਾਰ ਉਹ ਜੇਲ੍ਹ ਦੇ ਦਫ਼ਤਰ ਦੀ ਇੱਕ ਨੁੱਕਰੇ ਨਿਮਾਣੀ ਬਣੀ ਬੈਠੀ ਸੀ। ਇਸ ਨਿੱਕੇ ਗੰਦੇ ਨੀਵੀਂ ਛੱਤ ਵਾਲੇ ਕਮਰੇ ਵਿੱਚ ਕੈਦੀਆਂ ਨੂੰ ਮਿਲਣ ਲਈ ਕਈ ਹੋਰ ਲੋਕ ਬੈਠੇ ਸਨ। ਸਾਫ਼ ਸੀ ਕਿ ਉਹ ਪਹਿਲੀ ਵਾਰ ਇੱਥੇ ਨਹੀਂ ਸਨ ਆਏ, ਕਿਉਂਕਿ ਉਹ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਉਹ ਹੌਲੀ-ਹੌਲੀ ਲੈਸਲੀ ਜਿਹੀ ਗੱਲਬਾਤ ਕਰ ਰਹੇ ਸਨ, ਮੱਕੜੀ ਦੇ ਜਾਲੇ ਜਿਹੀ। ਸੁਣਿਆ ਜੇ, ਇੱਕ ਫੁੱਲੇ ਹੋਏ ਮੂੰਹ ਵਾਲੀ ਮੋਟੀ ਇਸਤਰੀ ਨੇ, ਜਿਸ ਦੀ ਝੋਲੀ ਵਿੱਚ ਇੱਕ ਸਫਰੀ ਥੈਲਾ ਪਿਆ ਸੀ, ਕਿਹਾ। ਅੱਜ ਸਵੇਰੇ ਸਵਖਤੇ ਦੁਆ ਸਮੇਂ ਲਾਟ ਪਾਦਰੀ ਦੇ ਗਿਰਜੇ ਦੇ ਨਿੱਕੇ ਪਾਦਰੀ ਨੇ ਸੰਗੀਤ ਮੰਡਲੀ ਦੇ ਇੱਕ ਮੁੰਡੇ ਦਾ ਕੰਨ ਵੱਢ ਲਿਆ। ਸੰਗੀਤ ਮੰਡਲੀ ਦੇ ਸਾਰੇ ਮੁੰਡੇ ਬਦਮਾਸ਼ ਹੁੰਦੇ ਨੇ, ਇੱਕ ਬੁੱਢੇ ਜਿਹੇ ਸਾਊ ਬੰਦੇ ਨੇ ਜ਼ੋਰ ਨਾਲ ਖੰਗੂਰਾ ਮਾਰ ਕੇ ਕਿਹਾ, ਜਿਸ ਨੇ ਪਿਨਸ਼ਨੀਏ ਅਫਸਰ ਦੀ ਵਰਦੀ ਪਾਈ ਹੋਈ ਸੀ। ਇੱਕ ਨਿੱਕਾ ਜਿਹਾ ਗੰਜਾ ਮਨੁੱਖ, ਜਿਸ ਦੀਆਂ ਲੱਤਾਂ ਨਿੱਕੀਆਂ, ਬਾਹਾਂ ਲੰਬੀਆਂ ਅਤੇ ਅੱਗੇ ਵਧੀ ਹੋਈ ਠੋਡੀ ਸੀ, ਬੇਆਰਾਮੀ ਨਾਲ ਦਫ਼ਤਰ ਵਿੱਚ ਚੱਕਰ ਕੱਟੀ ਜਾਂਦੀ ਅਤੇ ਪਾਟੀ ਉਤੇਜਿਤ ਆਵਾਜ਼ ਵਿੱਚ ਟਿੱਪਣੀ ਕਰੀ ਜਾਂਦਾ। ਕੀਮਤਾਂ ਵਧੀ ਜਾ ਰਹੀਆਂ ਨੇ ਅਤੇ ਇਸੇ ਲਈ ਲੋਕ ਭੈੜੇ ਹੋ ਗਏ ਨੇ। ਗਾਂ ਦਾ ਘਟੀਆ ਮਾਸ 14 ਕੋਪੀਕ ਦਾ ਪੌਂਡ ਆਉਂਦਾ ਤੇ ਡਬਲ ਰੋਟੀ ਫਿਰ 2.5 ਦੀ ਹੋ ਗਈ। ਕਦੀ-ਕਦੀ ਕੈਦੀ ਆਉਂਦੇ, ਉਹ ਭੂਰੀ ਵਰਦੀ ਤੇ ਚਮੜੇ ਦੇ ਭਾਰੇ ਬੂਟਾਂ ਵਿੱਚ ਸਾਰੇ ਇੱਕੋ ਜਿਹੇ ਜਾਪਦੇ। ਜਦੋਂ ਉਹ ਮੱਧਮ ਲੋਅ ਵਾਲੇ ਕਮਰੇ ਵਿੱਚ ਵੜਦੇ ਤਾਂ ਅੱਖਾਂ ਝਮਕਦੇ। ਉਹਨਾਂ ਵਿੱਚੋਂ ਇੱਕ ਦੇ ਪੈਰੀਂ ਬੇੜੀਆਂ ਪਾਈਆਂ ਹੋਈਆਂ ਸਨ। ਜੇਲ੍ਹ ਵਿੱਚ ਵਾਯੂਮੰਡਲ ਅਜੀਬ ਤਰ੍ਹਾਂ ਸ਼ਾਂਤ ਸੀ ਅਤੇ ਸਭ ਕੁਝ ਬੜੀ ਸਾਦੀ ਤਰ੍ਹਾਂ ਹੋਈ ਜਾਂਦਾ। ਇਉਂ ਜਾਪਦਾ ਸੀ ਇਹ ਸਾਰੇ ਲੋਕ ਲੰਮੇ ਸਮੇਂ ਤੋਂ ਆਪਣੀ ਹੋਣੀ ਦੇ ਆਦੀ ਹੋ ਗਏ ਹਨ ਅਤੇ ਉਹਨਾਂ ਇਹ ਕਬੂਲ ਕਰ ਲਈ ਹੈ। ਕੁਝ ਸਬਰ ਨਾਲ ਆਪਣੀ ਕੈਦ ਕੱਟਦੇ, ਕੁਝ ਬੜੀ ਸੁਸਤੀ ਨਾਲ ਚੁਕੰਨੇ ਸਨ ਅਤੇ ਕੁਝ ਹੋਰ ਇਹਨਾਂ ਕੈਦੀਆਂ ਨੂੰ ਮਿਲਣ ਲਈ ਅਕਾਊ ਨੇਮ ਨਾਲ ਆਉਂਦੇ ਸਨ। ਮਾਂ ਦਾ ਦਿਲ ਬੇਸਬਰੀ ਨਾਲ ਧੜਕਣ ਲੱਗ ਪਿਆ। ਉਹ ਹੈਰਾਨੀ ਨਾਲ ਆਪਣੇ ਆਲੇ ਦੁਆਲੇ ਸਭ ਕੁਝ ਵੇਖ ਰਹੀ ਸੀ, ਇਸ ਸਭ ਕੁਝ ਦੀ ਉਦਾਸੀ ਸਾਦਗੀ ਤੋਂ ਹੈਰਾਨ। ਉਹਦੇ ਨਾਲ ਇੱਕ ਨਿੱਕੀ ਜਿਹੀ ਬੁੱਢੀ ਔਰਤ ਬੈਠੀ ਸੀ, ਜਿਸ ਦਾ ਮੂੰਹ ਚੁਰੜਾਇਆ ਤੇ ਅੱਖਾਂ ਜਵਾਨ ਸਨ। ਉਹ ਸਾਰੀ ਗੱਲਬਾਤ ਸੁਣਨ ਲਈ ਆਪਣੀ ਸੁਕੜੂ ਧੌਣ ਇੱਧਰ-ਉੱਧਰ ਮਰੋੜਦੀ ਅਤੇ ਸਭਨਾਂ ਵੱਲ ਆਪਣੀਆਂ ਅੱਖਾਂ ਵਿੱਚ ਅਜੀਬ ਚੁਸਤ ਜਿਹੀ ਝਲਕ ਨਾਲ ਵੇਖਦੀ। ਤੂੰ ਕਿਸ ਨੂੰ ਮਿਲਣ ਆਈ ਹੈ? ਪੈਲਾਗੀਆ ਨੇ ਹੌਲੀ ਜਿਹੇ ਉਸਨੂੰ ਪੁੱਛਿਆ। ਆਪਣੇ ਪੁੱਤਰ ਨੂੰ। ਯੂਨੀਵਰਸਿਟੀ ਵਿੱਚ ਪੜ੍ਹਦਾ, ਬੁੱਢੀ ਇਸਤਰੀ ਨੇ ਉੱਚੀ ਆਵਾਜ਼ ਵਿੱਚ ਅਤੇ ਇੱਕਦਮ ਆਵਾਜ਼ ਦਿੱਤੀ। ਤੇ ਤੂੰ? ਮੈਂ ਵੀ ਆਪਣੇ ਪੁੱਤਰ ਨੂੰ ਮਿਲਣ ਆਈ ਵਾਂ। ਕਿਰਤੀ ਹੈ ਉਹ। ਕੀ ਨਾਂ ਏ? ਵਲਾਸੋਵ। ਕਦੇ ਸੁਣਿਆ ਨਹੀਂ। ਚਿਰ ਤੋਂ ਅੰਦਰ ਹੈ? ਲਗਭਗ 7 ਹਫ਼ਤੇ ਹੋਏ।
ਮੇਰਾ ਤਾਂ ਲਗਭਗ 10 ਮਹੀਨਿਆਂ ਤੋਂ ਇੱਥੇ ਹੈ, ਬੁੱਢੀ ਇਸਤਰੀ ਨੇ ਕਿਹਾ। ਮਾਂ ਨੇ ਅਨੁਭਵ ਕੀਤਾ ਕਿ ਉਹਦੀ ਆਵਾਜ਼ ਵਿੱਚ ਕੁਝ ਮਾਨ ਜਿਹਾ ਸੀ। ਹਾਂ, ਗੰਜੇ ਬੁੱਢੇ ਆਦਮੀ ਨੇ ਲੁਤਰ ਕੀਤੀ। ਸਬਰ ਤਾਂ ਰਿਹਾ ਹੀ ਨਹੀਂ। ਹਰ ਇੱਕ ਗੁੱਸੇ, ਹਰ ਇੱਕ ਚੀਕਦਾ ਹੈ ਤੇ ਕੀਮਤਾਂ ਵਧੀਆਂ ਹੀ ਜਾਂਦੀਆਂ ਨੇ ਤੇ ਇਹਦੇ ਮੁਤਾਬਕ ਹੀ ਮਨੁੱਖ ਸਸਤੇ ਹੁੰਦੇ ਜਾਂਦੇ ਨੇ ਤੇ ਇਹ ਸਭ ਕੁਝ ਨੂੰ ਰੋਕਣ ਲਈ ਕੋਈ ਮੂੰਹ ਨਹੀਂ ਖੋਲਦਾ। ਤੇਰੀ ਗੱਲ ਠੀਕ ਹੈ, ਅਫਸਰ ਨੇ ਕਿਹਾ। ਹੱਦ ਹੀ ਹੋ ਗਈ ਹੈ। ਸਮਾਂ ਆ ਗਿਆ ਕੋਈ ਤਕੜੀ ਆਵਾਜ਼ ਵਾਲਾ ਉਹਨੂੰ ਚੁੱਪ ਰਹਿਣ ਦਾ ਹੁਕਮ ਦੇਵੇ। ਲੋੜ ਇਸੇ ਗੱਲ ਦੀ ਹੈ, ਕੋਈ ਤਕੜੀ ਆਵਾਜ਼। ਸਭੇ ਗੱਲਬਾਤ ਵਿੱਚ ਸ਼ਾਮਿਲ ਹੋ ਗਏ, ਜਿਹੜੀ ਬਹੁਤ ਭੱਖ ਪਈ ਸੀ। ਹਰ ਇੱਕ ਜ਼ਿੰਦਗੀ ਬਾਰੇ ਆਪਣੀ ਰਾਏ ਦੇਣ ਲਈ ਕਾਹਲਾ ਸੀ, ਪਰ ਉਹ ਸਾਰੇ ਦੱਬੀ ਆਵਾਜ਼ ਵਿੱਚ ਗੱਲ ਕਰ ਰਹੇ ਸਨ ਅਤੇ ਮਾਂ ਨੂੰ ਉਹਨਾਂ ਵਿੱਚ ਕੁਝ ਓਪਰਾ ਜਾਪਦਾ। ਘਰ ਵਿੱਚ ਗੱਲਬਾਤ ਵੱਖਰੀ ਤਰ੍ਹਾਂ ਹੁੰਦੀ ਸੀ, ਵਧੇਰੇ ਸਪਸ਼ਟ ਅਤੇ ਸਾਦਾ ਅਤੇ ਉਚੇਰੀ ਵੀ। ਚੁਕੋਰ ਲਾਲ ਦਾੜੀ ਵਾਲੇ ਇੱਕ ਮੋਟੇ ਜੇਲਰ ਨੇ ਮਾਂ ਦਾ ਨਾਂ ਲਿਆ। ਉਹਨੂੰ ਸਿਰ ਤੋਂ ਪੈਰਾਂ ਤੱਕ ਘੋਖਿਆ ਅਤੇ ਮੇਰੇ ਪਿੱਛੇ ਆ ਕਹਿੰਦਾ ਲੰਘ ਮਾਰਦਾ ਬਾਹਰ ਚਲਾ ਗਿਆ। ਟੁਰੀ ਜਾਂਦੀ ਉਹਦੇ ਮਨ ਵਿੱਚ ਜੇਲਰ ਨੂੰ ਤਿੱਖੇ ਚਲਾਉਣ ਲਈ ਪਿੱਛੋਂ ਧੱਕਾ ਦੇਣ ਦਾ ਵੇਗ ਉੱਠਿਆ। ਪਾਵੇਲ ਇੱਕ ਨਿੱਕੇ ਕਮਰੇ ਵਿੱਚ ਖੜਾ ਸੀ, ਮੁਸਕਰਾਉਂਦਾ। ਉਹਨੇ ਆਪਣਾ ਹੱਥ ਅੱਗੇ ਵਧਾਇਆ ਹੋਇਆ ਸੀ। ਮਾਂ ਨੇ ਨਿੱਕੀ ਜਿਹੀ ਹਾਸੀ ਨਾਲ ਉਹਦਾ ਹੱਥ ਫੜ ਲਿਆ ਤੇ ਛੇਤੀ ਆਪਣੀਆਂ ਅੱਖਾਂ ਝਮਕੀਆਂ। ਹਲੋ, ਮਾਂ ਨੇ ਨਿੰਮੀ ਜਿਹੀ ਆਵਾਜ਼ ਵਿੱਚ ਕਿਹਾ। ਉਹਨੂੰ ਗੱਲ ਨਹੀਂ ਸੀ ਔੜ ਰਹੀ। ਆਪਣੇ ਆਪ ਨੂੰ ਸਾਂਭ ਮਾਂ, ਪਾਵੇਲ ਨੇ ਉਹਦਾ ਹੱਥ ਘੁੱਟਦੇ ਹੋਏ ਕਿਹਾ। ਮੈਂ ਠੀਕ ਠਾਕ ਵਾਂ। ਮਾਂ ਹੀ ਹੁੰਦੀ ਹੈ, ਜੇਲਰ ਨੇ ਹੌਂਕਾ ਲੈ ਕੇ ਕਿਹਾ। ਪਰ ਚੰਗੀ ਗੱਲ ਇਹੋ ਹੈ ਕਿ ਜਰਾ ਹਟ ਕੇ ਖੜੇ ਹੋਵੋ ਤਾਂ ਜੋ ਤੁਹਾਡੇ ਵਿਚਕਾਰ ਕੁਝ ਵਿੱਥ ਹੋਵੇ। ਉਹਨੇ ਉਬਾਸੀ ਲੈ ਕੇ ਵਾਅਦਾ ਕੀਤਾ। ਪਾਵੇਲ ਨੇ ਮਾਂ ਤੋਂ ਉਹਦੀ ਸਿਹਤ ਬਾਰੇ ਤੇ ਘਰ ਦੇ ਮਾਮਲਿਆਂ ਬਾਰੇ ਪੁੱਛਿਆ। ਉਹਨੂੰ ਹੋਰ ਸਵਾਲਾਂ ਦੀ ਆਸ ਸੀ ਅਤੇ ਉਹਨੇ ਆਪਣੇ ਪੁੱਤਰ ਦੀਆਂ ਅੱਖਾਂ ਘੋਖੀਆਂ ਪਰ ਵਿਅਰਥ। ਉਹ ਸਦਾ ਵਾਂਗ ਸ਼ਾਂਤ ਸੀ, ਭਾਵੇਂ ਉਹਦਾ ਰੰਗ ਕੁਝ ਪੀਲਾ ਸੀ ਅਤੇ ਉਹਦੀਆਂ ਅੱਖਾਂ ਵੱਡੀਆਂ ਹੋ ਗਈਆਂ ਜਾਪਦੀਆਂ ਸਨ। ਸ਼ਾਸ਼ਾ ਨੇ ਤੈਨੂੰ ਯਾਦ ਘੱਲੀ ਵੇ, ਉਹਨੇ ਕਿਹਾ। ਪਾਵੇਲ ਦੀਆਂ ਝਿਮਣੀਆਂ ਕੰਮੀਆਂ, ਉਹਦਾ ਮੂੰਹ ਨਰਮ ਪੈ ਗਿਆ ਅਤੇ ਉਹ ਮੁਸਕਰਾਇਆ। ਮਾਂ ਦੇ ਦਿਲ ਵਿੱਚ ਇੱਕ ਤਿੱਖੀ ਚੀਸ ਉੱਠੀ। ਕੀ ਖਿਆਲ ਹੈ, ਤੈਨੂੰ ਛੇਤੀ ਹੀ ਛੱਡ ਦੇਣਗੇ? ਮਾਂ ਨੇ ਪੁੱਛਿਆ। ਉਹ ਦੁਖੀ ਵੀ ਸੀ ਤੇ ਗੁੱਸੇ ਵੀ। ਉਹਨਾਂ ਤੈਨੂੰ ਕਿਉਂ ਅੰਦਰ ਡੱਕ ਦਿੱਤਾ? ਉਹ ਇਸ਼ਤਿਹਾਰ ਤਾਂ ਕਾਰਖਾਨੇ ਵਿੱਚ ਫੇਰ ਆ ਗਏ ਨੇ। ਪਾਵੇਲ ਦੀਆਂ ਅੱਖਾਂ ਚਮਕ ਪਈਆਂ। ਸੱਚੀ? ਉਹਨੇ ਕਾਲੀ ਪੁੱਛਿਆ। ਅਜਿਹੀਆਂ ਗੱਲਾਂ ਕਰਨ ਦੀ ਮਨਾਹੀ ਹੈ, ਜੇਲਰ ਨੇ ਨਿੰਦਰਾਵਲੀ ਆਵਾਜ਼ ਵਿੱਚ ਕਿਹਾ। ਤੁਸੀਂ ਸਿਰਫ ਘਰੋਖੀ ਮਾਮਲਿਆਂ ਬਾਰੇ ਗੱਲ ਕਰ ਸਕਦੇ ਹੋ ਤੇ ਘਰ ਦਾ ਮਾਮਲਾ ਨਹੀਂ, ਮਾਂ ਨੇ ਇਤਰਾਜ਼ ਕੀਤਾ। ਇਹਦਾ ਜਵਾਬ ਮੈਂ ਨਹੀਂ ਦੇ ਸਕਦਾ, ਪਰ ਇਹਦੀ ਮਨਾਹੀ ਹੈ, ਪਹਿਰੇਦਾਰ ਨੇ ਲਾਪਰਵਾਹੀ ਨਾਲ ਜਵਾਬ ਦਿੱਤਾ। ਚੰਗਾ, ਮੈਨੂੰ ਘਰ ਦੀਆਂ ਗੱਲਾਂ ਦੱਸ, ਪਾਵੇਲ ਨੇ ਕਿਹਾ। ਤੂੰ ਕੀ ਕਰਦੀ ਰਹੀ ਏ? ਮੈਂ ਉਹ ਸਾਰੀਆਂ ਚੀਜ਼ਾਂ ਕਾਰਖਾਨੇ ਲਿਜਾਂਦੀ ਰਹੀ ਵਾਂ, ਉਹਨੇ ਅੱਖਾਂ ਵਿੱਚ ਸ਼ਰਾਰਤੀ ਚਮਕ ਲਿਆ ਕੇ ਕਿਹਾ। ਹੱਸਦੀ ਹੋਈ ਗੱਲ ਜਾਰੀ ਰੱਖਣ ਤੋਂ ਪਹਿਲਾਂ ਉਹ ਥੋੜੀ ਦੇਰ ਰੁਕੀ। ਉਹ ਬੰਦ ਗੋਭੀ ਦਾ ਸ਼ੋਰਬਾ ਤੇ ਦਲੀਆ, ਉਹ ਸਾਰੇ ਖਾਣੇ ਜਿਹੜੀਆਂ ਮਾਰੀਆ ਤਿਆਰ ਕਰਦੀ ਏ ਤੇ ਉਹ ਸਾਰੀਆਂ ਚੀਜ਼ਾਂ। ਪਾਵੇਲ ਸਮਝ ਗਿਆ। ਉਹਨੇ ਆਪਣੀਆਂ ਉਂਗਲਾਂ ਆਪਣੇ ਵਾਲਾਂ ਵਿੱਚ ਫੇਰੀਆਂ ਤੇ ਹਾਸਾ ਰੋਕ ਕੇ ਮੂੰਹ ਬਣਾਇਆ। ਚੰਗੀ ਗੱਲ ਹੈ, ਤੈਨੂੰ ਕੋਈ ਰੁਝੇਵਾਂ ਲੱਭ ਗਿਆ। ਇਹ ਕੱਲ ਤਾਂ ਨਹੀਂ ਹੋਵੇਗਾ ਨਾ? ਉਹਨੇ ਪਿਆਰ ਨਾਲ ਅਜਿਹੀ ਆਵਾਜ਼ ਵਿੱਚ ਕਿਹਾ ਜਿਹੜੀ ਮਾਂ ਨੇ ਪਹਿਲਾਂ ਕਦੀ ਨਹੀਂ ਸੀ ਸੁਣੀ। ਜਦੋਂ ਉਹ ਇਸ਼ਤਿਹਾਰ ਆਏ ਤਾਂ ਉਹਨਾਂ ਮੇਰੀ ਵੀ ਤਲਾਸ਼ੀ ਲਈ, ਉਹਨੇ ਥੋੜੀ ਜਿਹੀ ਸ਼ੇਖੀ ਝਾੜਦੇ ਹੋਏ ਕਿਹਾ। ਫੇਰ ਉਹ ਗੱਲ? ਜੇਲਰ ਨੇ ਨਾਰਾਜ਼ ਹੋ ਕੇ ਕਿਹਾ। ਮੈਂ ਤੁਹਾਨੂੰ ਕਿਹਾ ਇਸ ਗੱਲ ਦੀ ਮਨਾਹੀ ਹੈ। ਲੋਕਾਂ ਨੂੰ ਕੈਦ ਕਰਦੇ ਹੀ ਇਸ ਲਈ ਨੇ ਕਿ ਉਹਨਾਂ ਨੂੰ ਇਹ ਪਤਾ ਨਾ ਲੱਗੇ ਬਾਹਰ ਕੀ ਹੋ ਰਿਹਾ ਅਤੇ ਵੇਖੋ ਤੁਸੀਂ ਕੀ ਕਰ ਰਹੇ ਹੋ। ਇੱਕ ਵਾਰ ਸਮਝ ਲਓ ਕਿ ਕਿਸ ਗੱਲ ਦੀ ਮਨਾਹੀ ਹੈ। ਚੱਲ ਬਸ ਕਰ ਮਾਂ, ਪਾਵੇਲ ਨੇ ਕਿਹਾ। ਮਤਵੇਈ ਇਵਾਨੋਵਿਚ ਦਿਲ ਦਾ ਚੰਗਾ ਏ ਅਤੇ ਉਹਨੂੰ ਗੁੱਸੇ ਕਰਨ ਦਾ ਕੋਈ ਫਾਇਦਾ ਨਹੀਂ। ਅਸੀਂ ਦੋਸਤ ਵਾਂ। ਇਹ ਸਬੱਬੀ ਗੱਲ ਹੈ ਕਿ ਤੇਰੀ ਮੁਲਾਕਾਤ ਸਮੇਂ ਉਹ ਡਿਊਟੀ ਤੇ ਹੈ, ਆਮ ਤੌਰ ਤੇ ਮੀਤ ਮੁਖੀ ਹੁੰਦਾ ਹੈ। ਵਕਤ ਖਤਮ ਹੋ ਗਿਆ, ਜੇਲਰ ਨੇ ਆਪਣੀ ਘੜੀ ਵੱਲ ਵੇਖਦੇ ਹੋਏ ਕਿਹਾ। ਸ਼ੁਕਰੀਆ ਪਿਆਰੀ ਅੰਮਾ, ਪਾਵੇਲ ਨੇ ਕਿਹਾ। ਫਿਕਰ ਨਾ ਕਰ, ਉਹ ਮੈਨੂੰ ਛੇਤੀ ਹੀ ਛੱਡ ਦੇਣਗੇ। ਪਾਵੇਲ ਨੇ ਮਾਂ ਨੂੰ ਘੁੱਟ ਕੇ ਜੱਫੀ ਪਾਈ ਅਤੇ ਚੁੰਮਿਆ ਤੇ ਉਹ ਇੰਨੀ ਪ੍ਰਭਾਵਿਤ ਅਤੇ ਖੁਸ਼ ਹੋਈ ਕਿ ਉਹ ਰੋ ਪਈ। ਚੱਲ ਲਾਂਘੇ ਵਿੱਚ ਮਾਂ ਦੇ ਅੱਗੇ ਜਾਂਦੇ ਹੋਏ ਜੇਲਰ ਬੁੜਬੁੜਾਇਆ। ਰੋ ਨਹੀਂ, ਉਹ ਉਹਨੂੰ ਛੱਡ ਦੇਣਗੇ, ਉਹਨਾਂ ਸਾਰਿਆਂ ਨੂੰ ਛੱਡਦੇ ਨੇ। ਇੱਥੇ ਬਹੁਤ ਜ਼ਿਆਦਾ ਭੀੜ ਹੋ ਗਈ ਏ। ਘਰ ਆ ਕੇ ਉਹਨੇ ਖੁਖੋਲ ਨੂੰ ਸਾਰੀ ਗੱਲ ਦੱਸੀ। ਹਸੂ ਕਰਦੀ ਉਹਦੇ ਭਰਵੱਟੇ ਥਰਕ ਰਹੇ ਸਨ। ਬੜੀ ਚੁਸਤੀ ਨਾਲ ਮੈਂ ਉਹਨੂੰ ਸਾਰੀ ਗੱਲ ਦੱਸ ਦਿੱਤੀ। ਉਹ ਸਮਝ ਗਿਆ, ਉਹ ਜ਼ਰੂਰ ਸਮਝ ਗਿਆ ਹੋਣਾ। ਉਹਨੇ ਹੌਂਕਾ ਲੈ ਕੇ ਗੱਲ ਜਾਰੀ ਰੱਖੀ। ਨਹੀਂ ਤਾਂ ਉਹਨੇ ਇੰਨਾ ਪਿਆਰ ਨਹੀਂ ਸੀ ਕਰਨਾ, ਪਹਿਲਾਂ ਉਹਨੇ ਅਜਿਹਾ ਕਦੀ ਨਹੀਂ ਕੀਤਾ। ਤੂੰ ਵੀ ਅਜੀਬ ਹੈ, ਖੁਖੋਲ ਹੱਸਿਆ। ਲੋਕ ਹਰ ਤਰ੍ਹਾਂ ਦੀਆਂ ਚੀਜ਼ਾਂ ਚਾਹੁੰਦੇ ਨੇ, ਪਰ ਮਾਂ ਨੂੰ ਬਸ ਪਿਆਰ ਚਾਹੀਦਾ। ਪਰ ਉਹ ਲੋਕ ਆਂਦਰੀ ਉਸ਼ਾ, ਜੇ ਤੂੰ ਕਿਤੇ ਵੇਖੇ ਹੁੰਦੇ, ਉਹਨੇ ਅਚਾਨਕ ਤਰੰਗ ਨਾਲ ਕਿਹਾ।
ਉਹ ਕਿਵੇਂ ਇਹਦੇ ਆਦੀ ਹੋ ਗਏ ਨੇ। ਉਹਨਾਂ ਦੇ ਬੱਚੇ ਉਹਨਾਂ ਤੋਂ ਖੋਹ ਲਏ ਗਏ ਤੇ ਜੇਲ੍ਹ ਵਿੱਚ ਸੁੱਟ ਦਿੱਤੇ ਗਏ ਤੇ ਉਹ ਇਉਂ ਵਿੱਚ ਰਹੇ ਸਨ ਜਿਵੇਂ ਕੁਝ ਹੋਇਆ ਹੀ ਨਹੀਂ। ਉੱਥੇ ਆਉਂਦੇ, ਬੈਠਦੇ, ਉਡੀਕਦੇ ਤੇ ਖਬਰਾਂ ਬਾਰੇ ਗੱਲਾਂ ਕਰਦੇ। ਜੇ ਪੜ੍ਹੇ ਲਿਖੇ ਲੋਕ ਇਉਂ ਆਦੀ ਹੋ ਸਕਦੇ ਨੇ ਤਾਂ ਸਾਡੇ ਜੇ ਬੇਸਮਝ ਲੋਕਾਂ ਤੋਂ ਕੀ ਆਸ ਹੋ ਸਕਦੀ ਹੈ। ਉਹ ਹਾਂ, ਖੋਖੋਲ ਨੇ ਆਪਣੇ ਸੁਭਾਵਿਕ ਵਿਅੰਗ ਨਾਲ ਜਵਾਬ ਦਿੱਤਾ। ਆਖੀਰ ਕਾਨੂੰਨ ਸਾਡੇ ਨਾਲੋਂ ਉਹਨਾਂ ਦਾ ਵੱਧ ਲਿਹਾਜ਼ ਕਰਦਾ ਹੈ ਤੇ ਉਹਨਾਂ ਨੂੰ ਸਾਡੇ ਨਾਲੋਂ ਕਾਨੂੰਨ ਦੀ ਵੱਧ ਲੋੜ ਹੁੰਦੀ ਹੈ। ਸੋ ਜੇ ਇਹ ਇੱਕ ਅੱਧ ਵਾਰ ਉਹਨਾਂ ਦੇ ਸਿਰਾਂ ਉੱਤੇ ਇੱਕ ਜੜ ਦਿੰਦੇ ਤਾਂ ਉਹ ਮੂੰਹ ਬਣਾਉਂਦੇ ਨੇ, ਪਰ ਕੋਈ ਬਹੁਤਾ ਨਹੀਂ। ਆਪਣੀ ਮੌਤਹਰ ਨਾਲ ਮਾਰ ਖਾ ਲੈਣੀ ਕਿਸੇ ਹੋਰ ਦੀ ਮੌਤਹਰ ਨਾਲ ਮਾਰ ਖਾਣਾ ਉਹਨਾਂ ਨੂੰ ਸੌਖਾ ਹੁੰਦਾ ਹੈ। ਅੰਕ 20ਵਾਂ। ਇੱਕ ਸ਼ਾਮ ਜਦੋਂ ਮਾਂ ਕੋਲ ਬੈਠੀ ਜਰਾਬ ਉਣ ਰਹੀ ਸੀ ਅਤੇ ਖੋਖੋਲ ਪ੍ਰਾਚੀਨ ਰੋਮ ਵਿੱਚ ਗੁਲਾਮਾਂ ਦੀ ਬਗਾਵਤ ਬਾਰੇ ਉਹਨੂੰ ਪੜ੍ਹ ਕੇ ਸੁਣਾ ਰਿਹਾ ਸੀ, ਕਿਸੇ ਨੇ ਜ਼ੋਰ ਦੀ ਦਰਵਾਜ਼ਾ ਖੜਕੜਾਇਆ ਅਤੇ ਜਦੋਂ ਖੋਖੋਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਵੈਸੂਓ ਸੱਚੀ ਕੋਵ ਇੱਕ ਪੋਟਲੀ ਕਸ਼ ਵਿੱਚ ਮਾਰੀ ਅੰਦਰ ਆਇਆ। ਉਹਦੀ ਟੋਪੀ ਸਿਰ ਤੇ ਪਿੱਛੇ ਧੱਕੀ ਹੋਈ ਸੀ ਤੇ ਉਹਦੀਆਂ ਲੱਤਾਂ ਉੱਤੇ ਗੋਡਿਆਂ ਤੱਕ ਚਿੱਕੜ ਦੇ ਚਿੱਟੇ ਪਏ ਸਨ। ਲੰਘਦਿਆਂ ਮੈਂ ਲੋ ਵੇਖੀ ਤੇ ਸੋਚਿਆ ਸਲਾਮ ਕਹੀ ਚੱਲਾਂ। ਸਿੱਧਾ ਜੇਲੋਂ ਆਇਆ, ਉਹਨੇ ਅਜੀਬ ਆਵਾਜ਼ ਵਿੱਚ ਕਿਹਾ। ਪੈਲਾਗੀਆ ਦਾ ਹੱਥ ਫੜ ਕੇ ਉਹਨੇ ਬੜੇ ਜੋਸ਼ ਨਾਲ ਹੱਥ ਮਿਲਾਇਆ। ਪਾਵੇਲ ਨੇ ਬਹੁਤ ਪਿਆਰ ਘੱਲਿਆ, ਉਹਨੇ ਕਿਹਾ। ਉਹ ਔਖਾ ਜਿਹਾ ਹੋ ਕੇ ਬਹਿ ਗਿਆ ਤੇ ਕਮਰੇ ਨੂੰ ਉਦਾਸ ਸ਼ੱਕੀ ਨਜ਼ਰਾਂ ਨਾਲ ਘੋਖਿਆ। ਮਾਂ ਨੂੰ ਉਹ ਚੰਗਾ ਨਹੀਂ ਸੀ ਲੱਗਦਾ। ਉਹਨੂੰ ਉਹਦੇ ਚੁਕੋਰ ਮੁੰਨੇ ਹੋਏ ਸਿਰ ਤੇ ਉਹਦੀਆਂ ਨਿੱਕੀਆਂ ਅੱਖਾਂ ਵਿੱਚ ਕੁਝ ਡਰਾਉਣਾ ਜਾਪਦਾ, ਪਰ ਉਹ ਜੋਕੀ ਰਾਤ ਉਹਨੂੰ ਵੇਖ ਕੇ ਖੁਸ਼ ਹੋਈ ਸੀ ਅਤੇ ਉਹਦੇ ਨਾਲ ਉਤੇਜਨਾ ਨਾਲ ਗੱਲਾਂ ਕਰਦੇ ਹੋਏ ਪਿਆਰ ਨਾਲ ਮੁਸਕਰਾਈ। ਤੂੰ ਕਿੰਨਾ ਪਤਲਾ ਹੋ ਗਿਆ। ਆਂਦਰੀ ਉਸ਼ਾ ਉਹਨੂੰ ਚਾਹ ਦਾ ਗਲਾਸ ਦੇਈਏ। ਮੈਂ ਤਾਂ ਸਾਮਾਵਰ ਗਰਮ ਕਰ ਰਿਹਾ, ਖੋਖੋਲ ਰਸੋਈ ਵਿੱਚ ਬੋਲਿਆ। ਸੋ ਪਾਵੇਲ ਦਾ ਕੀ ਹਾਲ ਹੈ? ਤੇਰੇ ਸਿਵਾ ਕਿਸੇ ਹੋਰ ਨੂੰ ਵੀ ਛੱਡਿਆ? ਨਿਕੋਲਾਈ ਨੇ ਨੀਵੀਂ ਪਾ ਲਈ। ਪਾਵੇਲ ਉੱਥੇ ਸਬਰ ਨਾਲ ਉਡੀਕ ਰਿਹਾ, ਬਸ ਮੈਨੂੰ ਹੀ ਛੱਡਿਆ। ਉਹਨੇ ਆਪਣੀ ਅੱਖਾਂ ਉੱਪਰ ਚੁੱਕ ਕੇ ਮਾਂ ਦੇ ਮੂੰਹ ਵੱਲ ਵੇਖਿਆ ਤੇ ਹੌਲੀ ਮੀਚੇ ਦੰਦਾਂ ਵਿੱਚੋਂ ਬੋਲਿਆ, ਮੈਂ ਉਹਨਾਂ ਨੂੰ ਕਿਹਾ ਮੇਰੇ ਲਈ ਹੱਦ ਹੋ ਗਈ ਏ, ਮੈਨੂੰ ਛੱਡ ਦਿਓ। ਜੇ ਤੁਸੀਂ ਨਾ ਛੱਡਿਆ ਤਾਂ ਮੈਂ ਕਿਸੇ ਨੂੰ ਤੇ ਆਪਣੇ ਆਪ ਨੂੰ ਵੀ ਕਤਲ ਕਰ ਦਿਆਂਗਾ। ਸੋਨਾ ਮੈਨੂੰ ਛੱਡ ਦਿੱਤਾ। ਆਹ, ਮਾਂ ਨੇ ਛੇੜਦੇ ਹੋਏ ਕਿਹਾ। ਜਦੋਂ ਮਾਂ ਦੀਆਂ ਅੱਖਾਂ ਉਹਦੀਆਂ ਤਿੱਖੀਆਂ ਸੁੰਗੇੜੀਆਂ ਅੱਖਾਂ ਨਾਲ ਮਿਲਦੀਆਂ ਤਾਂ ਉਹ ਅਚੇਤ ਹੀ ਅੱਖਾਂ ਝੁਮਕਣ ਲੱਗ ਪੈਂਦੀ। ਫਿਓਦੋਰ ਮਾਜੀਨ ਦਾ ਕੀ ਹਾਲ ਹੈ? ਖੋਖੋਲ ਨੇ ਰਸੋਈ ਵਿੱਚ ਉੱਚੀ ਆਵਾਜ਼ ਵਿੱਚ ਪੁੱਛਿਆ। ਹਜੇ ਵੀ ਨਜ਼ਮਾਂ ਲਿਖਦਾ? ਹਾਂ, ਇਹ ਮੇਰੀ ਸਮਝੋ ਪਰੇ ਦੀ ਗੱਲ ਹੈ, ਨਿਕੋਲਾਈ ਨੇ ਸਿਰ ਹਿਲਾ ਕੇ ਕਿਹਾ। ਉਹ ਆਪਣੇ ਆਪ ਨੂੰ ਸਮਝਦਾ ਕੀ ਹੈ? ਬੁਲਬੁਲ ਪਿੰਜਰੇ ਵਿੱਚ ਡੱਕ ਦਿਓ ਤੇ ਗਾਉਣ ਲੱਗ ਪੈਂਦਾ ਹੈ। ਪਰ ਇੱਕ ਗੱਲ ਦੀ ਮੈਨੂੰ ਸਮਝ ਹੈ, ਮੈਂ ਘਰ ਨਹੀਂ ਜਾਣਾ ਚਾਹੁੰਦਾ। ਘਰੇ ਤੇਰਾ ਹੈ ਵੀ ਕੀ? ਮਾਂ ਨੇ ਸੋਚਦੇ ਹੋਏ ਕਿਹਾ। ਲੁੱਗਾ ਘਰ, ਅੰਗੀਠੀ ਵਿੱਚ ਅੱਗ ਵੀ ਨਹੀਂ ਬਲੀ, ਹਰ ਥਾਂ ਠੰਡ। ਉਹਨੇ ਕੁਝ ਨਾ ਕਿਹਾ, ਬਸ ਕਾਣੀ ਅੱਖ ਨਾਲ ਉਹਦੇ ਵੱਲ ਵੇਖਦਾ ਰਿਹਾ। ਅਖੀਰ ਉਹਨੇ ਸਿਗਰਟਾਂ ਦੀ ਡੱਬੀ ਜੇਬ ਵਿੱਚੋਂ ਕੱਢੀ, ਕਾਲ ਕੀਤੇ ਬਿਨਾਂ ਆਰਾਮ ਨਾਲ ਇੱਕ ਸਿਗਰਟ ਲਾਈ ਤੇ ਕਿਸੇ ਗੁੱਸੇ ਕੁੱਤੇ ਵਾਂਗ ਨਾਖੁਸ਼ ਗੁਰਾਇਆ। ਹਾਂ, ਮੇਰਾ ਖਿਆਲ ਹੈ ਸਭ ਕੁਝ ਠੰਡਾ ਹੀ ਹੋਵੇਗਾ, ਉਹਨੇ ਸਲੇਟੀ ਧੂੜ ਨੂੰ ਲੋਪ ਹੁੰਦੇ ਹੋਏ ਵੇਖਦੇ ਕਿਹਾ। ਫਰਸ਼ ਤੇ ਯੱਕ ਹੋਏ ਕਾਕਰੋਚ ਪਏ ਹੋਣਗੇ ਤੇ ਯੱਕ ਹੋਏ ਚੂਹੇ ਵੀ। ਪੈਲਾਗੀਆ ਨਿਲੋਵਣਾ ਰਾਤ ਮੈਨੂੰ ਇੱਥੇ ਕੱਟਣ ਦੇਂਗੀ? ਉਹਨੇ ਮਾਂ ਵੱਲ ਨਾ ਵੇਖਦੇ ਹੋਏ ਭਰੜਾਈ ਆਵਾਜ਼ ਵਿੱਚ ਕਿਹਾ। ਕਿਉਂ ਨਹੀਂ, ਜ਼ਰੂਰ, ਉਹਨੇ ਕਾਲੀ ਜਵਾਬ ਦਿੱਤਾ। ਪਤਾ ਨਹੀਂ ਕਿਉਂ ਉਹਦੇ ਸਾਹਮਣੇ ਉਹ ਔਖੀ ਜਿਹੀ ਅਨੁਭਵ ਕਰਦੀ ਸੀ। ਅੱਜ ਕੱਲ ਤਾਂ ਬੰਦੇ ਨੂੰ ਆਪਣੇ ਮਾਂ ਪਿਓ ਤੇ ਵੀ ਸ਼ਰਮ ਆਉਂਦੀ ਹੈ। ਕੀ ਕਿਹਾ? ਮਾਂ ਨੇ ਤਰਬਕ ਕੇ ਪੁੱਛਿਆ। ਉਹਨੇ ਮਾਂ ਵੱਲ ਵੇਖਿਆ, ਫਿਰ ਅੱਖਾਂ ਬੰਦ ਕਰ ਲਈਆਂ, ਇਉਂ ਕਿ ਉਹਦਾ ਮਾਤਾ ਦਾ ਦਾਗਾਂ ਵਾਲਾ ਮੂੰਹ ਅੰਨਾ ਜਾਪਣ ਲੱਗ ਪਿਆ। ਮੈਂ ਕਿਹਾ, ਬੰਦੇ ਨੂੰ ਆਪਣੇ ਮਾਂ ਪਿਓ ਤੇ ਸ਼ਰਮ ਆਉਣ ਲੱਗ ਪਈ ਹੈ। ਉਹਨੇ ਹੌਂਕਾ ਲੈ ਕੇ ਗੱਲ ਦੁਹਰਾਈ। ਪਾਵੇਲ ਨੂੰ ਤੇਰੇ ਤੇ ਕਦੀ ਸ਼ਰਮ ਨਹੀਂ ਆਈ, ਪਰ ਮੈਨੂੰ ਆਪਣੇ ਬੁੱਢੇ ਤੇ ਸ਼ਰਮ ਆਉਂਦੀ ਹੈ। ਮੈਂ ਉਹਦੇ ਮਕਾਨ ਵਿੱਚ ਕਦੀ ਪੈਰ ਨਹੀਂ ਧਰਨ ਲੱਗਾ। ਮੇਰਾ ਕੋਈ ਪਿਓ ਨਹੀਂ ਤੇ ਕੋਈ ਘਰ ਨਹੀਂ। ਜੇ ਮੈਂ ਪੁਲਿਸ ਦੀ ਨਿਗਰਾਨੀ ਹੇਠ ਨਾ ਹੁੰਦਾ ਤਾਂ ਮੈਂ ਸਾਇਬੇਰੀਆ ਚਲਾ ਜਾਂਦਾ। ਮੈਂ ਉੱਥੇ ਜਲਾਵਤਨ ਹੋਏ ਲੋਕਾਂ ਨੂੰ ਆਜ਼ਾਦ ਕਰਦਾ, ਨੱਠ ਜਾਣ ਵਿੱਚ ਉਹਨਾਂ ਦੀ ਮਦਦ ਕਰਦਾ। ਉਹਦੇ ਸੂਖਮ ਦਿਲ ਨੇ ਮਾਂ ਨੂੰ ਦੱਸ ਦਿੱਤਾ ਕਿ ਉਹ ਦੁਖੀ ਹੈ, ਪਰ ਉਹਨੂੰ ਉਹਦੇ ਉੱਤੇ ਤਰਸ ਨਾ ਆਇਆ। ਜੇ ਤੂੰ ਇੰਜ ਸੋਚਦਾ ਹੈ ਤਾਂ ਚੰਗੀ ਗੱਲ ਇਹ ਵੇ ਕਿ ਤੂੰ ਚਲਾ ਜਾ, ਉਹਨੇ ਕਿਹਾ, ਤਾਂ ਜੋ ਚੁੱਪ ਰਹਿ ਕੇ ਉਹਨੂੰ ਨਾਰਾਜ਼ ਨਾ ਕਰੇ। ਆਂਦਰੇਈ ਰਸੋਈ ਵਿੱਚੋਂ ਆ ਗਿਆ। ਇਹ ਤੂੰ ਕੀ ਕਹਿ ਰਹੀ ਹੈ? ਉਹ ਹੱਸਿਆ। ਮੈਂ ਖਾਣ ਲਈ ਕੁਝ ਲਿਆਉਂਦੀ ਵਾਂ, ਮਾਂ ਨੇ ਉੱਠਦੇ ਹੋਏ ਕਿਹਾ। ਨਿਕੋਲਾਈ ਨੇ ਕੁਝ ਚਿਰ ਨੀਝ ਲਾ ਕੇ ਖੋਖੋਲ ਵੱਲ ਵੇਖਿਆ ਤੇ ਫਿਰ ਅਚਾਨਕ ਬੋਲ ਉੱਠਿਆ। ਮੇਰਾ ਖਿਆਲ ਹੈ ਕੁਝ ਲੋਕਾਂ ਨੂੰ ਮਾਰ ਦੇਣਾ ਚਾਹੀਦਾ ਹੈ। ਓਹੋ, ਕਿਉਂ? ਖੋਖੋਲ ਨੇ ਪੁੱਛਿਆ। ਉਹਨਾਂ ਤੋਂ ਛੁਟਕਾਰਾ ਪਾਉਣ ਲਈ।
ਲੰਮਾ ਅਤੇ ਪਤਲਾ ਖਖੋਲ ਆਪਣੀਆਂ ਅੱਡੀਆਂ ਉੱਤੇ ਝੂਲਦਾ ਤੇ ਕਮਰੇ ਦੇ ਵਿਚਕਾਰ ਖੜਾ ਆਪਣੇ ਹੱਥ ਆਪਣੀਆਂ ਜੇਬਾਂ ਵਿੱਚ ਘੁਸੇੜ ਕੇ ਨਿਕਲੋਈ ਵੱਲ ਝਾਕ ਰਿਹਾ ਸੀ, ਜਿਹੜਾ ਕੁਰਸੀ ਉੱਤੇ ਡਟ ਕੇ ਬੈਠਾ ਸਿਗਰਟ ਦੇ ਧੂੰ ਵਿੱਚ ਲਿਪਟਿਆ ਹੋਇਆ ਸੀ। ਉਹਦੀਆਂ ਗੱਲਾਂ ਉੱਤੇ ਲਾਲ ਧੱਫੜ ਪੈ ਗਏ ਸਨ। ਉਸ ਈਸਾਈ ਗੋਰਬੋਵ ਦਾ ਸਿਰ ਤਾਂ ਮੈਂ ਵੱਢ ਹੀ ਦੇਣਾ, ਤੂੰ ਵੇਖ ਲਈ, ਮੈਂ ਉਹਨੂੰ ਛੱਡਣਾ ਨਹੀਂ। ਕਿਉਂ? ਉਹ ਸੂਹੀਆ ਤੇ ਚੁਗਲਖੋਰ ਹੈ। ਉਹਨੇ ਹੀ ਮੇਰੇ ਪਿਓ ਨੂੰ ਬਰਬਾਦ ਕੀਤਾ, ਉਹਨੂੰ ਵੀ ਚੁਗਲਖੋਰ ਬਣਾ ਦਿੱਤਾ ਸੂ। ਵੈਸਵੋ ਸਚੀਕੋਵ ਨੇ ਆਂਦਰੇਈ ਵੱਲ ਖੋਰੀ ਦੋਖ ਨਾਲ ਵੇਖਦੇ ਹੋਏ ਕਿਹਾ। ਸੋ ਇਹ ਗੱਲ ਹੈ, ਖਖੋਲ ਬੋਲ ਉੱਠਿਆ, ਪਰ ਇਹ ਗੱਲ ਤੇਰੇ ਖਿਲਾਫ ਵਰਤਨ ਦੀ ਬੇਵਕੂਫੀ ਤਾਂ ਕਿਸੇ ਕਰਨੀ ਨਹੀਂ। ਹੁਸ਼ਿਆਰ ਤੇ ਮੂਰਖ ਸਭ ਇੱਕੋ ਜਿਹੇ ਨੇ, ਨਿਕਲੋਈ ਨੇ ਅੜੀ ਨਾਲ ਕਿਹਾ। ਤੈਨੂੰ ਤੇ ਪਾਵੀਲ ਨੂੰ ਹੀ ਲੈ ਲਓ, ਤੁਸੀਂ ਦੋਵੇਂ ਹੁਸ਼ਿਆਰ ਹੋ, ਪਰ ਕੀ ਤੁਹਾਡੀਆਂ ਨਜ਼ਰਾਂ ਵਿੱਚ ਮੈਂ ਅਜਿਹਾ ਹੀ ਵਾਂ ਜਿਹੋ ਜਿਹਾ ਫਿਦੋਰ ਮਾਈਜੀਨ ਇਹ ਜਾਂ ਸਮੋਇਲੋਵ ਏ, ਜਾਂ ਜਿਹੋ ਜਿਹੇ ਤੁਸੀਂ ਦੋਵੇਂ ਇੱਕ ਦੂਜੇ ਲਈ ਹੋ? ਝੂਠ ਨਾ ਬੋਲੀ, ਉਂਝ ਵੀ ਮੈਂ ਤੇਰੇ ਤੇ ਇਤਬਾਰ ਨਹੀਂ ਕਰਨਾ। ਤੁਸੀਂ ਸਾਰੇ ਮੈਨੂੰ ਇੱਕ ਪਾਸੇ ਧੱਕ ਦਿਓ, ਮੈਨੂੰ ਥਾਂ ਸਿਰ ਰੱਖ ਦਿਓ। ਤੇਰੀ ਰੂਹ ਬਿਮਾਰ ਹੈ ਨਿਕੋਲਾਈ, ਖਗੋਲ ਨੇ ਉਹਦੇ ਕੋਲ ਬਹਿੰਦੇ ਹੋਏ ਨਰਮੀ ਅਤੇ ਸਨੇਹ ਨਾਲ ਕਿਹਾ। ਬਿਮਾਰ ਤਾਂ ਇਹ ਹੈ ਹੀ, ਪਰ ਤੇਰੀ ਵੀ ਬਿਮਾਰ ਹੈ। ਬਸ ਤੂੰ ਇਹ ਸੋਚਦਾ ਹੈ ਕਿ ਤੇਰੀ ਬਿਮਾਰੀ ਮੇਰੀ ਬਿਮਾਰੀ ਨਾਲੋਂ ਵਧੀਆ ਕਿਸਮ ਦੀ ਹੈ। ਅਸੀਂ ਸਾਰੇ ਇੱਕ ਦੂਜੇ ਨਾਲ ਕੁੱਤੀ ਦੇ ਪੁੱਤਰਾਂ ਵਾਂਗ ਸਲੂਕ ਕਰਦੇ ਵਾਂ। ਮੈਂ ਤਾਂ ਬਸ ਇਹੋ ਕਹਿਣਾ, ਕਰਦੇ ਆ ਨਾ ਕਿ ਨਹੀਂ? ਬੋਲ। ਉਹਨੇ ਆਪਣੀਆਂ ਤਿੱਖੀਆਂ ਅੱਖਾਂ ਆਂਦਰੇਈ ਦੇ ਮੂੰਹ ਉੱਤੇ ਗੱਡ ਦਿੱਤੀਆਂ ਤੇ ਦੰਦ ਕੱਢ ਕੇ ਉੜੀਕਣ ਲੱਗ ਪਿਆ। ਉਹਦੇ ਧੱਫੜਾਂ ਵਾਲੇ ਮੂੰਹ ਦੀ ਨੁਹਾਰ ਨਾ ਤਬਦੀਲ ਹੋਈ, ਪਰ ਉਹਦੇ ਮੋਟੇ ਬੁੱਲ ਕੰਬਣ ਲੱਗ ਪਏ ਜਿਵੇਂ ਉਹ ਕਿਸੇ ਗਰਮ ਸ਼ੈ ਨਾਲ ਲੂਹੇ ਗਏ ਹੋਣ। ਮੈਂ ਕੁਝ ਨਹੀਂ ਕਹਿ ਸਕਦਾ, ਖਖੋਲ ਨੇ ਵੈਸਵੋ ਸਚੀਕੋਵ ਦੀ ਖੋਟੀ ਤੱਕਣੀ ਵੇਖਦੇ ਹੋਏ ਕਿਹਾ। ਉਹਦੀਆਂ ਨੀਲੀਆਂ ਅੱਖਾਂ ਵਿੱਚ ਇੱਕ ਪਿਆਰ ਭਰੀ ਅਤੇ ਉਦਾਸ ਮੁਸਕਾਨ ਸੀ। ਮੈਨੂੰ ਤਾਂ ਬਸ ਇਹ ਪਤਾ ਹੈ ਕਿ ਜਦੋਂ ਕਿਸੇ ਦੇ ਦਿਲ ਦੇ ਸਾਰੇ ਫੱਟ ਖੁੱਲੇ ਹੋਣ ਤਾਂ ਉਹਦੇ ਨਾਲ ਬਹਿਸ ਕੀਤਿਆਂ ਉਹਨੂੰ ਦੁੱਖ ਹੀ ਹੁੰਦਾ ਹੈ। ਮੈਂ ਜਾਣਦਾ ਭਰਾਵਾ, ਬਹਿਸ ਕਰਨਾ ਮੇਰਾ ਕੰਮ ਨਹੀਂ, ਮੈਂ ਇਹ ਕਰ ਹੀ ਨਹੀਂ ਸਕਦਾ। ਅੱਖਾਂ ਨੀਵੀਆਂ ਪਾਉਂਦੇ ਹੋਏ ਨਿਕੋਲਾਈ ਬੁੜਬੁੜਾਇਆ। ਮੈਨੂੰ ਜਾਪਦਾ ਹੈ, ਖਗੋਲ ਨੇ ਸਾਰੀ ਗੱਲ ਜਾਰੀ ਰੱਖੀ, ਸਾਡੇ ਵਿੱਚੋਂ ਹਰ ਇੱਕ ਆਪਣੇ ਕੰਡਿਆਲੇ ਰਾਹ ਉੱਤੇ ਚੱਲਿਆ ਹੈ ਤੇ ਆਪਣੀ ਹਨੇਰੀ ਘੜੀ ਹਰ ਇੱਕ ਤੇਰੇ ਵਾਂਗ ਡਡਿਆਇਆ ਹੈ। ਤੂੰ ਮੈਨੂੰ ਕੁਝ ਨਹੀਂ ਦੱਸ ਸਕਦਾ, ਵੈਸਵੋ ਸਚੀਕੋਵ ਨੇ ਹੌਲੀ ਹੌਲੀ ਕਿਹਾ। ਮੇਰੀ ਰੂਹ ਬਘਿਆੜ ਵਾਂਗ ਚੰਗ ਰਹੀ ਏ। ਮੈਂ ਤੈਨੂੰ ਕੁਝ ਨਹੀਂ ਦੱਸਣਾ ਚਾਹੁੰਦਾ, ਬਸ ਮੈਂ ਜਾਣਦਾ ਕਿ ਇਹ ਹਾਲਤ ਰਹਿਣ ਨਹੀਂ ਲੱਗੀ। ਸ਼ਾਇਦ ਇਹ ਪੂਰੀ ਤਰ੍ਹਾਂ ਖਤਮ ਨਾ ਹੋਵੇ, ਪਰ ਇਹ ਰਹਿਣ ਨਹੀਂ ਲੱਗੀ। ਉਹ ਨਿੱਕਾ ਜਿਹਾ ਹਾਸਾ ਹੱਸਿਆ ਤੇ ਨਿਕੋਲਾਈ ਦਾ ਮੋਢਾ ਥਾਪੜ ਕੇ ਗੱਲ ਜਾਰੀ ਰੱਖੀ। ਖਸਰੇ ਵਾਂਗੇ ਬੱਚਿਆਂ ਦੀ ਬਿਮਾਰੀ ਹੈ, ਸਾਨੂੰ ਸਾਰਿਆਂ ਨੂੰ ਇਹ ਕਦੀ ਨਾ ਕਦੀ ਹੁੰਦੀ ਹੈ। ਤਕੜਿਆਂ ਤੇ ਇਹਦਾ ਜ਼ੋਰ ਘੱਟ ਹੁੰਦਾ ਹੈ, ਮਾੜਿਆਂ ਨੂੰ ਇਹਦੇ ਨਾਲ ਬਹੁਤ ਦੁੱਖ ਹੁੰਦਾ ਹੈ। ਇਹ ਸਾਨੂੰ ਐਨ ਉਸ ਘੜੀ ਪਕੜਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਲੱਭ ਰਹੇ ਹੁੰਦੇ ਹਾਂ, ਪਰ ਅਸਾਂ ਹਜੇ ਜ਼ਿੰਦਗੀ ਅਤੇ ਇਹਦੇ ਵਿੱਚ ਆਪਣੀ ਥਾਂ ਦਾ ਪੂਰਾ ਦ੍ਰਿਸ਼ ਨਹੀਂ ਵੇਖਿਆ ਹੁੰਦਾ। ਤੁਹਾਨੂੰ ਜਾਪਦਾ ਹੈ ਕਿ ਤੁਸੀਂ ਇਸ ਧਰਤੀ ਦਾ ਸਭ ਤੋਂ ਚੰਗਾ ਪਦਾਰਥ ਹੋ ਅਤੇ ਹਰ ਕੋਈ ਤੁਹਾਨੂੰ ਚੱਕ ਮਾਰਨਾ ਚਾਹੁੰਦਾ ਹੈ, ਪਰ ਕੁਝ ਸਮਾਂ ਪਾ ਕੇ ਪਤਾ ਲੱਗਦਾ ਹੈ ਕਿ ਹੋਰਨਾਂ ਦੇ ਸੀਨੇ ਵਿੱਚ ਵੀ ਰੂਹ ਦਾ ਇੱਕ ਟੋਟਾ ਹੈ ਜਿਹੜਾ ਤੁਹਾਡੇ ਨਾਲੋਂ ਕਿਸੇ ਵੀ ਤਰ੍ਹਾਂ ਘਟੀਆ ਨਹੀਂ, ਅਤੇ ਇਸ ਨਾਲ ਮਾਮਲਾ ਸੌਖਾ ਹੋ ਜਾਂਦਾ ਹੈ। ਫਿਰ ਤੁਹਾਨੂੰ ਇਸ ਗੱਲ ਤੇ ਥੋੜੀ ਜਿਹੀ ਸ਼ਰਮ ਆ ਜਾਂਦੀ ਹੈ ਕਿ ਤੁਸੀਂ ਨਕਾਰਖਾਨੇ ਵਿੱਚ ਆਪਣੀ ਪੀਪਣੀ ਵਜਾਉਣੀ ਸ਼ੁਰੂ ਕਰ ਦਿੱਤੀ, ਜਿਹੜੀ ਬਾਕੀ ਸਾਜ਼ਾਂ ਦੀ ਆਵਾਜ਼ ਵਿੱਚ ਸੁਣੇ ਜਾਣ ਲਈ ਬਹੁਤ ਨਿੱਕੀ ਹੈ। ਪਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਪੀਪਣੀ ਸਾਰੇ ਸਾਜ਼ਾਂ ਦੇ ਰਲ ਕੇ ਵੱਜਣ ਵਿੱਚ ਇੱਕ ਸੋਹਣਾ ਵਾਧਾ ਹੈ। ਭਾਵੇਂ ਜੇ ਤੁਸੀਂ ਇਹਨੂੰ ਇਕੱਲੇ ਵਜਾਓ ਤਾਂ ਵੱਡੇ ਸਾਜ਼ ਇਹਦੀ ਆਵਾਜ਼ ਨੂੰ ਉਸੇ ਤਰ੍ਹਾਂ ਡੋਬ ਦਿੰਦੇ ਨੇ ਜਿਵੇਂ ਤੇਲ ਵਿੱਚ ਮੱਖੀ। ਮੈਂ ਜੋ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਉਹ ਸਮਝਿਆ ਏ? ਸ਼ਾਇਦ ਮੈਂ ਸਮਝਦਾ, ਨਿਕੋਲਾਈ ਨੇ ਸਿਰ ਹਿਲਾ ਕੇ ਕਿਹਾ, ਪਰ ਮੈਂ ਕਿਸੇ ਗੱਲ ਉੱਤੇ ਯਕੀਨ ਨਹੀਂ ਕਰਦਾ। ਖਖੋਲ ਹੱਸ ਕੇ ਖੜਾ ਹੋ ਗਿਆ ਤੇ ਸ਼ਰੀਲੇ ਢੰਗ ਨਾਲ ਟਹਿਲਣ ਲੱਗ ਪਿਆ। ਮੈਨੂੰ ਵੀ ਸਮਝ ਨਹੀਂ ਸੀ ਆਉਂਦੀ। ਪੁਰਾਣੀਆਂ ਇੱਟਾਂ ਦੇ ਢੇਰ। ਪੁਰਾਣੀਆਂ ਇੱਟਾਂ ਦੇ ਢੇਰ ਦਾ ਮਤਲਬ? ਨਿਕੋਲਾਈ ਨੇ ਖਖੋਲ ਵੱਲ ਵੇਖਦੇ ਹੋਏ ਉਦਾਸ ਹਾਸੇ ਨਾਲ ਕਿਹਾ। ਕਿਉਂਕਿ ਤੂੰ ਇਹੋ ਕੁਝ ਜਾਪਦਾ ਹੈ। ਅਚਾਨਕ ਨਿਕੋਲਾਈ ਖਿੜਕੇ ਹੱਸ ਪਿਆ। ਉਹਦਾ ਮੂੰਹ ਟੱਡਿਆ ਹੋਇਆ ਸੀ। ਕੀ ਹੋਇਆ? ਖਖੋਲ ਨੇ ਉਹਦੇ ਸਾਹਮਣੇ ਰੁਕ ਕੇ ਹੈਰਾਨੀ ਨਾਲ ਪੁੱਛਿਆ। ਮੈਨੂੰ ਹੁਣ ਖਿਆਲ ਆਇਆ ਕਿ ਤੇਰੇ ਜਜ਼ਬਿਆਂ ਨੂੰ ਠੇਸ ਲਾਉਣ ਵਾਲਾ ਬੰਦਾ ਕਿੰਨਾ ਮੂਰਖ ਹੋਵੇਗਾ। ਨਿਕੋਲਾਈ ਨੇ ਆਪਣਾ ਸਿਰ ਹਿਲਾਉਂਦੇ ਹੋਏ ਜਵਾਬ ਦਿੱਤਾ। ਕੋਈ ਮੇਰੇ ਜਜ਼ਬਿਆਂ ਨੂੰ ਕਿਵੇਂ ਠੇਸ ਲਾ ਸਕਦਾ ਹੈ? ਖਖੋਲ ਨੇ ਮੋਢੇ ਸੰਗੋੜੇ। ਇਹ ਮੈਂ ਨਹੀਂ ਜਾਣਦਾ, ਵੈਸਵੋ ਸਚੀਕੋਵ ਨੇ ਚੰਗੇ ਰੌ ਵਿੱਚ ਮੁਸਕਰਾ ਕੇ ਨਿਵਾਜਵੇਂ ਢੰਗ ਨਾਲ ਆਪਣੇ ਦੰਦ ਦਿਖਾਉਂਦੇ ਹੋਏ ਕਿਹਾ। ਮੇਰਾ ਮਤਲਬ ਸੀ ਕਿ ਜੇ ਕਿਸੇ ਨੇ ਕਦੀ ਤੈਨੂੰ ਦੁੱਖ ਪਹੁੰਚਾਇਆ ਤਾਂ ਉਹ ਚੋਖੇ ਭੈੜੇ ਰੌ ਵਿੱਚ ਹੋਵੇਗਾ। ਅੱਛਾ, ਇਹ ਗੱਲ ਹੈ? ਖਖੋਲ ਹੱਸਿਆ। ਆਂਦਰੀਉਸ਼ਾ, ਮਾਂ ਨੇ ਰਸੋਈ ਵਿੱਚੋਂ ਆਵਾਜ਼ ਦਿੱਤੀ। ਆਂਦਰੇਈ ਬਾਹਰ ਚਲਾ ਗਿਆ। ਇਕੱਲੇ ਰਹਿ ਗਏ। ਵੈਸਵੋ ਸਚੀਕੋਵ ਨੇ ਆਲੇ ਦੁਆਲੇ ਦੇਖਿਆ, ਫਿਰ ਇੱਕ ਠੁੱਲੇ ਜਿਹੇ ਬੂਟ ਵਿੱਚ ਪਈ ਇੱਕ ਲੱਤ ਪਸਾਰੀ
ਇਹਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ, ਝੁਕਿਆ ਤੇ ਆਪਣੀ ਮੋਟੀ ਪਿੰਨੀ ਨੂੰ ਟੋਇਆ। ਉਹਨੇ ਆਪਣਾ ਹੱਥ ਚੁੱਕਿਆ, ਆਪਣੀ ਮੋਟੀ ਤਲੀ ਤੇ ਪੀਲੇ ਵਾਲਾਂ ਨਾਲ ਕੱਜੀਆਂ ਆਪਣੀਆਂ ਠੁੱਲੀਆਂ ਉਂਗਲਾਂ ਦੇ ਪਿਛਲੇ ਪਾਸੇ ਨੂੰ ਗੌਰ ਨਾਲ ਵੇਖਿਆ, ਫਿਰ ਆਪਣੇ ਹੱਥ ਨੂੰ ਝਟਕਾ ਦੇ ਕੇ ਖੜਾ ਹੋ ਗਿਆ। ਜਦੋਂ ਆਂਦਰੇਈ ਸਾਮਾਂ ਵੱਲ ਲਿਆਇਆ ਤਾਂ ਨਿਕੋਲਾਈ ਸ਼ੀਸ਼ੇ ਸਾਹਮਣੇ ਖੜਾ ਸੀ। ਬੜੇ ਚਿਰ ਪਿੱਛੋਂ ਆਪਣੇ ਇਸ ਬੂਥੇ ਉੱਤੇ ਮੈਂ ਨਿਗਾਹ ਮਾਰੀ ਹੈ, ਉਹਨੇ ਕਿਹਾ ਤੇ ਇੱਕ ਟੇਢੀ ਮੁਸਕਾਨ ਨਾਲ ਵਾਅਦਾ ਕੀਤਾ। ਕਿਆ ਬੂਥਾ ਏ? ਤੈਨੂੰ ਇਹਦੀ ਕੀ ਫਿਕਰ ਹੈ? ਆਂਦਰੇਈ ਨੇ ਉਤਸੁਕਤਾ ਨਾਲ ਉਹਦੇ ਵੱਲ ਵੇਖਦੇ ਹੋਏ ਕਿਹਾ। ਸਾਸ਼ਾ ਕਹਿੰਦੀ ਹੈ ਮੂੰਹ ਰੂਹ ਦਾ ਸ਼ੀਸ਼ਾ ਹੁੰਦਾ ਹੈ। ਉਹਨੇ ਹੌਲੀ ਹੌਲੀ ਕਿਹਾ। ਬਕਵਾਸ, ਖਗੋਲ ਕੂਕਿਆ। ਉਹਦਾ ਨੱਕ ਮੱਛੀਆਂ ਫੜਨ ਵਾਲੀ ਕੁੰਡੀ ਜਿਹਾ ਏ ਤੇ ਗੱਲਾਂ ਦੀਆਂ ਹੱਡੀਆਂ ਚਾਕੂ ਦੇ ਫਲ ਜਈਆਂ, ਪਰ ਉਹਦੀ ਰੂਹ ਕਿਸੇ ਤਾਰੇ ਜਿਹੀ ਹੈ। ਨਿਕੋਲਾਈ ਨੇ ਉਹਦੇ ਵੱਲ ਵੇਖਿਆ ਤੇ ਖੁੱਲ੍ਹ ਕੇ ਮੁਸਕਰਾਇਆ। ਉਹ ਬਹਿ ਕੇ ਚਾਹ ਪੀਣ ਲੱਗ ਪਏ। ਨਿਕੋਲਾਈ ਨੇ ਇੱਕ ਵੱਡਾ ਆਲੂ ਲਿਆ, ਰੋਟੀ ਦੇ ਕਟੋਟੇ ਉੱਤੇ ਲੂਣ ਲਾਇਆ ਅਤੇ ਕਿਸੇ ਬਲਦ ਵਾਂਗ ਹੌਲੀ ਹੌਲੀ ਅਤੇ ਚੁੱਪਚਾਪ ਚਿੱਥਣ ਲੱਗ ਪਿਆ। ਇੱਥੇ ਕੀ ਹਾਲ ਚਾਲ ਹੈ? ਉਹਨੇ ਭਰੇ ਮੂੰਹ ਵਿੱਚੋਂ ਪੁੱਛਿਆ। ਜਦੋਂ ਆਂਦਰੇਈ ਨੇ ਉਹਨੂੰ ਇਸ ਗੱਲ ਦਾ ਖੁਸ਼ੀ ਭਰਿਆ ਹਾਲ ਦੱਸਿਆ ਕਿ ਉਹ ਕਾਰਖਾਨੇ ਵਿੱਚ ਕਿਵੇਂ ਪ੍ਰਚਾਰ ਫੈਲਾ ਰਹੀ ਹੈ, ਨਿਕੋਲਾਈ ਫਿਰ ਉਦਾਸ ਹੋ ਗਿਆ। ਉਹ ਖੋਖਲੀ ਆਵਾਜ਼ ਵਿੱਚ ਬੋਲਿਆ, ਬੜਾ ਚਿਰ ਲੱਗ ਰਿਹਾ ਹੈ, ਬਹੁਤ ਲੰਮਾ। ਸਾਨੂੰ ਵਧੇਰੇ ਤਿੱਖੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਉਹਦੇ ਵੱਲ ਵੇਖਦੇ ਹੋਏ ਦੁਸ਼ਮਣੀ ਦੀ ਭਾਵਨਾ ਮਾਂ ਦੇ ਮਨ ਵਿੱਚ ਜਾਗ ਪਈ। ਜ਼ਿੰਦਗੀ ਕੋਈ ਘੋੜਾ ਨਹੀਂ ਜਿਹਨੂੰ ਚਾਬਕ ਮਾਰ ਕੇ ਨਠਾਇਆ ਜਾ ਸਕੇ, ਆਂਦਰੇਈ ਨੇ ਕਿਹਾ। ਨਿਕੋਲਾਈ ਨੇ ਅੜੀ ਨਾਲ ਸਿਰ ਹਿਲਾਇਆ। ਬਹੁਤ ਲੰਮਾ ਚਿਰ ਹੈ, ਮੈਂ ਇਉਂ ਉਡੀਕ ਨਹੀਂ ਸਕਦਾ, ਮੈਂ ਕੀ ਕਰਾਂ? ਉਹਨੇ ਖਖੋਲ ਦੇ ਮੂੰਹ ਵੱਲ ਵੇਖਦੇ ਹੋਏ ਜਵਾਬ ਦੀ ਉਡੀਕ ਕਰਦੇ ਨਿਰਾਸ਼ ਜਿਹਾ ਇਸ਼ਾਰਾ ਕੀਤਾ। ਸਾਨੂੰ ਸਾਰਿਆਂ ਨੂੰ ਪੜ੍ਹਨਾ ਅਤੇ ਹੋਰਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ, ਅਸਾਂ ਇਹੋ ਕੁਝ ਕਰਨਾ ਹੈ, ਆਂਦਰਾਈ ਨੇ ਸਿਰ ਨੀਵਾਂ ਕਰਕੇ ਕਿਹਾ। ਤੇ ਅਸੀਂ ਲੜਨਾ ਕਦੋਂ ਸ਼ੁਰੂ ਕਰਾਂਗੇ? ਵੈਸਵੋ ਸੱਚੀਕੋਵ ਨੇ ਪੁੱਛਿਆ। ਮੈਂ ਇਹ ਤਾਂ ਨਹੀਂ ਜਾਣਦਾ ਅਸੀਂ ਕਦੋਂ ਲੜਨਾ ਸ਼ੁਰੂ ਕਰਾਂਗੇ, ਪਰ ਮੈਨੂੰ ਇੰਨਾ ਪਤਾ ਹੈ ਕਿ ਉਸ ਤੋਂ ਪਹਿਲਾਂ ਉਹ ਚੌਖੀ ਵਾਰ ਸਾਨੂੰ ਹਰਾਉਣਗੇ, ਖਖੋਲ ਨੇ ਹੱਸ ਕੇ ਕਿਹਾ। ਮੇਰੀ ਸੋਚ ਮੁਤਾਬਕ ਸਾਨੂੰ ਆਪਣੇ ਹੱਥਾਂ ਨਾਲੋਂ ਪਹਿਲਾਂ ਆਪਣੇ ਦਿਮਾਗਾਂ ਨੂੰ ਹਥਿਆਰਬੰਦ ਕਰਨਾ ਚਾਹੀਦਾ ਹੈ। ਨਿਕੋਲਾਈ ਫਿਰ ਖਾਣ ਲੱਗ ਪਿਆ ਅਤੇ ਮਾਂ ਉਹਦੇ ਚੌੜੇ ਮੂੰਹ ਤੇ ਗੁਸੈਲੀਆਂ ਨਜ਼ਰਾਂ ਸੁੱਟਦੀ ਰਹੀ, ਕੁਝ ਅਜਿਹਾ ਲੱਭਣ ਦਾ ਯਤਨ ਕਰਦੀ ਹੋਈ ਜਿਹੜਾ ਉਹਨੂੰ ਉਹਦੀ ਚੌੜੀ ਭਾਰੀ ਦੇਹ ਨੂੰ ਕਬੂਲ ਕਰਨ ਯੋਗ ਬਣਾ ਸਕੇ। ਮਾਂ ਤੇ ਉਹਦੀਆਂ ਨਿੱਕੀਆਂ ਅੱਖਾਂ ਦੀ ਚੁਭਵੀਂ ਨਜ਼ਰ ਪਈ ਅਤੇ ਇਸ ਨਾਲ ਉਹਦੇ ਭਰਵੱਟੇ ਫਰਕਣ ਲੱਗ ਪਏ। ਆਂਦਰੇਈ ਬੇਚੈਨ ਸੀ। ਉਹ ਅਚਾਨਕ ਹੱਸਣ ਤੇ ਗੱਲਾਂ ਕਰਨ ਲੱਗ ਪੈਂਦਾ, ਫਿਰ ਇੱਕਦਮ ਚੁੱਪ ਕਰ ਜਾਂਦਾ ਅਤੇ ਸੀਟੀਆਂ ਮਾਰਨ ਲੱਗ ਪੈਂਦਾ। ਮਾਂ ਨੇ ਸੋਚਿਆ ਉਹ ਜਾਣਦੀ ਸੀ ਆਂਦਰੇਈ ਨੂੰ ਕਿਹੜੀ ਗੱਲ ਤੰਗ ਕਰ ਰਹੀ ਹੈ। ਨਿਕੋਲਾਈ ਉੱਥੇ ਬੈਠਾ ਸੀ, ਸੋਚੀ ਡੁੱਬਾ। ਜੋ ਕੁਝ ਖਗੋਲ ਕਹਿੰਦਾ ਉਹਦਾ ਉਹ ਸੰਖੇਪ ਅਣਮਨਵਾਂ ਜਵਾਬ ਦਿੰਦਾ। ਨਿੱਕਾ ਜਿਹਾ ਕਮਰਾ ਮਾਂ ਅਤੇ ਆਂਦਰੇਈ ਲਈ ਘੁਟਵਾਂ ਅਤੇ ਅਣਸੁਖਾਵਾਂ ਹੋ ਗਿਆ ਅਤੇ ਪਹਿਲੇ ਇੱਕ ਫਿਰ ਦੂਜਾ ਚੋਰੀ ਚੋਰੀ ਆਪਣੇ ਮਹਿਮਾਨ ਵੱਲ ਵੇਖਦਾ। ਅਖੀਰ ਉਹ ਉੱਠਿਆ ਤੇ ਬੋਲਿਆ, ਮੈਂ ਸੌਣਾ ਚਾਹੁੰਦਾ ਹਾਂ। ਉੱਥੇ ਉਸ ਜੇਲ੍ਹ ਵਿੱਚ ਬੈਠਾ ਮੈਂ ਪਾਗਲ ਹੀ ਹੋ ਚੱਲਿਆ ਸਾਂ। ਫਿਰ ਅਚਾਨਕ ਉਹਨਾਂ ਮੈਨੂੰ ਛੱਡ ਦਿੱਤਾ ਅਤੇ ਮੈਂ ਚਲਾ ਆਇਆ। ਮੈਂ ਥੱਕ ਗਿਆ। ਉਹ ਰਸੋਈ ਵਿੱਚ ਚਲਾ ਗਿਆ ਤੇ ਕੁਝ ਦੇਰ ਹਿੱਲਣ ਜੁਲਣ ਤੋਂ ਪਿੱਛੋਂ ਉੱਕਾ ਹੀ ਚੁੱਪ ਹੋ ਗਿਆ, ਜਿਵੇਂ ਉਹ ਮਰ ਗਿਆ ਹੋਵੇ। ਮਾਂ ਨੇ ਕੰਨਾਂ ਤੇ ਜ਼ੋਰ ਦਿੱਤਾ, ਪਰ ਕੋਈ ਆਵਾਜ਼ ਨਹੀਂ ਸੀ ਆ ਰਹੀ। ਉਹਦੇ ਖਿਆਲ ਬੜੇ ਭਿਆਨਕ ਨੇ, ਉਹਨੇ ਹੌਲੀ ਜਿਹੀ ਆਂਦਰੇਈ ਨੂੰ ਕਿਹਾ। ਉਹ ਔਖਾ ਬੰਦਾ ਏ, ਖਗੋਲ ਨੇ ਸਿਰ ਹਿਲਾ ਕੇ ਕਿਹਾ, ਪਰ ਇਹ ਹਾਲਤ ਰਹਿਣ ਨਹੀਂ ਲੱਗੀ। ਕਦੀ ਮੈਂ ਵੀ ਅਜਿਹਾ ਹੀ ਹੁੰਦਾ ਸਾਂ। ਤੁਹਾਡੇ ਦਿਲ ਵਿੱਚ ਲਾਟ ਬਣ ਕੇ ਬਲਣ ਤੋਂ ਪਹਿਲਾਂ ਅੱਗ ਬਹੁਤ ਸਾਰੀ ਧੁਆਕ ਛੱਡਦੀ ਹੈ। ਸੌਂ ਜਾ ਨੈਣਕੋ, ਮੈਂ ਕੁਝ ਚਿਰ ਪੜਾਂਗਾ। ਉਹ ਇੱਕ ਨੁਕਰੇ ਚਲੀ ਗਈ ਜਿੱਥੇ ਸੂਤੀ ਪਰਦਿਆਂ ਪਿੱਛੇ ਇੱਕ ਮੰਜਾ ਪਿਆ ਸੀ ਅਤੇ ਬੜੇ ਚਿਰ ਤੱਕ ਮੇਜ਼ ਕੋਲ ਬੈਠਾ ਆਂਦਰੇਈ ਉਹਨੂੰ ਹੌਕੇ ਲੈਂਦੇ ਤੇ ਦੁਆ ਕਰਦੇ ਸੁਣਦਾ ਰਿਹਾ। ਉਹਨੇ ਕਾਲੀ ਕਾਲੀ ਕਿਤਾਬ ਦੇ ਵਰਕੇ ਉਲਟੇ ਘਬਰਾਹਟ ਨਾਲ ਆਪਣਾ ਮੱਥਾ ਰਗੜਿਆ, ਆਪਣੀਆਂ ਲੰਮੀਆਂ ਉਂਗਲਾਂ ਨਾਲ ਮੁੱਛਾਂ ਨੂੰ ਵੱਟ ਚਾੜਿਆ ਤੇ ਆਪਣੇ ਪੈਰ ਅੱਗੇ ਪਿੱਛੇ ਕੀਤੇ। ਕਲੌਕ ਟਿਕ ਟਿਕ ਕਰ ਰਿਹਾ ਸੀ, ਹਵਾ ਰੁੱਖਾਂ ਵਿੱਚ ਛਾਂ ਛਾਂ ਕਰ ਰਹੀ ਸੀ। ਹਾਏ ਮੇਰੀ ਜਿੰਦੇ, ਮਾਂ ਦੀ ਮੱਧਮ ਆਵਾਜ਼ ਆਈ। ਦੁਨੀਆ ਵਿੱਚ ਇੰਨੇ ਸਾਰੇ ਲੋਕ ਨੇ ਤੇ ਸਾਰੇ ਆਪਣੇ ਢੰਗ ਨਾਲ ਡੜਿਆ ਰਹੇ ਨੇ। ਪਤਾ ਨਹੀਂ ਖੁਸ਼ ਲੋਕ ਕਿੱਥੇ ਨੇ? ਖੁਸ਼ ਲੋਕ ਹੈਨ ਨੈਣਕੋ, ਆਂਦਰੇਈ ਨੇ ਜਵਾਬ ਦਿੱਤਾ, ਤੇ ਛੇਤੀ ਹੀ ਉਹ ਬਹੁਤ ਸਾਰੇ ਹੋ ਜਾਣਗੇ, ਢੇਰਾਂ ਦੇ ਢੇਰ। ਅੰਕ 21ਵਾਂ। ਜ਼ਿੰਦਗੀ ਤੇਜ਼ੀ ਨਾਲ ਚਲਦੀ ਗਈ। ਇੱਕ ਤੋਂ ਪਿੱਛੋਂ ਦੂਜਾ ਮਿਲਿਆ ਜੁਲਿਆ ਬਹੁਪੱਖੀ ਘਟਨਾਵਾਂ ਨਾਲ ਭਰਿਆ ਦਿਨ ਹਰ ਰੋਜ਼ ਕੁਝ ਨਵਾਂ ਲਿਆਉਂਦਾ, ਪਰ ਹੁਣ ਮਾਂ ਨੂੰ ਇਸ ਤੋਂ ਤੌਖਲਾ ਨਾ ਹੁੰਦਾ। ਸਦਾ ਵਧੇਰੇ ਵਾਰ ਉਹਦੇ ਘਰ ਅਣਜਾਣੇ ਲੋਕ ਸ਼ਾਮ ਨੂੰ ਆਂਦਰੇਈ ਨਾਲ ਫਿਕਰਮੰਦ ਘੁਸਰ ਮੁਸਰ ਕਰਨ ਆਉਂਦੇ। ਰਾਤੀ ਦੇਰ ਨਾਲ ਉਹ ਆਪਣੇ ਓਵਰਕੋਟਾਂ ਦੇ ਕਾਲਰ ਚੁੱਕ ਲੈਂਦੇ, ਟੋਪੀਆਂ ਅੱਖਾਂ ਤੱਕ ਹੇਠਾਂ ਖਿੱਚ ਲੈਂਦੇ ਤੇ ਆਵਾਜ਼ ਕੀਤੇ ਬਿਨਾਂ ਬੜੇ ਧਿਆਨ ਨਾਲ ਹਨੇਰੇ ਵਿੱਚ ਗਵਾਚ ਜਾਂਦੇ। ਉਹ ਉਸ ਦਬਾਈ ਉਤਸੁਕਤਾ ਬਾਰੇ ਚੇਤਨ ਸੀ ਜਿਹੜੀ ਉਹ ਸਾਰੇ ਅਨੁਭਵ ਕਰਦੇ। ਇਉਂ ਜਾਪਦਾ ਸੀ ਕਿ ਉਹ ਸਾਰੇ ਗਾਉਣਾ ਤੇ ਹੱਸਣਾ ਚਾਹੁੰਦੇ ਸਨ, ਪਰ ਉਹਨਾਂ ਕੋਲ ਸਮਾਂ ਨਹੀਂ ਸੀ। ਉਹਨਾਂ ਨੂੰ ਸਦਾ ਕਾਲ ਜਾਪਦੀ।
ਉਹਨਾਂ ਵਿੱਚੋਂ ਕੁਝ ਗੰਭੀਰ ਅਤੇ ਕਾਟਵੇਂ ਹੁੰਦੇ, ਹੋਰ ਖੁਸ਼ ਅਤੇ ਜਵਾਨ ਸ਼ਕਤੀ ਨਾਲ ਲੁਸ਼-ਲੁਸ਼ ਕਰਦੇ ਹੁੰਦੇ, ਕਈ ਹੋਰ ਚੁੱਪ ਅਤੇ ਸੋਚਵਾਨ ਹੁੰਦੇ। ਮਾਂ ਨੇ ਵੇਖਿਆ ਕਿ ਉਹਨਾਂ ਸਭਨਾਂ ਵਿੱਚ ਭਰੋਸਾ ਅਤੇ ਸਿਰੜ ਸੀ, ਅਤੇ ਭਾਵੇਂ ਉਹ ਸਾਰੇ ਬਹੁਤ ਹੀ ਵੱਖ-ਵੱਖ ਤਰ੍ਹਾਂ ਦੇ ਲੋਕ ਸਨ, ਉਹਨਾਂ ਦੇ ਮੂੰਹ ਰਲ ਕੇ ਇੱਕੋ ਮੂੰਹ ਬਣਦੇ ਜਾਪਦੇ, ਜਿਹੜਾ ਐਮਾਊਸ ਜਾਂਦੇ ਈਸਾ ਦੇ ਮੂੰਹ ਨਾਲ ਮਿਲਦਾ ਸੀ, ਅਤੇ ਪਤਲਾ, ਸ਼ਾਂਤੀ ਨਾਲ ਦ੍ਰਿੜ, ਸਾਫ਼ ਕਾਲੀਆਂ ਅੱਖਾਂ ਵਾਲਾ, ਜਿਸ ਦੀ ਤੱਕਣੀ ਇੱਕੋ ਸਮੇਂ ਕੋਮਲ ਵੀ ਸੀ ਤੇ ਕਰੜੀ ਵੀ। ਮਾਂ ਨੇ ਉਹਨਾਂ ਦੀ ਗਿਣਤੀ ਕੀਤੀ। ਦਿਲ ਹੀ ਦਿਲ ਵਿੱਚ ਉਹਨੇ ਪਾਵੇਲ ਨੂੰ ਦੁਸ਼ਮਣ ਦੀਆਂ ਅੱਖਾਂ ਤੋਂ ਬਚਾਉਣ ਲਈ ਉਹਦੇ ਦੁਆਲੇ ਭੀੜ ਇਕੱਠੀ ਕੀਤੀ। ਇੱਕ ਦਿਨ ਇੱਕ ਚੁਸਤ ਘੰਗਰਿਆਲੇ ਵਾਲਾਂ ਵਾਲੀ ਕੁੜੀ ਸ਼ਹਿਰ ਤੋਂ ਆਂਦਰੇਈ ਲਈ ਇੱਕ ਪੈਕਟ ਲੈ ਕੇ ਆਈ। ਜਾਂਦੇ ਸਮੇਂ ਉਹਨੇ ਆਪਣੀਆਂ ਖੁਸ਼ ਲਿਸ਼ਕਦੀਆਂ ਅੱਖਾਂ ਨਾਲ ਮਾਂ ਵੱਲ ਵੇਖਿਆ। ਰੱਬ ਰਾਖਾ ਸਾਥੀ, ਉਹਨੇ ਕਿਹਾ। ਰੱਬ ਰਾਖਾ, ਮਾਂ ਨੇ ਆਪਣੀ ਮੁਸਕਾਨ ਰੋਕਦੇ ਹੋਏ ਕਿਹਾ। ਜਦੋਂ ਉਹ ਕੁੜੀ ਨੂੰ ਬਾਹਰ ਤੱਕ ਛੱਡ ਆਈ ਤਾਂ ਉਹ ਬਾਰੀ ਕੋਲ ਗਈ ਅਤੇ ਮੁਸਕਰਾਉਂਦੇ ਹੋਏ ਆਪਣੀ ਇਸ ਕਾਮਰੇਡ ਨੂੰ ਛੋਲੇ ਨਿੱਕੇ ਕਦਮ ਪੁੱਟਦੇ ਸੜਕ ਤੇ ਜਾਂਦੇ ਵੇਖਿਆ। ਬਸੰਤ ਦੇ ਕਿਸੇ ਫੁੱਲ ਵਾਂਗ ਨਰੋਈ ਅਤੇ ਤਿਤਲੀ ਵਾਂਗ ਹਲਕੀ ਫੁਲਕੀ। ਸਾਥੀ। ਜਦੋਂ ਕੁੜੀ ਅੱਖੋਲੇ ਹੋ ਗਈ ਤਾਂ ਮਾਂ ਬੁੜਬੁੜਾਈ, ਹਾਏ ਨੀ ਨਿੱਕੀ ਜੰਦੜੀਏ, ਰੱਬ ਕਰੇ ਤੈਨੂੰ ਸਾਰੀ ਹਯਾਤੀ ਸਾਥ ਦੇਣ ਲਈ ਕੋਈ ਸੱਚਾ ਸਾਥੀ ਲੱਭ ਪਵੇ। ਸ਼ਹਿਰੋਂ ਆਏ ਇਹਨਾਂ ਲੋਕਾਂ ਵਿੱਚ ਕੁਝ ਬੱਚਿਆਂ ਜਿਹਾ ਸੀ, ਜਿਸ ਕਾਰਨ ਉਹ ਮੇਰ ਭਰੀ ਮੁਸਕਰਾ ਦਿੰਦੀ, ਪਰ ਉਹਨਾਂ ਦੇ ਨਿਸ਼ਚੇ ਦਾ ਜਿਸ ਦੀ ਸਚਿਆਰਗੀ ਉਹਦੇ ਲਈ ਵਧੇਰੇ ਅਤੇ ਹੋਰ ਵਧੇਰੇ ਸਪਸ਼ਟ ਹੁੰਦੀ ਜਾ ਰਹੀ ਸੀ, ਉਹਦੇ ਉੱਤੇ ਪ੍ਰਭਾਵ ਵੀ ਪਿਆ ਅਤੇ ਉਹਨੂੰ ਖੁਸ਼ੀ ਭਰੀ ਹੈਰਾਨੀ ਵੀ ਹੋਈ। ਉਹਨਾਂ ਦੇ ਹੱਕ ਇਨਸਾਫ ਦੀ ਜਿੱਤ ਦੇ ਸੁਪਨੇ ਉਹਦੇ ਦਿਲ ਨੂੰ ਨਿੱਘ ਦਿੰਦੇ ਅਤੇ ਪਲੋਸਦੇ, ਪਰ ਪਤਾ ਨਹੀਂ ਕਿਉਂ ਜਦੋਂ ਕਦੀ ਉਹ ਉਹਨਾਂ ਦੀ ਗੱਲ ਸੁਣਦੀ, ਉਹ ਅਫਸੋਸ ਨਾਲ ਹੌਂਕੇ ਲੈਂਦੀ। ਉਹਨਾਂ ਦੀ ਨਿਰੋਲ ਸਾਦਗੀ ਦਾ ਉਹਦੇ ਉੱਤੇ ਖਾਸ ਅਸਰ ਹੁੰਦਾ ਤੇ ਉਹਨਾਂ ਦੀ ਖੁਦ ਆਪਣੇ ਭਲੇ ਵੱਲੋਂ ਸ਼ਾਨਦਾਰ ਅਤ ਦਰਜੇ ਦੀ ਲਾਪਰਵਾਹੀ ਦਾ। ਉਹ ਜੋ ਕੁਝ ਜ਼ਿੰਦਗੀ ਬਾਰੇ ਕਹਿੰਦੇ, ਮਾਂ ਉਹਦਾ ਵੱਡਾ ਹਿੱਸਾ ਪਹਿਲਾਂ ਹੀ ਸਮਝਦੀ ਸੀ। ਉਹ ਅਨੁਭਵ ਕਰਦੀ ਸੀ ਕਿ ਉਹਨਾਂ ਮਨੁੱਖੀ ਦੁੱਖ ਦਾ ਅਸਲੀ ਸੋਮਾ ਲੱਭ ਲਿਆ ਹੈ ਅਤੇ ਉਹਨਾਂ ਦੇ ਵਧੇਰੇ ਅਸੂਲ ਕਬੂਲ ਕਰਦੀ। ਪਰ ਆਪਣੇ ਦਿਲ ਦੀਆਂ ਡੂੰਘਾਈਆਂ ਵਿੱਚ ਉਹਨੂੰ ਯਕੀਨ ਨਹੀਂ ਸੀ ਕਿ ਉਹ ਜ਼ਿੰਦਗੀ ਨੂੰ ਨਵੇਂ ਸਿਰਿਓਂ ਆਪਣੇ ਢੰਗ ਨਾਲ ਘੜ ਸਕਣਗੇ ਜਾਂ ਸਭਨਾਂ ਕਿਰਤੀ ਲੋਕਾਂ ਨੂੰ ਉਸ ਅੱਗ ਦੁਆਲੇ ਇਕੱਠਾ ਕਰ ਸਕਣਗੇ ਜਿਹੜੀ ਉਹਨਾਂ ਬਾਲੀ ਸੀ। ਹਰ ਕੋਈ ਆਪਣਾ ਢਿੱਡ ਅੱਜ ਭਰਨ ਤੇ ਤੁਲਿਆ ਹੋਇਆ ਸੀ। ਜੇ ਉਹ ਅੱਜ ਖਾ ਸਕੇ ਤਾਂ ਕੋਈ ਵੀ ਇਹਨੂੰ ਭਲਕ ਤੱਕ ਟਾਲਣਾ ਨਹੀਂ ਸੀ ਚਾਹੁੰਦਾ। ਬਹੁਤ ਥੋੜੇ ਲੋਕ ਇਸ ਲੰਮੇ ਅਤੇ ਔਖੇ ਰਾਹ ਉੱਤੇ ਟੁਰਨ ਲਈ ਤਿਆਰ ਹੋਣਗੇ। ਬਹੁਤ ਥੋੜੀਆਂ ਅੱਖਾਂ ਮਨੁੱਖੀ ਭਰਾਵਲੀ ਦੀ ਉਸ ਅਨੋਖੀ ਬਾਦਸ਼ਾਹੀ ਦਾ ਦ੍ਰਿਸ਼ ਵੇਖ ਸਕਣਗੀਆਂ ਜਿੱਥੇ ਅੰਤ ਅੱਪੜਨਾ ਸੀ। ਇਸੇ ਕਾਰਨ ਉਹ ਸਾਰੇ ਚੰਗੇ ਲੋਕ ਉਹਦੇ ਲਈ ਬੱਚਿਆਂ ਵਾਂਗ ਸਨ। ਉਹਨਾਂ ਦੀਆਂ ਦਾੜੀਆਂ ਤੇ ਪੱਕੇ ਮੂੰਹਾਂ ਦੇ ਬਾਵਜੂਦ, ਜਿਹੜੇ ਅਕਸਰ ਥਕਾਵਟ ਕਾਰਨ ਇੰਨੇ ਝੰਬੇ ਹੁੰਦੇ, ਵਿਚਾਰੇ ਆਲੇ ਭੋਲੇ, ਉਹਨੇ ਆਪਣਾ ਸਿਰ ਹਿਲਾਉਂਦੇ ਹੋਏ ਸੋਚਿਆ। ਪਰ ਉਹ ਸਾਰੇ ਇਮਾਨਦਾਰ, ਗੰਭੀਰ ਅਤੇ ਸੁਘੜ ਜ਼ਿੰਦਗੀ ਜੀ ਰਹੇ ਸਨ। ਉਹ ਚੰਗਾ ਕੰਮ ਕਰਨ ਦੀਆਂ ਗੱਲਾਂ ਕਰਦੇ ਅਤੇ ਜੋ ਕੁਝ ਉਹ ਜਾਣਦੇ ਸਨ ਹੋਰਨਾਂ ਨੂੰ ਉਹ ਸਿਖਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ। ਉਹਨੇ ਅਨੁਭਵ ਕੀਤਾ ਕਿ ਇਹਦੇ ਖਤਰੇ ਦੇ ਬਾਵਜੂਦ ਮਨੁੱਖ ਆਪਣੀ ਜ਼ਿੰਦਗੀ ਨੂੰ ਕਿਉਂ ਪਿਆਰ ਕਰ ਸਕਦਾ ਹੈ, ਅਤੇ ਹੌਂਕਾ ਭਰ ਕੇ ਉਹਨੇ ਆਪਣੇ ਬੀਤੇ ਦੀ ਹਨੇਰੀ ਤੰਗ ਪੱਟੀ ਉੱਤੇ ਪਰਤਵੀਂ ਨਿਗਾਹ ਮਾਰੀ। ਹੌਲੀ-ਹੌਲੀ ਉਹਦੇ ਦਿਲ ਵਿੱਚ ਇਹ ਸ਼ਾਂਤ ਚੇਤਨਾ ਵੱਧ ਗਈ ਕਿ ਇਸ ਨਵੇਂ ਜੀਵਨ ਲਈ ਉਹ ਵੀ ਅਹਿਮ ਸੀ। ਪਹਿਲੀਆਂ ਵਿੱਚ ਉਹਨੇ ਕਦੀ ਅਨੁਭਵ ਨਹੀਂ ਸੀ ਕੀਤਾ ਕਿ ਕਿਸੇ ਨੂੰ ਉਹਦੀ ਲੋੜ ਹੈ, ਪਰ ਹੁਣ ਉਹ ਸਾਫ਼ ਤਰ੍ਹਾਂ ਵੇਖਦੀ ਸੀ ਕਿ ਕਈ ਲੋਕਾਂ ਨੂੰ ਉਹਦੀ ਲੋੜ ਸੀ ਅਤੇ ਇਹ ਇੱਕ ਨਵਾਂ ਅਤੇ ਸੁਖਾਵਾਂ ਅਨੁਭਵ ਸੀ ਜਿਸ ਨੇ ਉਸ ਦਾ ਸਿਰ ਉੱਚਾ ਕਰ ਦਿੱਤਾ। ਉਹ ਇਸ਼ਤਿਹਾਰ ਨੇਮ ਨਾਲ ਕਾਰਖਾਨੇ ਲੈ ਜਾਂਦੀ, ਇਹ ਉਹ ਆਪਣਾ ਫਰਜ਼ ਸਮਝਦੀ। ਜਾਸੂਸ ਉਹਨੂੰ ਵੇਖਣ ਦੇ ਆਦੀ ਹੋ ਗਏ ਸਨ ਤੇ ਉਹਦੇ ਵੱਲ ਘੱਟ ਹੀ ਧਿਆਨ ਦਿੰਦੇ। ਕਈ ਵਾਰ ਉਹਨਾਂ ਉਹਦੀ ਤਲਾਸ਼ੀ ਕੀਤੀ, ਪਰ ਹਰ ਵਾਰ ਇਸ਼ਤਿਹਾਰ ਵੰਡੇ ਜਾਣ ਤੋਂ ਅਗਲੇ ਦਿਨ, ਜਦੋਂ ਉਹਦੇ ਕੋਲ ਕੁਝ ਨਾ ਹੁੰਦਾ, ਉਹਨੂੰ ਪਹਿਰੇਦਾਰਾਂ ਤੇ ਜਾਸੂਸਾਂ ਦਾ ਸ਼ੱਕ ਉਭਾਰਨਾ ਖੂਬ ਆਉਂਦਾ ਸੀ, ਜਿਹੜੇ ਉਹਨੂੰ ਫੜ ਲੈਂਦੇ ਅਤੇ ਉਹਦੀ ਤਲਾਸ਼ੀ ਲੈਂਦੇ ਅਤੇ ਉਹ ਉਹਨਾਂ ਨਾਲ ਬਹਿਸਦੀ ਤੇ ਬਹਾਨਾ ਬਣਾਉਂਦੀ ਕਿ ਉਹਦੀ ਬੇਇੱਜ਼ਤੀ ਕੀਤੀ ਗਈ ਹੈ। ਉਹਨਾਂ ਨੂੰ ਸ਼ਰਮਿੰਦਿਆਂ ਕਰਕੇ ਉਹ ਚਲੀ ਜਾਂਦੀ, ਆਪਣੀ ਉਸਤਾਦੀ ਤੇ ਮਾਣ ਨਾਲ ਭਰੀ। ਇਹ ਖੇਡ ਉਹਨੂੰ ਪਸੰਦ ਸੀ। ਵੈਸਵੋ ਸਚੀਕੋਵ ਨੂੰ ਉਹਨਾਂ ਕਾਰਖਾਨੇ ਵਿੱਚ ਵਾਪਸ ਨਾ ਲਿਆ। ਉਹਨੇ ਲੱਕੜੀ ਦੇ ਇੱਕ ਵਪਾਰੀ ਕੋਲ ਨੌਕਰੀ ਕਰ ਲਈ, ਗੇਲੀਆਂ ਫੱਟੇ ਤੇ ਬਾਲਣ ਢੋਣ ਦੀ। ਮਾਂ ਲਗਭਗ ਹਰ ਰੋਜ਼ ਉਹਨੂੰ ਭਾਰ ਲਈ ਜਾਂਦੇ ਵੇਖਦੀ। ਪਹਿਲਾਂ ਦੋ ਬੁੱਢੇ ਮਾੜੂਏ ਜਿਹੇ ਕਾਲੇ ਘੋੜੇ ਆਉਂਦੇ, ਜਿਨ੍ਹਾਂ ਦੀਆਂ ਲੱਤਾਂ ਜ਼ੋਰ ਲਾਉਣ ਕਾਰਨ ਕੰਬ ਰਹੀਆਂ ਹੁੰਦੀਆਂ, ਅਤੇ ਜਦੋਂ ਉਹ ਆਪਣੀਆਂ ਬੇਨੂਰ ਦਰਦ ਭਰੀਆਂ ਅੱਖਾਂ ਝਮਕਦੇ ਤਾਂ ਉਹਨਾਂ ਦੇ ਸਿਰ ਹਿਲਦੇ। ਉਹਨਾਂ ਦੇ ਪਿੱਛੇ ਇੱਕ ਲੰਮੀ ਸਿੱਧੀ ਗੇਲੀ ਭੁੜਕਦੀ ਜਾਂ ਫੱਟਿਆਂ ਦੀ ਫੜੀ ਸ਼ਰੀਲੀ ਖੜਖੜ ਕਰਦੀ। ਘੋੜੇ ਦੇ ਨਾਲ-ਨਾਲ ਲਗਾਮ ਢਿੱਲੀ ਤਰ੍ਹਾਂ ਫੜੀ ਨਿਕੋਲਾਈ ਚੱਲ ਰਿਹਾ ਹੁੰਦਾ। ਗੰਦਾ ਗੂਥੜ, ਭਾਰੇ ਬੂਟ ਪਾਈ, ਟੋਪੀ ਸਿਰ ਦੇ ਪਿਛਲੇ ਪਾਸੇ ਧੱਕੀ, ਉਹ
ਧਰਤੀ ਵਿੱਚੋਂ ਖਿੱਚ ਕੇ ਕੱਢੇ ਕਿਸੇ ਮੁੱਢ ਜਿਹਾ ਮੋਟਾ ਤੇ ਭੱਦਾ ਜਾਪਦਾ। ਅੱਖਾਂ ਭੌਂ ਤੇ ਗੱਡੀ ਟੁਰੀ ਜਾਂਦਾ ਤਾਂ ਉਹ ਵੀ ਆਪਣਾ ਸਿਰ ਹੇਠਾਂ ਉੱਤੇ ਕਰਦਾ। ਉਹਦੇ ਘੋੜਿਆਂ ਦੀ ਉਹਨਾਂ ਵੱਲ ਆਉਂਦੇ ਗੱਡਿਆਂ ਜਾਂ ਲੋਕਾਂ ਨਾਲ ਅੰਨ੍ਹਿਆਂ ਵਾਂਗ ਟੱਕਰ ਹੋ ਜਾਂਦੀ। ਨਿਕੋਲਾਈ ਤੇ ਚੋਭਵੇਂ ਆਵਾਜ਼ੇ ਕੱਸੇ ਜਾਂਦੇ ਅਤੇ ਗੁਸੈਲੀਆਂ ਗਾਲਾਂ ਛਿੜੇ ਭੂੰਡਾਂ ਵਾਂਗ ਉਹਨੂੰ ਘੇਰ ਲੈਂਦੀਆਂ। ਪਰ ਨਾ ਉਹ ਜਵਾਬ ਦਿੰਦਾ, ਨਾ ਆਪਣਾ ਸਿਰ ਚੁੱਕਦਾ। ਬਸ ਕੰਨ ਪਾੜਦੀ ਜ਼ੋਰ ਦੀ ਸੀਟੀ ਵਜਾ ਕੇ ਖੋਖਲੀ ਆਵਾਜ਼ ਵਿੱਚ ਆਪਣੇ ਘੋੜਿਆਂ ਨੂੰ ਬੁੜਬੁੜਾਉਂਦਾ, ਓਏ ਚਲੇ ਚਲੋ। ਜਦੋਂ ਕਦੀ ਆਂਦਰੇ ਕਿਸੇ ਵਿਦੇਸ਼ੀ ਅਖਬਾਰ ਦਾ ਤਾਜ਼ਾ ਪਰਚਾ ਜਾਂ ਕਿਤਾਬਚਾ ਪੜ੍ਹਨ ਲਈ ਆਪਣੇ ਸਾਥੀਆਂ ਨੂੰ ਬੁਲਾਉਂਦਾ, ਨਿਕੋਲਾਈ ਆਉਂਦਾ ਅਤੇ ਇੱਕ ਨੁੱਕਰੇ ਬਹਿ ਜਾਂਦਾ। ਚੁੱਪਚਾਪ ਘੰਟਾ 2 ਘੰਟੇ ਸੁਣਦਾ ਰਹਿੰਦਾ। ਪੜ੍ਹਾਈ ਤੋਂ ਪਿੱਛੋਂ ਜਵਾਨ ਲੋਕ ਲੰਮੀ ਬਹਿਸ ਕਰਦੇ, ਜਿਸ ਵਿੱਚ ਵੈਸਵੋ ਸਚੀਕੋਵ ਕਦੀ ਹਿੱਸਾ ਨਾ ਲੈਂਦਾ। ਪਰ ਜਦੋਂ ਬਾਕੀ ਸਾਰੇ ਚਲੇ ਜਾਂਦੇ ਤਾਂ ਉਹ ਬੈਠਾ ਰਹਿੰਦਾ ਅਤੇ ਇਕੱਲਾ ਆਂਦਰੇਈ ਨਾਲ ਗੱਲਾਂ ਕਰਦਾ। ਸਭ ਤੋਂ ਵੱਧ ਕਸੂਰ ਕਿਸ ਦਾ ਹੈ? ਉਹ ਮੂੰਹ ਵੱਟ ਕੇ ਕਹਿੰਦਾ। ਜਿਸ ਬੰਦੇ ਦਾ ਕਸੂਰ ਹੈ ਉਹ ਪਹਿਲਾ ਬੰਦਾ ਸੀ ਜਿਸਨੇ ਪਹਿਲੀ ਵਾਰ ਕਿਹਾ ਸੀ, ਇਹ ਮੇਰਾ ਹੈ। ਉਹ ਬੰਦਾ ਕੁਝ ਹਜ਼ਾਰ ਵਰ੍ਹੇ ਪਹਿਲਾਂ ਮਰ ਗਿਆ, ਸੋ ਉਹਦੇ ਨਾਲ ਗੁੱਸੇ ਹੋਣ ਦਾ ਕੋਈ ਅਰਥ ਨਹੀਂ। ਖਗੋਲ ਨੇ ਨੱਠਾ ਕਰਦੇ ਜਵਾਬ ਦਿੱਤਾ, ਪਰ ਉਹਦੀਆਂ ਅੱਖਾਂ ਵਿੱਚ ਤੌਖਲਾ ਸੀ। ਅਮੀਰਾਂ ਬਾਰੇ ਕੀ ਖਿਆਲ ਹੈ ਤੇ ਉਹ ਜਿਹੜੇ ਉਹਨਾਂ ਦੀ ਹਮਾਇਤ ਕਰਦੇ ਨੇ? ਜ਼ਿੰਦਗੀ ਅਤੇ ਲੋਕਾਂ ਬਾਰੇ ਉਹ ਕੁਝ ਦੱਸਣਾ ਚਾਹੁੰਦਾ ਸੀ ਜੋ ਉਹਨੂੰ ਪਤਾ ਸੀ। ਉਹ ਦੱਸਣ ਲਈ ਸਾਦੇ ਸ਼ਬਦ ਚੁਣਦਾ ਹੋਇਆ ਖਗੋਲ ਆਪਣੇ ਵਾਲ ਪਲੋਸਦਾ ਅਤੇ ਆਪਣੀ ਮੁੱਛ ਖਿੱਚਦਾ। ਉਹਦੇ ਕਹਿਣ ਅਨੁਸਾਰ ਕਸੂਰ ਸਭਨਾਂ ਲੋਕਾਂ ਦਾ ਸੀ ਤੇ ਇਸ ਗੱਲ ਨਾਲ ਨਿਕੋਲਾਈ ਦੀ ਤਸੱਲੀ ਨਹੀਂ ਸੀ ਹੁੰਦੀ। ਆਪਣੇ ਮੋਟੇ ਹੋਠ ਨਪੀੜ ਕੇ ਉਹ ਆਪਣਾ ਸਿਰ ਹਿਲਾਉਂਦਾ ਤੇ ਇਨਕਾਰ ਵਿੱਚ ਬੁੜਬੁੜ ਕਰਦਾ। ਅਖੀਰ ਉਹ ਚਲਾ ਜਾਂਦਾ, ਉਦਾਸ ਅਤੇ ਅਸੰਤੁਸ਼ਟ। ਕੁਝ ਲੋਕਾਂ ਦਾ ਜ਼ਰੂਰ ਕਸੂਰ ਹੋਣਾ, ਉਹਨੇ ਇੱਕ ਦਿਨ ਕਿਹਾ, ਅਤੇ ਉਹ ਲੋਕ ਐਨ ਇੱਥੇ ਨੇ, ਘਾਹ ਬੂਟੇ ਉੱਤੇ ਉੱਗੇ ਖੇਤ ਵਾਂਗ। ਸਾਨੂੰ ਆਪਣੀ ਸਾਰੀ ਜ਼ਿੰਦਗੀ ਉੱਤੇ ਹਲ ਚਲਾ ਦੇਣਾ ਚਾਹੀਦਾ ਹੈ, ਭੋਰਾ ਵੀ ਤਰਸ ਕੀਤੇ ਬਿਨਾਂ। ਟਾਈਮ ਕੀਪਰ ਈਸਾਈ ਨੇ ਤੁਹਾਡੇ ਬਾਰੇ ਇੱਕ ਦਿਨ ਇਹੋ ਗੱਲ ਕਹੀ ਸੀ, ਮਾਂ ਨੇ ਚੇਤੇ ਕੀਤਾ। ਈਸਾਈ? ਵੈਸਵੋ ਸਚੀਕੋਵ ਨੇ ਕੁਝ ਦੇਰ ਰੁਕ ਕੇ ਕਿਹਾ। ਹਾਂ, ਬੜਾ ਭੈੜਾ ਬੰਦਾ ਏ। ਹਰ ਥਾਂ ਨੱਕ ਘਸੋੜਦਾ ਰਹਿੰਦਾ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦਾ ਹੈ। ਉਹਨੇ ਇੱਥੇ ਆਉਣਾ ਤੇ ਬਾਰੀ ਵਿੱਚੋਂ ਝਾਕਣਾ ਸ਼ੁਰੂ ਕਰ ਦਿੱਤਾ ਹੈ। ਬਾਰੀ ਵਿੱਚੋਂ ਝਾਕਣਾ? ਨਿਕੋਲੋਈ ਨੇ ਦੁਹਰਾਇਆ। ਮਾਂ ਬਿਸਤਰੇ ਵਿੱਚ ਲੇਟੀ ਸੀ, ਸੋ ਉਹਦਾ ਮੂੰਹ ਨਾ ਵੇਖ ਸਕੀ, ਪਰ ਜਦੋਂ ਖਗੋਲ ਨੇ ਕਾਹਲੀ ਨਾਲ ਹੌਂ ਪਰੇ ਕਰਨ ਦੇ ਅਤੇ ਸੁਲਾਹ ਕਰਦੇ ਢੰਗ ਨਾਲ ਵਾਧਾ ਕੀਤਾ, ਝਾਕਦਾ ਫਿਰੇ, ਜੇ ਉਹਨੂੰ ਇੰਨੀ ਹੀ ਵੇਲ ਹੈ ਤੇ ਮਾਂ ਨੂੰ ਆਪਣੀ ਗੱਲ ਦੀ ਮੂਰਖਤਾ ਦਾ ਖਿਆਲ ਆਇਆ। ਗੱਲ ਇਉਂ ਨਹੀਂ ਬਣਦੀ, ਨਿਕੋਲਾਈ ਨੇ ਕਿਹਾ। ਉਹਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਕਸੂਰ ਹੈ। ਉਹਦਾ ਕੀ ਕਸੂਰ ਹੈ? ਖਗੋਲ ਨੇ ਕਾਹਲੀ ਕਾਹਲੀ ਪੁੱਛਿਆ। ਬੇਵਕੂਫ ਹੋਣਾ। ਵੈਸਵੋ ਸਚੀਕੋਵ ਚੁੱਪਚਾਪ ਚਲਾ ਗਿਆ। ਖਗੋਲ ਨੇ ਹੌਲੀ ਹੌਲੀ ਤੇ ਥੱਕੇ ਢੰਗ ਨਾਲ ਕਮਰੇ ਵਿੱਚ ਟਹਿਲਣਾ ਸ਼ੁਰੂ ਕਰ ਦਿੱਤਾ। ਉਹਦੀਆਂ ਲੰਮੀਆਂ ਕਹਿਣੇਹਾਰ ਲੱਤਾਂ ਸਰ-ਸਰ ਕਰਦੀਆਂ। ਉਹਨੇ ਬੂਟ ਲਾ ਦਿੱਤੇ ਸਨ। ਉਹ ਸਦਾ ਇਸੇ ਤਰ੍ਹਾਂ ਕਰਦਾ ਤਾਂ ਜੋ ਪੈਲਾਗੀਆ ਨੂੰ ਪਰੇਸ਼ਾਨ ਨਾ ਕਰੇ। ਪਰ ਉਹ ਸੁੱਤੀ ਨਹੀਂ ਸੀ। ਜਦੋਂ ਨਿਕੋਲਾਈ ਚਲਾ ਗਿਆ ਤਾਂ ਉਹਨੇ ਚਿੰਤਾ ਨਾਲ ਕਿਹਾ, ਮੈਨੂੰ ਉਹਦੇ ਤੋਂ ਡਰ ਲੱਗਦਾ ਹੈ। ਖਗੋਲ ਲਮਕਾ ਕੇ ਬੋਲਿਆ। ਉਹਨੇ ਪੱਕੀ ਧਾਰੀ ਹੋਈ ਏ। ਨੈਨਕੋ, ਅੱਗੇ ਤੋਂ ਉਹਦੇ ਹੁੰਦਿਆਂ ਈਸਾਈ ਦਾ ਨਾਂ ਨਾ ਲਵੇਂ। ਈਸਾਈ ਸੱਚਮੁੱਚ ਜਸੂਸ ਹੈ। ਇਹ ਕੋਈ ਅਜੀਬ ਗੱਲ ਨਹੀਂ, ਮਾਂ ਨੇ ਜਵਾਬ ਦਿੱਤਾ। ਉਹਦਾ ਧਰਮ ਪਿਤਾ ਜੈਨਡਾਰਮ ਹੈ। ਨਿਕੋਲਾਈ ਨੇ ਕਿਸੇ ਦਿਨ ਉਹਨੂੰ ਤੌੜੀ ਚਾੜ ਦੇਣੀ ਏ। ਖਗੋਲ ਨੇ ਬੇਚੈਨੀ ਨਾਲ ਗੱਲ ਜਾਰੀ ਰੱਖੀ। ਵੇਖਿਆ ਹਾਕਮ ਸਤਿਕਾਰੇ ਸਾਊਆਂ ਨੇ ਆਮ ਲੋਕਾਂ ਵਿੱਚ ਕੀ ਭਾਵਨਾ ਭੜਕਾਈ ਹੈ। ਜਦੋਂ ਨਿਕੋਲਾਈ ਜਿਹੇ ਲੋਕਾਂ ਨੇ ਸਮਝ ਲਿਆ ਉਹਨਾਂ ਨਾਲ ਕਿਵੇਂ ਵਧੀਕੀ ਹੁੰਦੀ ਹੈ ਅਤੇ ਉਹਨਾਂ ਦਾ ਸਬਰ ਮੁੱਕ ਗਿਆ ਤਾਂ ਕੀ ਨਹੀਂ ਹੋਵੇਗਾ? ਧਰਤੀ ਅਸਮਾਨ ਲਹੂ ਵਿੱਚ ਗੜੁੱਚੇ ਜਾਣਗੇ। ਕਿੰਨੀ ਡਰਾਉਣੀ ਗੱਲ ਹੈ ਆਂਦਰੀਊਸ਼ਾ, ਮਾਂ ਹੌਲੀ ਹੌਲੀ ਬੋਲੀ। ਚੰਗੀ ਗੱਲ ਹੈ, ਨਾ ਮੱਖੀਆਂ ਖਾਓ ਤੇ ਨਾ ਉਲਟੀਆਂ ਕਰੋ, ਆਂਦਰੇਈ ਨੇ 1 ਮਿੰਟ ਪਿੱਛੋਂ ਕਿਹਾ। ਪਰ ਮਾਲਕਾਂ ਦੇ ਲਹੂ ਦਾ ਹਰ ਤੁਮਕਾ ਹੰਝੂਆਂ ਦੇ ਉਹਨਾਂ ਸਾਗਰਾਂ ਨਾਲ ਪਤਲਾ ਕੀਤਾ ਜਾਵੇਗਾ ਜਿਹੜੇ ਵਹਾਉਣ ਲਈ ਉਹਨਾਂ ਆਮ ਲੋਕਾਂ ਨੂੰ ਮਜਬੂਰ ਕੀਤਾ ਹੈ। ਉਹ ਪੋਲਾ ਜਿਹਾ ਹਾਸਾ ਹੱਸਿਆ ਤੇ ਕਿਹਾ, ਬਹੁਤ ਸੁਖਾਵੀਂ ਗੱਲ ਤਾਂ ਨਹੀਂ, ਪਰ ਹੈ ਇਹ ਸੱਚੀ। ਅੰਕ 22ਵਾਂ। ਇੱਕ ਐਤਵਾਰ ਮਾਂ ਕੁਝ ਖਰੀਦਦਾਰੀ ਕਰਕੇ ਘਰ ਮੁੜੀ। ਬੂਹਾ ਖੋਲ੍ਹਿਆ ਅਤੇ ਮੁਹਾੜ ਤੇ ਅਚਾਨਕ ਰੁਕ ਗਈ। ਖੁਸ਼ੀ ਨਾਲ ਕੀਲੀ ਜਿਵੇਂ ਹੁਨਾਲ ਦੇ ਨਿੱਘੇ ਮੀਂਹ ਵਿੱਚ ਗੁੜੁਚ ਹੋ ਗਈ ਹੋਵੇ। ਅੰਦਰਲੇ ਕਮਰੇ ਵਿੱਚੋਂ ਪਾਵੇਲ ਦੀ ਮਜ਼ਬੂਤ ਆਵਾਜ਼ ਆ ਰਹੀ ਸੀ। ਲੈ, ਉਹ ਆ ਗਈ, ਖਗੋਲ ਕੂਕਿਆ। ਮਾਂ ਨੇ ਪਾਵੇਲ ਨੂੰ ਕਾਹਲੀ ਮੁੜਦਿਆਂ ਵੇਖਿਆ ਤੇ ਉਹਦੇ ਮੂੰਹ ਤੇ ਚਾਨਣ ਖਿੜ ਗਿਆ। ਮਾਂ ਲਈ ਮਹਾਨ ਆਸਾਂ ਨਾਲ ਭਰਿਆ। ਅਖੀਰ ਘਰ ਆ ਹੀ ਗਿਆ। ਉਹ ਥਥਲਾਈ ਅਤੇ ਉਹਦੀ ਅਚਨਚੇਤ ਵਾਪਸੀ ਕਾਰਨ ਬੇਕਾਬੂ ਹੋਈ ਉਹ ਬਹਿ ਗਈ। ਉਹਨੇ ਆਪਣਾ ਪੀਲਾ ਮੂੰਹ ਮਾਂ ਉੱਤੇ ਝੁਕਾਇਆ। ਉਹਦੇ ਹੋਠ ਕੰਬ ਰਹੇ ਸਨ ਅਤੇ ਉਹਦੀਆਂ ਅੱਖਾਂ ਦੀਆਂ ਨੁੱਕਰਾਂ ਵਿੱਚ ਹੰਝੂ ਲਿਸ਼ਕ ਰਹੇ ਸਨ। 1 ਸਕਿੰਟ ਉਹਨੇ ਕੁਝ ਨਾ ਕਿਹਾ ਅਤੇ ਉਹਦੀ ਮਾਂ ਵੀ ਖਾਮੋਸ਼ੀ ਨਾਲ ਉਹਦੇ ਵੱਲ ਵੇਖੀ ਗਈ।
ਖਖੋਲ ਉਹਨਾਂ ਨੂੰ ਉੱਥੇ ਛੱਡ ਗਿਆ ਤੇ ਹੌਲੀ-ਹੌਲੀ ਸੀਟੀ ਵਜਾਉਂਦਾ ਬਾਹਰ ਵਿਹੜੇ ਵਿੱਚ ਚਲਾ ਗਿਆ। ਸ਼ੁਕਰੀਆ, ਮਾਂ ਪਾਵੇਲ ਨੇ ਕੰਬਦੀਆਂ ਉਂਗਲਾਂ ਨਾਲ ਉਹਦਾ ਹੱਥ ਦਬਾਉਂਦੇ ਹੋਏ ਨੀਵੀਂ ਆਵਾਜ਼ ਵਿੱਚ ਕਿਹਾ। ਸ਼ੁਕਰੀਆ ਮੇਰੀ ਅੰਬੜੀ ਪਿਆਰੀ। ਆਪਣੇ ਪੁੱਤਰ ਦੇ ਮੂੰਹ ਦੀ ਅਜਿਹੀ ਨੁਹਾਰ ਵੇਖ ਕੇ ਅਤੇ ਉਹਦੀ ਆਵਾਜ਼ ਵਿੱਚ ਇੰਨੀ ਕੋਮਲਤਾ ਕਾਰਨ ਮਾਂ ਖੁਸ਼ੀ ਨਾਲ ਝੂਣੀ ਗਈ ਸੀ। ਉਹ ਆਪਣੇ ਪੁੱਤਰ ਦਾ ਸਿਰ ਪਲੋਸਦੀ ਰਹੀ, ਆਪਣੇ ਦਿਲ ਦੀ ਵਧੀ ਧੜਕਣ ਘਟਾਉਣ ਦਾ ਯਤਨ ਕਰਦੀ ਰਹੀ। ਹਾਏ ਵੇ ਮੇਰਿਆ ਰੱਬਾ, ਕਾਹਦੇ ਲਈ? ਉਹਨੇ ਨਿੰਮੀ ਆਵਾਜ਼ ਵਿੱਚ ਕਿਹਾ। ਸਾਡੇ ਮਹਾਨ ਕੰਮ ਵਿੱਚ ਹੱਥ ਵਟਾਉਣ ਲਈ ਸ਼ੁਕਰੀਆ, ਉਹਨੇ ਮੁੜ ਕਿਹਾ। ਜਦੋਂ ਕੋਈ ਇਹ ਕਹਿ ਸਕੇ ਕਿ ਉਹ ਤੇ ਉਹਦੀ ਮਾਂ ਦੀਆਂ ਰੂਹਾਂ ਇੱਕੋ ਜਿਹੀਆਂ ਨੇ ਤਾਂ ਬੜੀ ਦੁਰਲੱਭ ਖੁਸ਼ੀ ਹੁੰਦੀ ਹੈ। ਉਹ ਚੁੱਪ ਸੀ, ਖੁੱਲੇ ਦਿਲ ਨਾਲ ਉਹਦੀਆਂ ਗੱਲਾਂ ਦੇ ਘੁੱਟ ਭਰਦੀ, ਆਪਣੇ ਸਾਹਮਣੇ ਖੜੇ ਆਪਣੇ ਇੰਨੇ ਚੰਗੇ ਇੰਨੇ ਪਿਆਰੇ ਪੁੱਤਰ ਦੀ ਪ੍ਰਸ਼ੰਸਾ ਕਰਦੀ। ਮਾਂ, ਮੈਂ ਸੋਚਦਾ ਇਹ ਤੇਰੇ ਲਈ ਕਿੰਨਾ ਔਖਾ ਸੀ, ਇਹਦੇ ਵਿੱਚ ਕਿੰਨਾ ਕੁਝ ਅਜਿਹਾ ਸੀ ਜਿਹੜਾ ਤੈਨੂੰ ਪਸੰਦ ਨਹੀਂ, ਤੇ ਮੈਂ ਸੋਚਿਆ ਸੀ ਤੂੰ ਸਾਨੂੰ ਕਦੀ ਕਬੂਲ ਨਹੀਂ ਸਕਣ ਲੱਗੀ। ਕੀ ਸਾਡੀ ਸੋਚ ਕਦੀ ਤੇਰੀ ਸੋਚ ਨਹੀਂ ਬਣਨ ਲੱਗੀ, ਅਤੇ ਇਹ ਕਿ ਤੂੰ ਉਸੇ ਤਰ੍ਹਾਂ ਚੁੱਪਚਾਪ ਦੁੱਖ ਝੱਲੀ ਜਾਵੇਂਗੀ ਜਿਵੇਂ ਤੂੰ ਸਾਰੀ ਉਮਰ ਝੱਲਦੀ ਰਹੀ ਹੈ। ਮੇਰੇ ਲਈ ਇਹ ਗੱਲ ਬੜੀ ਔਖੀ ਸੀ। ਕਈ ਗੱਲਾਂ ਸਮਝਣ ਵਿੱਚ ਆਂਦਰੀਊਸ਼ਾ ਨੇ ਮੇਰੀ ਮਦਦ ਕੀਤੀ, ਮਾਂ ਨੇ ਕਿਹਾ। ਉਹਨੇ ਮੈਨੂੰ ਤੇਰੇ ਬਾਰੇ ਦੱਸਿਆ, ਪਾਵੇਲ ਹੱਸਿਆ। ਯੈਗੋਰ ਨੇ ਵੀ? ਉਹਦਾ ਤੇ ਮੇਰਾ ਪਿੰਡ ਇੱਕੋ ਏ। ਆਂਦਰੀਊਸ਼ਾ ਤਾਂ ਮੈਨੂੰ ਪੜ੍ਹਨਾ ਵੀ ਸਿਖਾਉਣਾ ਚਾਹੁੰਦਾ ਸੀ, ਤੇ ਤੈਨੂੰ ਸ਼ਰਮ ਆਉਂਦੀ ਸੀ, ਇਸੇ ਲਈ ਤੂੰ ਆਪ ਚੋਰੀ ਪੜ੍ਹਨ ਲੱਗ ਪਈ। ਸੋਹਣੇ ਜਾਣ ਲਿਆ ਸੀ, ਉਹ ਘਾਬਰੀ ਹੋਈ ਕੂਕੀ। ਆਪਣੇ ਦਿਲ ਦੀ ਡੁੱਲ ਪੈਂਦੀ ਖੁਸ਼ੀ ਤੋਂ ਬੇਚੈਨ ਉਹਨੇ ਕਿਹਾ, ਉਹਨੂੰ ਅੰਦਰ ਬੁਲਾ ਲਈਏ। ਉਹ ਜਾਣਬੁੱਝ ਕੇ ਬਾਹਰ ਚਲਾ ਗਿਆ ਤਾਂ ਜੋ ਰੁਕਾਵਟ ਨਾ ਬਣੇ। ਉਹਦੀ ਆਪਣੀ ਮਾਂ ਤਾਂ ਹੈ ਨਹੀਂ। ਆਂਦਰੇਈ, ਪਾਵੇਲ ਨੇ ਡਿਊੜੀ ਦਾ ਬੂਹਾ ਖੋਲਦਿਆਂ ਆਵਾਜ਼ ਦਿੱਤੀ। ਕਿੱਥੇ ਚਲਾ ਗਿਆ? ਇਹ ਰਿਹਾ ਮੈਂ, ਥੋੜੀ ਲੱਕੜੀ ਚੀਰਨ ਲੱਗਾ, ਅੰਦਰ ਆ। ਉਹ ਇੱਕਦਮ ਨਾ ਆਇਆ, ਅਤੇ ਅਖੀਰ ਜਦੋਂ ਉਹ ਆਇਆ ਤਾਂ ਉਹਨੇ ਘਰੋਖੀ ਮਾਮਲਿਆਂ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਮੈਂ ਨਿਕੋਲਾਈ ਨੂੰ ਕਹਾਂਗਾ ਸਾਨੂੰ ਕੁਝ ਬਾਲਣ ਲਿਆ ਦੇਵੇ, ਬਹੁਤ ਨਹੀਂ ਰਹਿ ਗਿਆ। ਜਰਾ ਆਪਣੇ ਪਾਵੇਲ ਵੱਲ ਵੇਖ ਨੈਣਕੋ। ਜਾਪਦਾ ਬਾਗੀਆਂ ਨੂੰ ਸਜ਼ਾ ਦੇਣ ਦੀ ਥਾਂ ਅਫਸਰਾਂ ਨੇ ਉਹਨਾਂ ਨੂੰ ਖੂਬ ਖਵਾਇਆ ਪਿਆਇਆ। ਮਾਂ ਹੱਸ ਪਈ। ਖੁਸ਼ੀ ਕਾਰਨ ਉਹਦਾ ਸਿਰ ਚਕਰਾ ਰਿਹਾ ਸੀ, ਉਹਦਾ ਦਿਲ ਇੱਕ ਮਿੱਠੀ ਧੜਕਣ ਧੜਕ ਰਿਹਾ ਸੀ, ਪਰ ਕੰਜੂਸੀ ਅਤੇ ਸੋਗੋ ਨੂੰ ਇਸ ਗੱਲ ਲਈ ਚਿੰਤਾ ਤੁਰ ਕਰਦੇ ਕਿ ਉਹ ਆਪਣੇ ਪੁੱਤਰ ਨੂੰ ਵੇਖੇ ਉਹਦੇ ਸਧਾਰਨ ਸ਼ਾਂਤ ਰੂਪ ਵਿੱਚ। ਸਭ ਕੁਝ ਹੱਦੋਂ ਵੱਧ ਸ਼ਾਨਦਾਰ ਸੀ, ਅਤੇ ਉਹ ਚਾਹੁੰਦੀ ਸੀ ਉਹਦੀ ਜ਼ਿੰਦਗੀ ਦੀ ਇਹ ਪਹਿਲੀ ਮਹਾਨ ਖੁਸ਼ੀ ਉਹਦੇ ਦਿਲ ਵਿੱਚ ਸਦਾ ਲਈ ਕਾਇਮ ਰਹੇ, ਉਸੇ ਤਰ੍ਹਾਂ ਮਜ਼ਬੂਤ ਅਤੇ ਜਿਉਂਦੀ ਜਿਵੇਂ ਉਹ ਉਸ ਸਮੇਂ ਸੀ। ਇਸ ਗੱਲੋਂ ਡਰਦੀ ਕਿ ਇਹ ਘਟ ਜਾਵੇਗੀ, ਉਹਨੇ ਇਹਨੂੰ ਪਿੰਜਰੇ ਵਿੱਚ ਬੰਦ ਕਰ ਲਿਆ, ਕਿਸੇ ਅਜਿਹੇ ਬੋਰੀਏ ਵਾਂਗ ਜਿਸਨੇ ਕੋਈ ਅਦਭੁਤ ਪੰਛੀ ਫੜ ਲਿਆ ਹੋਵੇ। ਆਓ ਖਾਣਾ ਖਾਈਏ, ਮੇਰਾ ਖਿਆਲ ਹੈ ਪਾਸ਼ਾ ਤੂੰ ਤਾਂ ਕੁਝ ਨਹੀਂ ਖਾਧਾ ਹੋਣਾ, ਉਹਨੇ ਇੱਧਰ ਉੱਧਰ ਹੱਥ ਪੈਰ ਮਾਰਦੇ ਹੋਏ ਕਿਹਾ। ਨਹੀਂ, ਕੱਲ ਜੇਲਰ ਨੇ ਮੈਨੂੰ ਦੱਸਿਆ ਕਿ ਉਹਨਾਂ ਮੈਨੂੰ ਛੱਡਣ ਦਾ ਫੈਸਲਾ ਕੀਤਾ, ਸੋ ਅੱਜ ਮੈਂ ਕੁਝ ਖਾ ਪੀ ਨਾ ਸਕਿਆ। ਜਦੋਂ ਮੈਂ ਇੱਥੇ ਆਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਬੁੱਢਾ ਸਹਿਯੋਗ ਮਿਲਿਆ। ਪਾਵੇਲ ਨੇ ਗੱਲ ਜਾਰੀ ਰੱਖੀ। ਜਦੋਂ ਉਹਨੇ ਮੈਨੂੰ ਵੇਖਿਆ ਤਾਂ ਗੱਲਬਾਤ ਕਰਨ ਸੜਕ ਪਾਰ ਕਰਕੇ ਆਇਆ। ਮੈਂ ਉਹਨੂੰ ਕਿਹਾ ਉਹ ਜਰਾ ਧਿਆਨ ਰੱਖੇ, ਅੱਜ ਕੱਲ ਮੈਂ ਖਤਰਨਾਕ ਬੰਦਾ ਵਾਂ, ਪੁਲਿਸ ਦੀ ਨਿਗਰਾਨੀ ਹੇਠ। ਉਹਨੇ ਕਿਹਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਮੈਥੋਂ ਆਪਣੇ ਭਨੇਵੇਂ ਬਾਰੇ ਅਨੇਕਾਂ ਗੱਲਾਂ ਪੁੱਛੀਆਂ। ਮੈਥੋਂ ਪੁੱਛਣ ਲੱਗਾ, ਜੇਲ੍ਹ ਵਿੱਚ ਫਿਓਦੌਰ ਦਾ ਵਤੀਰਾ ਤਾਂ ਚੰਗਾ ਹੈ? ਜੇਲ੍ਹ ਵਿੱਚ ਵਤੀਰਾ ਚੰਗਾ, ਕਿਸ ਤਰ੍ਹਾਂ ਰਹਿ ਸਕਦਾ? ਮੈਂ ਕਿਹਾ। ਹਲਾ ਉਹ ਬੋਲਿਆ, ਮੇਰਾ ਖਿਆਲ ਹੈ ਉਹ ਆਪਣੇ ਸਾਥੀਆਂ ਦੇ ਖਿਲਾਫ ਚੁਗਲੀਆਂ ਤਾਂ ਨਹੀਂ ਕਰਦਾ ਹੋਣਾ। ਜਦੋਂ ਮੈਂ ਕਿਹਾ ਫਿਓਦੌਰ ਚੰਗਾ ਬੰਦਾ ਏ, ਇਮਾਨਦਾਰ ਤੇ ਸਿਆਣਾ, ਤਾਂ ਉਹਨੇ ਆਪਣੀ ਦਾੜੀ ਪਲੋਸੀ ਅਤੇ ਬੜੇ ਮਾਣ ਨਾਲ ਕਿਹਾ, ਸਾਡੇ ਸਜੋਵਾਂ ਵਿੱਚ ਕੋਈ ਕਾਲੀਆਂ ਭੇਡਾਂ ਨਹੀਂ। ਬੁੱਢਾ ਸਿਆਣਾ ਬੰਦਾ ਹੈ, ਖਿਕੋਲ ਨੇ ਸਿਰ ਹਿਲਾਉਂਦੇ ਹੋਏ ਕਿਹਾ। ਮੈਂ ਬਹੁਤ ਵਾਰ ਉਹਦੇ ਨਾਲ ਗੱਲ ਕੀਤੀ ਹੈ, ਚੰਗਾ ਬੰਦਾ ਹੈ। ਫਿਓਦੌਰ ਨੂੰ ਉਹ ਛੇਤੀ ਹੀ ਛੱਡ ਦੇਣਗੇ। ਮੇਰਾ ਖਿਆਲ ਹੈ ਉਹ ਸਭ ਨੂੰ ਛੱਡ ਦੇਣਗੇ। ਉਹਨਾਂ ਕੋਲ ਬੁੱਢੇ ਈਸਾਈ ਦੇ ਬਿਆਨਾਂ ਤੋਂ ਛੁੱਟ ਕਿਸੇ ਦੇ ਖਿਲਾਫ ਕੁਝ ਨਹੀਂ, ਅਤੇ ਉਹ ਕੀ ਕਹਿ ਸਕਦਾ ਹੈ? ਮਾਂ ਆਪਣੇ ਪੁੱਤਰ ਤੋਂ ਅੱਖਾਂ ਹਟਾਏ ਬਿਨਾਂ ਇੱਧਰ ਉੱਧਰ ਜਾ ਰਹੀ ਸੀ। ਆਂਦਰੇਈ ਬਾਰੀ ਦੇ ਕੋਲ ਖੜਾ ਆਪਣੇ ਹੱਥ ਪਿੱਠ ਪਿੱਛੇ ਕੀਤੀ ਪਾਵੇਲ ਦੀ ਗੱਲ ਸੁਣ ਰਿਹਾ ਸੀ। ਪਾਵੇਲ ਕਮਰੇ ਵਿੱਚ ਘੁੰਮ ਰਿਹਾ ਸੀ। ਉਹਨੇ ਆਪਣੀ ਦਾੜੀ ਵੱਧ ਜਾਣ ਦਿੱਤੀ ਸੀ, ਅਤੇ ਮਹੀਨ ਕਾਲੇ ਵਾਲਾਂ ਦੇ ਛੱਲੇ ਉਹਦੀਆਂ ਗੱਲਾਂ ਉੱਤੇ ਘੁੰਗਰ ਬਣ ਗਏ ਸਨ, ਜਿਹੜੇ ਉਹਦੇ ਸਾਵਲੇ ਰੰਗ ਨੂੰ ਕੁਝ ਘੱਟ ਕਰਦੇ। ਬਹਿ ਜਾ, ਮਾਂ ਨੇ ਖਾਣਾ ਲਿਆਉਂਦੇ ਹੋਏ ਕਿਹਾ। ਖਾਣੇ ਦੇ ਦੌਰਾਨ ਆਂਦਰੇਈ ਨੇ ਪਾਵੇਲ ਨੂੰ ਰਿਬਨ ਬਾਰੇ ਦੱਸਿਆ। ਜੇ ਮੈਂ ਘਰੇ ਹੁੰਦਾ ਤਾਂ ਉਹਨੂੰ ਨਾ ਜਾਣ ਦਿੰਦਾ। ਜਦੋਂ ਆਂਦਰੇਈ ਨੇ ਗੱਲ ਮੁਕਾ ਲਈ ਤਾਂ ਪਾਵੇਲ ਨੇ ਅਫਸੋਸ ਨਾਲ ਕਿਹਾ, ਉਹਦੇ ਕੋਲ ਲਿਜਾਣ ਲਈ ਕੀ ਸੀ? ਇੱਕ ਉਲਝੇ ਦਿਮਾਗ ਤੇ ਬਹੁਤ ਸਾਰੇ ਸੜਦੇ ਜਜ਼ਬਿਆਂ ਤੋਂ ਬਿਨਾਂ। ਹਾਂ, ਜਦੋਂ ਬੰਦਾ 40 ਦਾ ਹੋ ਗਿਆ ਹੋਵੇ
ਤੇ ਉਹਨਾਂ ਵਿੱਚੋਂ ਵਧੇਰੇ ਸਮਾਂ ਆਪਣੀ ਰੂਹ ਵਿਚਲੇ ਰਿੱਛਾਂ ਨਾਲ ਘੁਲਣ ਵਿੱਚ ਬਿਤਾਇਆ ਹੋਵੇ ਤਾਂ ਉਹਨੂੰ ਨਵਾਂ ਬਣਾ ਦੇਣਾ ਸੌਖਾ ਨਹੀਂ ਹੁੰਦਾ। ਖਗੋਲ ਨੇ ਹੱਸ ਕੇ ਕਿਹਾ। ਇੱਕ ਅਜਿਹੀ ਬਹਿਸ ਸ਼ੁਰੂ ਹੋ ਗਈ ਜਿਸ ਵਿੱਚ ਵਧੇਰੇ ਲਫ਼ਜ਼ ਮਾਂ ਦੇ ਪੱਲੇ ਨਹੀਂ ਸਨ ਪੈਂਦੇ। ਖਾਣਾ ਮੁੱਕ ਗਿਆ ਸੀ ਪਰ ਉਹ ਇੱਕ ਦੂਜੇ ਉੱਤੇ ਸਿਆਣੇ ਲਫ਼ਜ਼ ਸੁੱਟਦੇ ਰਹੇ। ਕਦੀ ਕਦੀ ਉਹ ਸਾਦੀ ਗੱਲ ਕਰਦੇ, ਅਸੀਂ ਆਪਣੇ ਰਾਹ ਉੱਤੇ ਅੱਗੇ ਵਧਣਾ ਹੈ, ਇੱਕ ਵੀ ਪੈਰ ਪਿੱਛੇ ਨਹੀਂ, ਪਾਵੇਲ ਨੇ ਦ੍ਰਿੜਤਾ ਨਾਲ ਕਿਹਾ। ਅਤੇ ਇਉਂ ਅਜਿਹੇ ਲਖੂਖਾਂ ਲੋਕਾਂ ਨਾਲ ਟਕਰਾ ਪਈਏ ਜਿਹੜੇ ਸਾਨੂੰ ਆਪਣਾ ਦੁਸ਼ਮਣ ਸਮਝਣਗੇ। ਉਹਨਾਂ ਦੀ ਬਹਿਸ ਸੁਣਦੇ ਹੋਏ ਮਾਂ ਨੇ ਅਨੁਭਵ ਕੀਤਾ ਕਿ ਮੁਜ਼ੀਕ ਪਾਵੇਲ ਦੇ ਕਿਸੇ ਕੰਮ ਦੇ ਨਹੀਂ, ਪਰ ਖਗੋਲ ਉਹਨਾਂ ਦੀ ਹਮਾਇਤ ਕਰ ਰਿਹਾ ਸੀ। ਇਹ ਸਾਬਿਤ ਕਰਨ ਦਾ ਯਤਨ ਕਰ ਰਿਹਾ ਸੀ ਕਿ ਮੁਜ਼ੀਕਾਂ ਨੂੰ ਵੀ ਠੀਕ ਰਾਹ ਵਿਖਾਉਣਾ ਪਵੇਗਾ। ਆਂਦਰੇਈ ਦੀ ਉਹਨੂੰ ਵਧੇਰੇ ਸਮਝ ਆ ਰਹੀ ਸੀ ਅਤੇ ਉਹ ਅਨੁਭਵ ਕਰਦੀ ਸੀ ਕਿ ਉਹ ਠੀਕ ਹੈ, ਪਰ ਜਦੋਂ ਵੀ ਉਹ ਪਾਵੇਲ ਨੂੰ ਕੁਝ ਕਹਿੰਦਾ ਉਹ ਤਣ ਜਾਂਦੀ ਅਤੇ ਚੌਕਸ ਹੋ ਜਾਂਦੀ। ਸਾਹ ਰੋਕ ਕੇ ਆਪਣੇ ਪੁੱਤਰ ਦਾ ਜਵਾਬ ਉਡੀਕਦੀ, ਇਹ ਯਕੀਨ ਕਰਨ ਲਈ ਕਿ ਕਿਧਰੇ ਖਗੋਲ ਨੇ ਉਹਨੂੰ ਗੁੱਸੇ ਤਾਂ ਨਹੀਂ ਕਰ ਦਿੱਤਾ। ਪਰ ਉਹ ਗੁੱਸੇ ਹੋਏ ਬਿਨਾਂ ਇੱਕ ਦੂਜੇ ਉੱਤੇ ਚਿਲਾਉਂਦੇ ਰਹੇ। ਪਾਵੇਲ, ਕੀ ਇਹ ਸੱਚਮੁੱਚ ਇੰਜ ਹੈ? ਕਦੀ ਕਦੀ ਉਹ ਆਪਣੇ ਪੁੱਤਰ ਤੋਂ ਪੁੱਛਦੀ। ਹਾਂ, ਇਹ ਸੱਚਮੁੱਚ ਇੰਜ ਹੈ, ਉਹ ਮੁਸਕਰਾ ਕੇ ਜਵਾਬ ਦਿੰਦਾ। ਆ ਭਲੇ ਆਦਮੀ, ਖਗੋਲ ਨੇ ਦੋਸਤਾਨਾ ਵਿਅੰਗ ਨਾਲ ਕਿਹਾ, ਤੂੰ ਚੰਗਾ ਖਾਣਾ ਖਾਧਾ ਹੈ ਪਰ ਤੂੰ ਆਪਣਾ ਖਾਣਾ ਮਾੜੀ ਤਰ੍ਹਾਂ ਚਿੱਥਿਆ। ਕੋਈ ਸ਼ੈ ਤੇਰੇ ਗਲੇ ਵਿੱਚ ਫਸ ਗਈ ਹੈ। ਚੰਗਾ ਹੋਵੇ ਜੇ ਘੁੱਟ ਕੁ ਪੀ ਲਵੇਂ। ਬੜਾ ਮਖੌਲੀਆ ਬਣ ਰਿਹਾ, ਪਾਵੇਲ ਨੇ ਕਿਹਾ। ਨੜੋਏ ਪਿੱਛੋਂ ਖਾਣੇ ਵਾਂਗ ਮਖੌਲੀਆ। ਮਾਂ ਹੌਲੇ ਜਿਹੇ ਹੱਸੀ ਅਤੇ ਆਪਣਾ ਸਿਰ ਹਿਲਾਇਆ। ਧੰਨਵਾਦ।